अस्सलाम वालेकुम नाज़रीन, कमर अब्बास मंज ਤੁਹਾਡੀ ਖਿਦਮਤ 'ਚ ਹਾਜ਼ਰ ਆ। ਅੱਜ ਇਸ ਪ੍ਰੋਗਰਾਮ ਨੂੰ ਮੈਂ ਪੰਜਾਬੀ 'ਚ ਇਸ ਲਈ ਕਰਾਂਗਾ ਕਿਉਂਕਿ ਇੱਕ ਪਿੰਡ ਦਾ ਮਸਲਾ ਹੈ। ਆਪਣਾ ਪਿੰਡ ਦਾ ਨਾਂ ਹੈਗਾ ਜੀ ਜੌਹਲ 97 ਔਰ ਇਹਦੇ ਵਿੱਚ ਇੱਕ ਨਾਲਾ ਬਣਾਇਆ ਗਿਆ, ਯਾਨੀ ਕਿ ਜਿਹੜਾ ਘਰਾਂ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਸ ਨਾਲੇ 'ਚ ਪਵੇਗਾ। ਤੇ ਉਹ ਨਾਲਾ ਬਣ ਤੇ ਗਿਆ, ਲੇਕਿਨ ਉਹ ਵਬਾਲੇ ਜਾਨ ਬਣ ਗਿਆ ਜਨਾਬ। ਉਹ ਇਸ ਤਰ੍ਹਾਂ ਕਿ ਕੁਛ ਲੋਕ ਇੱਥੇ ਜਿਹੜਾ ਮੌਕਫ ਆ ਲੋਕਾਂ ਦਾ ਕਿ ਕੁਛ ਲੋਕ ਚਾਹੁੰਦੇ ਆ ਕਿ ਬਣ ਜਾਵੇ, ਕੁਛ ਲੋਕ ਚਾਹੁੰਦੇ ਆ ਕਿ ਨਾ ਬਣੇ, ਕੁਛ ਸਟੇ ਵੀ ਹੋ ਗਿਆ ਇਹਦੇ ਤੇ। ਅੱਗੇ ਅਸੀਂ ਵਿਜ਼ਿਟ ਕਰਾਂਗੇ ਇਨਸ਼ਾਅੱਲਾ ਔਰ ਤੁਹਾਨੂੰ ਵਿਖਾਵਾਂਗੇ ਕਿ ਤੁਸੀਂ ਨਾਲੇ ਦੇ ਨਾਲ ਨਾਲ ਜਿਹੜੇ ਘਰ ਆ ਉਹ ਬਿਲਕੁਲ ਥੱਲੇ ਦਬ ਚੁੱਕੇ ਆ। ਨਾਲਾ ਉੱਚਾ ਹੈ, ਮੈਂ ਵੀ ਨਾਲੇ ਦੇ ਵਿੱਚ ਖੜਾ, ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਵੇਗਾ। ਲੇਕਿਨ ਇਹ ਨਾਲਾ ਨਾ ਚੱਲਦਾ ਹੈ, ਤਕਰੀਬਨ 2 ਸਾਲ ਹੋ ਗਏ ਨਾਲਾ ਚੱਲ ਵੀ ਨਹੀਂ ਰਿਹਾ, ਨਾ ਇਹ 'ਚ ਪਾਣੀ ਹੈ ਨਾ ਕੋਈ ਗੱਲ ਨਾ ਬਾਤ। ਦੂਸਰੀ ਗੱਲ ਇਹ ਆ ਕਿ ਇਹਦੇ 'ਚ ਬਹੁਤ ਸਾਰੇ ਲੋਕਾਂ ਦੀਆਂ ਪਰੇਸ਼ਾਨੀਆਂ ਹੈ ਕਿ ਇੱਥੇ ਸੋਲੰਗ ਲੱਗਾ ਸੀਗਾ, ਲੇਕਿਨ ਅੱਗੇ ਜਾ ਕੇ ਤੁਸੀਂ ਵੇਖੋਗੇ ਕਿ ਉਹ ਮਿੱਟੀ ਦੇ ਨਾਲ ਨਾ ਉਹ ਸੋਲੰਗ ਵੀ ਖਤਮ ਹੋ ਗਿਆ। ਕਿ ਬਾਕੀ ਗਲੀਆਂ 'ਚ ਤਕਰੀਬਨ 90 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਸੀ ਨਾ, ਉਹ ਜਨਾਬ ਇਸ ਪਿੰਡ ਨੂੰ ਦਿੱਤੀ ਗਈ, ਠੀਕ ਹੋ ਗਿਆ। ਲੇਕਿਨ ਉਹ ਇਹ ਨਹੀਂ ਪਤਾ ਲੱਗਾ ਜੀ ਕਿ ਉਹ 90 ਲੱਖ ਕਿੱਥੇ ਲੱਗਾ। ਮੌਕਫ ਇਹ ਹੈ ਲੋਕਾਂ ਦਾ ਕਿ ਜੀ ਜਿਹੜੇ ਇਹਦੇ ਕਰਤਾ ਧਰਦਾ ਸੀ ਉਹ ਕਹਿੰਦੇ ਜੀ ਕਿ 75 ਲੱਖ ਰੁਪਏ ਦੀ ਗ੍ਰਾਂਟ ਆਈ ਸੀ, ਜਿਸ 'ਚ ਅਸੀਂ ਇਹ ਨਾਲਾ ਬਣਾਇਆ, ਨਾਲ 2 ਗਲੀਆਂ 'ਚ ਸੋਲੰਗ ਲਾਇਆ। ਲੇਕਿਨ ਇਹ ਗੱਲ ਯਾਦ ਰੱਖੋ ਕਿ ਉਹ 2 ਗਲੀਆਂ ਬਣਾਉਣ ਲਈ ਇਸ ਗਲੀ ਦਾ ਵੀ ਬੇੜਾ ਗਰਕ ਕਰ ਦਿੱਤਾ। ਮਕਸਦ ਇਹ ਇਹਨਾਂ ਦੀ ਡਿਵੈਲਪਮੈਂਟ ਆ, ਇਹ ਇਹਨਾਂ ਦੀ ਕਹਿ ਸਕਦੇ ਹੋ ਕਿ ਕਾਰਕਰਦਗੀ ਆ। ਔਰ ਕਾਰਕਰਦਗੀ ਕੀ ਹੈ? ਜ਼ੀਰੋ ਕਾਰਕਰਦਗੀ ਹੈ, ਕੋਈ ਇਹ ਕਾਰਕਰਦਗੀ ਨਹੀਂ। ਉਹ 'ਚ ਅਸੀਂ ਲੋਕਾਂ ਕੋਲ ਪੁੱਛਾਂਗੇ ਔਰ ਉਹਨਾਂ ਦਾ ਮੌਕਫ ਲਵਾਂਗੇ ਕਿ ਉਹ ਇਸ ਨਾਲੇ ਤੋਂ ਕਿੰਨਾ ਕੁ ਤੰਗ ਆ। ਕਿਉਂਕਿ ਜਿਹੜੀ ਗੱਲ ਸਾਡੇ ਤੱਕ ਪਹੁੰਚੀ ਹੈ ਉਹਦੇ 'ਚ ਲੋਕ ਇਸ ਨਾਲੇ ਤੋਂ ਬਹੁਤ ਜ਼ਿਆਦਾ ਤੰਗ ਆ। ਕਿਉਂਕਿ ਇੱਕ ਤੇ ਉਹ ਘਰ ਨੀਵੇਂ ਹੋ ਗਏ ਉਹਨਾਂ ਦੇ, ਦੂਜਾ ਜਦੋਂ ਬਾਰਿਸ਼ ਆਉਂਦੀ ਹੈ ਤੇ ਉਹਨਾਂ ਦੇ ਘਰਾਂ ਦੇ ਅੱਗੇ ਪਾਣੀ ਜਮ੍ਹਾਂ ਹੋ ਜਾਂਦਾ, ਇਹ ਨਾਲੇ 'ਚ ਪਾਣੀ ਜਮ੍ਹਾਂ ਹੁੰਦਾ ਤੇ ਉਹ ਬਾਹਰ ਨਿਕਲਦਾ। ਮਕਸਦ ਇਹ ਅੱਗਿਓਂ ਬੰਦ ਆ, ਨਾ ਇਹਦਾ ਕੋਈ ਸਿਰਾ ਯਾਨੀ ਕਿ ਜਿੱਥੋਂ ਇਹ ਸ਼ੁਰੂ ਹੁੰਦਾ ਤੇ ਨਾ ਅੱਗਿਓਂ ਕੋਈ ਖਤਮ, ਮਤਲਬ ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ। ਮਤਲਬ ਉਹ ਤੁਹਾਨੂੰ ਇਹ ਫੁਟੇਜ ਦੇ ਵਿੱਚ ਨਜ਼ਰ ਆ ਜਾਏਗਾ। ਦੂਸਰੀ ਗੱਲ ਹੈ ਕਿ ਮੌਕਫ ਇਨਸ਼ਾਅੱਲਾ ਲੈਂਦੇ ਹਾਂ ਦੋਸਤਾਂ ਦਾ ਔਰ ਪੁੱਛਦੇ ਹਾਂ ਉਹਨਾਂ ਨੂੰ ਕਿ ਇਸ ਨਾਲੇ ਦੇ ਹਵਾਲੇ ਉਹ ਕੀ ਕਹਿਣਾ ਚਾਹੁੰਦੇ ਹੋ। ਅੱਛਾ ਸਰ, ਇਹ ਜਿਹੜਾ ਨਾਲਾ ਬਣਿਆ ਹੈ ਇਹਦੇ ਬਾਰੇ ਕੁਝ ਥੋੜੀ ਜਿਹੀ ਸਾਨੂੰ ਮਾਲੂਮਾਤ ਚਾਹੀਦੀ, ਇਨਫੋਰਮੇਸ਼ਨ ਚਾਹੀਦੀ ਹੈ ਕਿ ਇਸ ਨਾਲੇ ਦਾ ਯਾਨੀ ਕਿ ਨਾ ਤੇ ਮੁਕੰਮਲ ਹੈਗਾ, ਕਾਫੀ ਹੱਦ ਤੱਕ ਉਹ ਅੱਗੇ ਤੱਕ ਵੀ ਖਤਮ ਹੋ ਜਾਂਦਾ, ਨਾ ਸ਼ੁਰੂ ਇਹਦਾ ਕੋਈ ਹੈਗਾ, ਉਹ ਪੈਲੀਆਂ ਤੱਕ ਐਂਡ ਹੋ ਜਾਂਦਾ, ਮਤਲਬ ਉੱਥੋਂ ਸਟਾਰਟ ਹੁੰਦਾ ਤੇ ਅੱਗੇ ਜਾ ਕੇ ਖਤਮ ਹੋ ਜਾਂਦਾ। ਬਿਲਕੁਲ, ਪਾਣੀ ਕਿੱਧਰ ਜਾਏਗਾ ਕੋਈ ਪਤਾ ਨਹੀਂ। ਇਹਦਾ ਤਾਂ ਨਾਂ ਤੇ ਕੋਈ ਸਰਕਾਰ ਨਿਕਾਸ ਦਾ ਹੈ ਸੀ। ਮਸਲਨ ਉਸ ਟਾਈਮ ਇਹਨਾਂ ਨੇ ਬਣਾ ਦਿੱਤਾ ਵਾ, ਲੇਕਿਨ ਇਹਦਾ ਫਾਇਦਾ ਨਹੀਂ, ਸਿਰਫ ਨੁਕਸਾਨ ਹੋਇਆ ਜੀ। ਮਸਲਨ ਪਾਣੀ ਹੁਣ ਬਾਰਿਸ਼ ਵਗੈਰਾ ਪੈ ਜਾਏ ਤਾਂ ਕਿਸੇ ਪਾਸੇ ਨੂੰ ਨਹੀਂ ਜਾਂਦਾ ਜੀ। ਇੱਥੇ ਬਹੁਤ ਜ਼ਿਆਦਾ ਯਾਨੀ ਕਿ ਕਿੱਚੜ ਵਗੈਰਾ ਹੋ ਜਾਂਦਾ, ਲੰਘਣਾ ਵੀ ਮੁਸ਼ਕਲ ਹੁੰਦਾ। ਤੁਹਾਡੇ ਸਾਹਮਣੇ ਸਾਰਾ ਟੁੱਟਾ ਵਾ, ਚੱਲਿਆ ਵੀ ਕੋਈ ਨਹੀਂ ਗਾ ਤੇ ਇਹਦਾ ਫਾਇਦਾ ਵੀ ਕੋਈ ਨਹੀਂ ਗਾ ਜਨਾਬ। ਨਹੀਂ, ਇਹ ਜਿਹੜਾ ਤੁਸੀਂ ਮਤਲਬ ਵਿੱਚ ਨਾ ਤੇ ਪਾਣੀ ਜਾਂਦਾ, ਨਾਲੀਆਂ ਸਾਈਡ ਤੇ ਬਣੀਆਂ, ਜਿਹੜੇ ਘਰ ਇੱਧਰਲੀ ਸਾਈਡ ਤੇ ਆ ਉਹਨਾਂ ਘਰਾਂ ਦਾ ਵੀ ਬੇੜਾ ਗਰਕ ਗਿਆ, ਮਤਲਬ ਉਹ ਨੀਵੇਂ ਹੋ ਗਏ, ਉੱਚੇ ਹੋ ਗਏ। ਮਤਲਬ ਇਹ ਨਕਸ਼ਾ ਕੀ ਹੈ? ਇਹ ਨਕਸ਼ਾ ਤੁਹਾਡੇ ਸਾਹਮਣੇ ਹੀ ਹੈ ਜੀ, ਬਸ ਪੈਸੇ ਲੱਗੇ ਜਿਹੜੇ ਉਹਨਾਂ ਨੇ ਲਏ ਸੀਗੇ ਉਹ ਲੱਗ ਗਏ ਆ, ਇਹਦਾ ਫਾਇਦਾ ਕੋਈ ਵੀ ਨਹੀਂ ਗਾ। ਨਹੀਂ, ਇਹ 90 ਲੱਖ ਰੁਪਏ ਦੀ ਗ੍ਰਾਂਟ ਸੀ ਤੇ 90 ਲੱਖ 'ਚ ਕੁਝ ਵੀ ਨਹੀਂ ਹੋਇਆ। ਇਹ ਤੁਹਾਡੇ ਸਾਹਮਣੇ ਬਣਿਆ ਵਾ, 90 ਲੱਖ ਜਿਹੜਾ ਲੱਗਾ ਤੁਹਾਨੂੰ ਵੀ ਨਜ਼ਰ ਆਉਂਦਿਆ, ਟੁੱਟਾ ਥਾਂ ਦਾ ਟੁੱਟਾ ਵਾ। ਬਾਕੀ ਪਾਣੀ ਤੇ ਇਹਦੇ ਵਿੱਚ ਚਲਿਆ ਕੋਈ ਨਹੀਂ ਗਾ, ਸਿਰਫ ਇਹ ਬਣਾ ਕੇ ਤੇ ਇੱਕ ਫਾਰਮੈਲਿਟੀ ਪੂਰੀ ਕੀਤੀ ਹੈ ਜਨਾਬ। ਇਸ ਤੋਂ ਪਹਿਲੇ ਤੇ ਬਣਨ ਤੋਂ ਪਹਿਲੇ ਜਿਹੜਾ ਰੋਡ ਦੀ ਕੀ ਹਾਲਤ ਸੀਗੀ? ਰੋਡ ਪਹਿਲੇ ਇਹਦੇ ਥੱਲੇ ਪੱਕੀ ਸੀਗੀ ਤੇ ਇਹ ਉੱਤੇ ਉਹਨਾਂ ਨੇ ਮਿੱਟੀ ਪਵਾ ਦਿੱਤੀ। ਮਿੱਟੀ ਪਵਾ ਕੇ ਹੁਣ ਪਹਿਲੇ ਨਾਲੋਂ ਵੀ ਯਾਨੀ ਕਿ ਕੰਮ ਖਰਾਬ ਹੋ ਗਿਆ ਵਾ। ਤੁਹਾਡੇ ਸਾਹਮਣੇ ਬਾਰਿਸ਼ ਜਦੋਂ ਪੈਂਦੀ ਇੱਥੇ ਲੰਘਣਾ ਹੀ ਬੜਾ ਮੁਸ਼ਕਲ ਹੋ ਜਾਂਦਾ। ਹਾਂਜੀ, ਤੁਸੀਂ ਦੱਸੋ। ਹਾਂਜੀ, ਮਤਲਬ ਕੀ ਇਹ ਤੁਹਾਨੂੰ ਮਸਲਾ ਆ ਰਿਹਾ, ਚ ਕੀ ਪ੍ਰੋਬਲਮ ਆ ਰਹੀ ਹੈ? ਸਾਨੂੰ ਹਰ ਵੇਲੇ ਮਸਲਾ ਹੀ ਆ, ਲੰਘਣ ਦੀ ਵੀ ਤੰਗੀ ਹੈ, ਮਸਜਿਦ ਨੂੰ ਜਾਈਦਾ ਉਸ ਲਈ ਵੀ ਨਮਾਜ਼ ਪੜ੍ਹਨ ਤੋਂ ਵੀ ਜਾ ਨਹੀਂ ਹੁੰਦਾ ਸਾਡੇ ਕੋਲ। ਯਾਨੀ ਕਿ ਜਦੋਂ ਬਾਰਿਸ਼ ਆਉਂਦੀ ਹੈ ਭਰ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਰੋਡ ਨੂੰ ਕੀ ਮਤਲਬ ਮਾਮਲਾ? ਪਾਣੀ ਇੱਧਰ ਆਉਂਦਾ, ਪਾਣੀ ਉੱਧਰ ਤੇ ਜਾਂਦਾ ਨਹੀਂ। ਇੱਕ ਹੋਰ ਚੀਜ਼ ਕਿ ਜਦੋਂ ਦੇਖੋ ਨਾ ਉਹ ਘਰ ਨੀਵੇਂ ਹੋ ਗਏ, ਉਹ ਕਿੱਦਾਂ ਮਤਲਬ ਇਹਨੂੰ ਸਰਵਾਈਵ ਕਰਦੇ ਹੋਣ? ਬਸ ਉਹ ਵਿਚਾਰੇ ਇਦਾਂ ਤਰਲਿਆਂ ਨਾਲ ਹੀ ਵਕਤ ਗੁਜ਼ਾਰਦੇ ਆ, ਹੋਰ ਹੁਣ ਕੀ ਕਰ ਲੈਣਾ। ਹੋਰ ਸਾਡੇ ਗਾਰਾ ਹੋ ਜਾਂਦਾ ਬਾਜ਼ਾਰ 'ਚ, ਲੰਘ ਹੀ ਨਹੀਂ ਹੁੰਦਾ। ਹਾਂਜੀ, ਲੰਘ ਹੀ ਨਹੀਂ ਹੁੰਦਾ ਬਾਜ਼ਾਰ 'ਚ, ਗਾਰਾ ਹੀ ਇੰਨਾ ਹੋ ਜਾਂਦਾ। ਨਹੀਂ, ਇਹਦੀ ਮਤਲਬ ਇੱਕ ਬਣਾਇਆ ਗਿਆ, ਇਹ ਕਾਹਦੇ ਲਈ ਬਣਾਇਆ ਗਿਆ ਸੀ ਕਿ ਇੰਨਾ ਉੱਚਾ ਇਹਨੂੰ ਬਣਾਤਾ, ਫਿਰ ਇੰਨੀ ਗ੍ਰਾਂਟ ਤੇ 90 ਲੱਖ ਰੁਪਈਆ ਇਹਦੇ ਤੇ ਲਾਤਾ। ਲੇਕਿਨ ਇਹ ਮੈਨੂੰ ਨਹੀਂ ਲੱਗਦਾ ਕੋਈ 90 ਲੱਖ ਇਹਦੇ ਤੇ ਲੱਗਾ ਹੋਵੇ ਕਿਸੇ ਤਰੀਕੇ ਨਾਲ। ਸੀਮੈਂਟ ਵੀ ਤੁਹਾਡੇ ਸਾਹਮਣੇ ਸਭ ਕੁਝ ਭੁਰਦਾ ਹੀ ਫਿਰ ਰਾਤ ਹੀ। ਹਾਂ, ਤੇ ਉਹ ਕਿੱਥੇ ਗਿਆ 90 ਲੱਖ ਰੁਪਈਆ? ਕਿ ਮਕਸਦ ਦੇਖੋ ਨਾ, ਇੱਕ ਚੀਜ਼ ਆ ਕਿ ਇੱਕ ਚੀਜ਼ ਬਣਾਈ ਗਈ ਸਹੂਲਤ ਲਈ, ਹਾਂਜੀ ਹਾਂਜੀ, ਲੇਕਿਨ ਇਹ ਵੇਖੋ ਕਿ ਇਹ ਅਜ਼ਾਬ ਬਣ ਗਈ। ਅਜ਼ਾਬ ਬਣ ਗਈ। ਮਤਲਬ ਇਹਦੇ 'ਚ ਤੁਸੀਂ ਕਿੰਨਾ ਦੇਖੋ ਨਾ, ਹੁਣ ਤੁਸੀਂ ਆਪਣੇ ਡੰਗਰ ਸ਼ੰਗਰ ਬੰਨੇ ਹੋਏ ਆ, ਹਾਂਜੀ, ਲੇਕਿਨ ਜਿਹੜੇ ਪਰਲੇ ਘਰਾਂ ਵਾਲੇ ਉਹਨਾਂ ਨੂੰ ਦੇਖੋ ਕਿੰਨੀ ਤਕਲੀਫ। ਬਹੁਤ ਤਕਲੀਫ ਹੈ ਜੀ, ਬਹੁਤ ਜ਼ਿਆਦਾ। ਯਾਨੀ ਕਿ ਹੁਣ ਨੀਵੀਂ ਹੋ ਗਈ ਇਹ ਜਗ੍ਹਾ, ਨੀਵੀਂ ਹੋ ਗਈ, ਹੁਣ ਭਰਤੀ ਪਾਊ। ਅਸੀਂ ਵੀ ਭੇਰੀਆਂ 'ਚ ਮਿੱਟੀ ਪਾ ਕੇ ਪਈ ਪਾਣੀ ਕੱਢਿਆ, ਨਹੀਂ ਨਿਕਲਦਾ ਸੀ। ਇਹਨਾਂ ਮਿੱਟੀ ਪਵਾਤੀ, ਪਾਣੀ ਭੇਰੀਆਂ 'ਚ ਖਤਮ ਖੜਾ ਹੋ ਗਿਆ। ਹੁਣ ਤੁਸੀਂ ਕੀ ਇਹਦਾ ਮਤਲਬ ਚਾਹੁੰਦੇ ਹੋ ਕਿ ਯਾਨੀ ਕਿ ਠੀਕ ਹੋਵੇ ਜਾਂ ਇਹ ਕੋਈ ਮਤਲਬ ਇਹਦਾ ਕੀ ਚਾਹੁੰਦੇ ਹੋ ਤੁਸੀਂ? ਠੀਕ ਤਾਂ ਹੋ ਹੀ ਨਹੀਂ ਸਕਦਾ ਸਰ, ਠੀਕ ਆ ਨਾ। ਘਰ ਤਾਂ ਆਹ ਹੀ ਜਿਹੜੇ 5-7 ਹੈਗੇ, ਇਹ ਨਾਲਾ ਚਾਹੀਦਾ ਸੀ ਇਸ ਸਾਈਡ ਤੇ, ਐਡਾ ਤੇ ਸਾਡਾ ਭਾਈ ਜਿੱਧਰ ਨਾਲੀਆਂ ਸੀ। ਹੁਣ ਪਾਣੀ ਦਾ ਨਿਕਾਸ ਉਹ ਕਿੱਦਾਂ ਕਰਨ? ਪਾਈਪ ਪਾਣ ਕੀ ਕਰਨ? ਮਤਲਬ ਅਜੀਬ ਜਿਹਾ ਕੋਈ ਆਰਕੀਟੈਕਚਰ ਜਿਹੜਾ ਸੀ ਨਾ, ਜੀ, ਜਿਸ ਬੰਦੇ ਨੇ ਇਹਨੂੰ ਜਿਹੜਾ ਡਿਜ਼ਾਈਨ ਕੀਤਾ ਜਾਂ ਕਿੱਦਾਂ, ਮਤਲਬ ਉਹ ਵੀ ਕੋਈ
ਅਜੀਬ ਬੰਦਾ ਹੈ ਕਿ ਉਹਨੇ ਦੇਖਿਆ ਹੀ ਨਹੀਂ ਕਿ ਕਿੱਧਰ ਨੂੰ ਜਾਣਾ ਇਹਨੇ ਕੀ ਕਰਨਾ। ਜਿੱਥੇ ਰੱਖ ਕੇ ਉੱਤੇ ਬਣਾਈ ਹੈ ਫਿਰ ਜੇ ਪਾਣੀ ਕਰ ਵੀ ਦਿੰਦੇ ਤੇ ਇਹਨੇ ਐਂਡ ਕਿੱਥੇ ਲਿਖਣਾ ਸੀ, ਮਤਲਬ ਐਂਡ ਤੇ ਹੈ ਹੀ ਨਹੀਂ ਇਹਦਾ, ਕੋਈ ਵੀ ਨਹੀਂ ਉਹ ਅੱਗਿਓਂ ਫਿਰ ਖਤਮ ਆ। ਖਤਮ, ਇਧਰੋਂ ਵੀ ਖਤਮ ਹੈ, ਇਧਰੋਂ ਵੀ ਖਤਮ ਹੈ। ਦੱਸੋ ਯਾਰ, ਠੀਕ ਹੋ ਗਿਆ। ਆਜ਼ਾਬ ਹੋ ਗਿਆ ਸਾਰਾ। ਹਾਂਜੀ, ਬਾਕੀ ਜਿਹੜੇ ਮਕਾਨ ਨੀਵੇਂ ਹੋ ਗਏ, ਮਤਲਬ ਉਹ ਕਿਸ ਤਰ੍ਹਾਂ ਇਹਨੂੰ ਸਰਵਾਈਵ ਕਰ ਰਹੇ ਹੋ, ਕਿਸ ਤਰ੍ਹਾਂ ਗੁਜ਼ਾਰਾ ਕਰਨ ਡਏ ਹੋ? ਬਹੁਤ ਸੋਹਣਾ ਹੋ ਰਿਹਾ। ਕਿੱਦਾਂ? ਓਕੇ ਹੋ ਗਿਆ ਨਹੀਂ ਤੁਹਾਨੂੰ ਉਸ 90 ਲੱਖ ਚੋਂ ਕੁਝ ਮਿਲਿਆ? ਅਸੀਂ 90 ਲੱਖ ਨੂੰ ਕੀ ਕਰਨਾ, ਅਸੀਂ ਤਾਂ ਕੋਲੋਂ ਲਾ ਸਕਦੇ। ਉਹ ਤੇ ਅਲਹਮਦੁਲਿਲਾ ਲਾਲ ਹੋ ਗਏ, ਲੇਕਿਨ ਸਾਨੂੰ ਕਿਹੜਾ ਚੱਟੀ ਪਈ ਕਿ ਸਾਡਾ ਹੀ ਪੈਸਾ ਲੱਗਾ ਇਹਦੇ ਤੇ? ਨਹੀਂ ਸਹੀ ਨਹੀਂ ਤੁਹਾਡਾ ਸਾਡਾ ਇੱਕੋ ਹੀ ਆ। ਤੇ ਫਿਰ ਉਹੀ ਮੈਂ ਕਹਿ ਰਿਹਾ, ਇਹਦੇ ਤੇ ਸਾਡਾ ਹੀ ਪੈਸਾ ਲੱਗਾ ਹੈ, ਲੇਕਿਨ ਇਹਦਾ ਕੋਈ ਸੱਦੇਬਾਬ ਨਹੀਂ ਹੈਗਾ। ਮਤਲਬ ਤੁਹਾਨੂੰ ਕੋਈ ਨਹੀਂ ਇਹਦੇ ਨਾਲ ਦੁੱਖ ਹੈਗਾ ਕਿ ਯਾਰ? ਸਾਨੂੰ ਦੁੱਖ ਤਾਂ ਹੈਗਾ। ਹਾਂਜੀ, ਦੁੱਖ ਤਾਂ ਇਹ ਸੀ, ਇਹ ਪਿੱਛੇ ਹੀ ਨਾਲਾ ਬਣਦਾ ਇੱਧਰ, ਹਾਂ, ਇਹ ਲੋਕ ਗਾਂਹ ਨੂੰ ਆਉਂਦੇ ਸੀ ਭੱਜੇ ਬਾਜ਼ਾਰ ਨੂੰ, ਅੱਛਾ ਇਹ ਕਹਿੰਦੇ ਸੀ ਇੱਧਰ ਬਣਾਉਣਾ ਵਾ। ਅੱਛਾ ਅਸੀਂ ਕਿਹਾ ਬਣਾ ਲਓ, ਅੱਛਾ ਇਹ ਫੇਰ ਵੀ ਨਹੀਂ ਮੰਨੇ। ਫੇਰ ਐਂ ਦੀ ਉਹ ਜੀ ਇੱਕ ਸੜਕ ਸਾਡੇ ਨਵਾਂ ਜੰਮ ਪਿਆ, ਅੱਛਾ। ਉਹਨੇ ਕੰਮ ਦਿਖਾ ਦਿੱਤਾ। ਯਾਨੀ ਉਹਨੇ ਕੰਮ ਦਿਖਾਤਾ ਤੇ ਕੰਮ ਬਾਤਾ, ਯਾਨੀ ਕਿ ਹੁਣ ਬੈਠਾ ਬੇੜਾ ਗਰਕ, ਬੈਠਾ ਬਿਲਕੁਲ ਗਰਕ ਬੇੜਾ ਗਰਕ ਕਰ। ਨਹੀਂ ਨਹੀਂ, ਹੁਣ ਮੈਂ ਤੈਨੂੰ ਸੱਚੀ ਗੱਲ ਦਿੱਤੀ ਸੁਣਾ, ਅੱਛਾ। ਤੇ ਗਾਂ ਸਾਡੇ ਚਿੱਟਿਆਂ ਬਾਰਾਂ ਦਾ ਖਿਆਲ ਕਰੋ। ਇਹਦਾ ਕੋਈ ਸਾਨੂੰ ਸਾਥ ਨਹੀਂ, ਇਹਦਾ ਦੇਖੋ ਨਾ, ਮਕਸਦ ਇਹ ਹੈ ਕਿ ਅਸੀਂ ਤੁਹਾਡੀ ਵਜ੍ਹਾ ਇਹ ਆ ਕਿ ਬਾਰਿਸ਼ ਪੈ ਜਾਂਦੀ ਆ, ਇੱਥੋਂ ਲੰਘ ਵੀ ਨਹੀਂ ਹੁੰਦਾ ਸਾਡੇ ਕੋਲ, ਨਾ ਸਾਡੇ ਬੱਚੇ ਲੰਘ ਸਕਦੇ, ਨਾ ਸਾਡੇ ਨਾ ਨਮਾਜ਼ ਪੜ੍ਹਨ ਜਾ ਸਕਦਾ। ਹੁਣ ਕਹਿੰਦੇ ਗ੍ਰਾਂਟ ਆਈ ਆ 80-90 ਲੱਖ ਦੀ, ਇੱਥੇ 80-90 ਲੱਖ ਲੱਗਿਆ ਨਜ਼ਰ ਆ ਰਿਹਾ ਕਿ ਇਹ ਕਿਹਦੇ ਥਰੂ ਆਈ ਸੀ ਗ੍ਰਾਂਟ? ਇਹ ਵੀ ਥੋੜਾ ਜਿਹਾ ਚਲੋ ਦੇਖੋ ਨਾ, ਮੇਰੀ ਗੱਲ ਸੁਣੋ, ਇੱਕ ਚੀਜ਼ ਆ, ਦੇਖੋ ਇੱਥੇ ਜਿਹੜਾ ਵੀ ਵੋਟ ਲੈਂਦਾ ਜਾਂ ਵੋਟ ਅਸੀਂ ਪਾਉਂਦੇ ਆ, ਅਸੀਂ ਇਸੇ ਲਈ ਪਾਉਂਦੇ ਕਿ ਯਾਰ ਸਾਡੇ ਏਰੀਏ ਦੇ, ਸਾਡੇ ਇਲਾਕੇ ਦੇ, ਸਾਡੇ ਹਲਕੇ ਦੇ ਕੰਮ ਹੋਣ, ਬੇਸਿਕਲੀ ਉਹ ਤਕਲੀਫਾਂ ਤੇ ਨਾ ਹੋਣ। ਹੁਣ ਇੱਕ ਦੇਖੋ ਨਾ ਕਿ ਗ੍ਰਾਂਟ ਆਈ, ਮਤਲਬ ਇੱਕ ਜ਼ਿੰਮੇਦਾਰ ਬੰਦਿਆਂ ਕੋ ਆਈ, ਜ਼ਿੰਮੇਦਾਰ ਬੰਦਿਆਂ ਨੇ ਉਹਨੂੰ ਲਾਣਾ ਸੀ ਇਹਦੇ ਉੱਤੇ, ਲੇਕਿਨ ਬਦਕਿਸਮਤੀ ਨਾਲ ਅਫਸੋਸ ਇਹ ਲਾਣ ਦੀ ਬਜਾਏ ਇਹ ਲਾਏ ਜ਼ਰੂਰ, ਲੇਕਿਨ 90 ਲੱਖ ਨਹੀਂ ਲੱਗਦਾ ਇਹਦੇ ਤੇ ਲੱਗਾ ਹੋਇਆ, ਕਿਉਂਕਿ ਉਹ ਤੋਂ 90 ਲੱਖ ਤੁਹਾਨੂੰ ਵੀ ਨਜ਼ਰ ਆ ਹੀ ਰਿਹਾ ਕਿੰਨਾ ਕੁ ਲੱਗਾ ਹੈ। ਉਹਦੇ 'ਚ ਦੇਖੋ ਨਾ, ਸਾਡਾ ਇੱਥੇ ਸਰਬਰਾਹ ਹੈਗਾ ਸੀ ਮੀਆਂ ਸ਼ਰੀਫ, ਹਾਂਜੀ, ਠੀਕ ਆ, ਤੇ ਉਹ ਇੱਥੇ ਕੀ ਕੰਮ ਰੁਕ ਗਿਆ, ਭਰਤੀ ਵੀ ਪਵਾ ਮੀਆਂ ਕੇ, ਨਈਮ ਨੇ ਬਣਵਾਇਆ। ਹਾਂ, ਤੇ ਉਹਦਾ ਵੱਲ ਨਹੀਂ, ਯਾਨੀ ਚਲੋ ਮੀਆਂ ਨਈਮ ਨੇ ਐਫਰਟ ਕੀਤੀ, ਲੇਕਿਨ ਹੁਣ ਦੇਖੋ ਨਾ ਇੱਕ 90 ਲੱਖ ਰੁਪਈਆ ਜਿਹੜਾ ਹੁਣ ਉਸ ਤੋਂ ਬਾਅਦ ਚ ਕੋਈ ਵੀ ਨਹੀਂ ਆਇਆ ਹੈਗਾ ਇੱਥੇ, ਆ ਭਰਤੀ ਪੈ ਗਈ ਹੈ ਬਸ ਜਿੱਥੇ ਅਸੀਂ ਕਿਹਾ ਵੀ ਇਹਨੂੰ ਹੀ ਚਲਾ ਦਿਓ, ਜਾਂ ਤੇ ਇਹਨੂੰ ਹੀ ਚਲਾ ਦਿਓ, ਅਸੀਂ ਹੋਰ ਪਾ ਲੈਂਦੇ ਮਿੱਟੀ ਆ ਕੇ ਭਰਤੀਆਂ। ਲੇਕਿਨ ਦੇਖੋ ਨਾ, ਨੁਕਸਾਨ ਤੇ ਫਿਰ ਨੁਕਸਾਨ ਹੀ ਆ। ਨੁਕਸਾਨ 90 ਲੱਖ ਲੱਗਾ ਨਾਲੇ ਦੇ ਉੱਪਰ, ਚੱਲਿਆ ਵੀ ਨਹੀਂ। ਤੁਸੀਂ ਭਰਤੀਆਂ ਵੀ ਪਾਣੀਆਂ, ਭਰਤੀ ਪਾ ਕੇ ਫਿਰ ਨਾ ਚੱਲਿਓ, ਉਹਦੀ ਵਜ੍ਹਾ ਕਿ ਨਾ ਇਹਦਾ ਐਂਡ ਵਾ ਨਾ ਸਿਰਾ ਵਾ। ਮਕਾਨ ਨੀਵੇਂ ਹੋ ਗਏ ਸਾਡੇ, ਹੈਗਾ ਪਾਣੀ ਦਾ ਨਿਕਾਸ। ਤੁਸੀਂ ਉਧਰੋਂ ਪਾ ਵੀ ਲਓ ਪਾਣੀ, ਤੇ ਇਹਨੂੰ ਕਿੱਧਰ ਕੱਢੋਗੇ? ਪੈਲੀਆਂ 'ਚ ਪੈਣਾ ਹੀ ਨਾਲ ਇਹ ਆ ਵੀ ਕੱਢੋ ਉਸ ਪਾਸੇ ਜਿੱਧਰ ਜਾਂ ਨਹੀਂ, ਪਾਣੀ ਇਹਦਾ ਨਿਕਲਦਾ ਹੀ ਨਹੀਂਗਾ ਕਿਸੇ ਸਾਈਡ ਤੇ ਵੀ, ਅਗਰ ਇੱਥੇ ਵੀ ਕਰਦੇ ਆ ਜਾਂ ਤੇ ਖਾਲਾ ਬਣਦਾ ਉਹ ਬਾਹਰੋਂ ਬਾਹਰ ਜਾ ਕੇ ਉਹ ਬਾਹਰਲੇ ਖਾਲੇ 'ਚ ਪੈਂਦਾ। ਯਾਰ ਇਹ ਅਗਰ ਤੇ ਦੇਖੋ ਨਾ, ਅਗਰ 90 ਲੱਖ ਰੁਪਏ ਦੀ ਗ੍ਰਾਂਟ ਆ, ਇਹਦੇ 'ਚ ਸੀਵਰੇਜ ਪੈ ਸਕਦਾ, ਬਿਲਕੁਲ ਪੈਸਾ ਸੇਮ ਬਹੁਤ, ਮਤਲਬ ਸੇਮ ਲੱਗੇ ਆ, ਉੱਥੋਂ ਇੱਕ ਪਾਈਪ ਆ ਕੇ ਸੇਮ ਤੱਕ ਵੀ ਜਾ ਸੇਮ ਸਕਦਾ ਤੱਕ ਵੀ ਜਾ ਅਗਰ 90 ਲੱਖ ਨੂੰ ਯੂਟਿਲਾਈਜ਼ ਕੀਤਾ ਜਾਂਦਾ। ਅਗਰ 90 ਲੱਖ ਸਾਨੂੰ ਨੂੰ ਤਾਂ ਸਹੀ ਪਤਾ ਹੀ ਨਹੀਂ ਇੱਥੇ ਲੱਗਾ ਕਿੰਨਾ ਵਾ, ਬਚਿਆ ਕੀ ਆ, ਕੀ ਲਾਇਆ ਵਾ, ਠੀਕ ਆ। ਤੇ ਜੋ ਲੱਗਿਆ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ, ਥਾਂ ਤੋਂ ਇਹ ਸਰ ਟੁੱਟ ਅਸੀਂ ਗਿਆ। ਤਾਂ ਸਰ ਤੁਹਾਨੂੰ ਗੱਲ ਇਹ ਹਜੇ ਅਸਲ ਤੱਕ ਵੀ ਦਿੱਤੀ ਦੱਸ, ਇਹਦੇ ਪਾਣੀ ਦਾ ਬਾਅਦ ਕੋਈ ਨਿਕਾਸ ਨਹੀਂ, ਤੇ ਚਲਿਆ ਵੀ ਨਹੀਂਗਾ ਤੇ ਪਹਿਲੇ ਟੁੱਟਾ ਪਿਆ ਸਾਰਾ। ਉਹ ਦੇਖੋ ਨਾ ਪਾਲੀ ਸਾਈਡ ਤੋਂ ਉਧਰ ਜਾ ਕੇ ਨਾ ਇਹਦੀ ਆਹ ਵੀਡੀਓ ਦੇਖੋ ਇਹ ਦੇਖੋ ਜੀ ਨਾਜ਼ਰੀਨ, ਇਹ ਵਾਲਾ ਜਿਹੜਾ ਇੱਕ ਇਹਦੇ ਤੇ ਨਾ ਮਟੀਰੀਅਲ ਵੀ ਦੇਖੋ ਨਾਜ਼ਰੀਨ, ਇਹ ਚੀਜ਼ ਇਹ ਦੇਖੋ, ਇੱਧਰ ਆ ਜਰਾ, ਇਹ ਦਿਖਾਓ ਜੀ ਆਪਣਾ, ਇਹ ਦੇਖੋ ਜੀ, ਇਹ ਦੇ ਹਾਲਾਤ ਆ ਸਾਰੇ ਦੇ। ਇਹ 90 ਲੱਖ ਰੁਪਏ ਦੇ ਨੇ, ਸਿਰਫ 2 ਬੰਨੀਆਂ ਬਣੀਆਂ ਵਾ, ਨਾ ਇਹ 'ਚ ਪਾਣੀ ਪੈਂਦਾ, ਨਾ ਇਹਦੇ 'ਚ ਕੋਈ ਗੱਲ ਹੈ, ਕੋਈ ਬਾਤ ਹੈ, ਠੀਕ ਹੋ ਗਿਆ। ਇਹ ਸਰ ਜਨਾਬ ਸਿਰਫ ਇਹਦੇ 'ਚ ਨਾ ਇਹ ਚੀਜ਼, ਇਹ ਦੇਖੋ ਨਾ, ਇਹਦੇ ਨਾਲ ਸਾਡਾ ਤੁਹਾਡੇ ਇੱਥੇ ਪਿੰਡ ਦੀ ਜਿਹੜੀ ਆਵਾਮ ਆ ਉਹ ਪਰੇਸ਼ਾਨ ਆ, ਮਤਲਬ ਬੇਸਿਕਲੀ ਨਾ ਉਹਨਾਂ ਦਾ ਕੋਈ ਪਾਣੀ ਇਹਦੇ 'ਚ ਜਾਂਦਾ ਨਾ। ਹਾਂਜੀ ਹਾਂਜੀ ਹਾਂਜੀ, ਅੱਛਾ ਠੀਕ ਹੋ ਗਿਆ। ਹਾਂ ਹਾਂ, ਉਹ ਕਿੱਥੇ ਸੀਗਾ ਇੱਧਰ ਕਰ? ਉਹ ਕਾਲਾ ਨਹੀਂ ਕੀਤਾ ਬਾਹਰਲਾ, ਹਾਂ ਹਾਂ, ਉਹ 5 ਫੁੱਟ ਗਾੜੀ ਆ, ਅੱਛਾ। ਉਹ ਪਿੱਛੇ ਹੋਣਾ ਚਾਹੀਦਾ, ਉਹ ਕਿਹੜਾ ਦੂਆ ਦਾ ਉਹਦੇ ਨਾਲ ਦਾ ਨਹੀਂ, ਉਹ ਇਹਦਾ ਮਸਲਾ ਨਹੀਂ ਹੈਗਾ, ਉਹ ਮਸਲਾ ਚਲੋ ਤੁਹਾਡਾ ਇਜਤਮਾਈ, ਉਹ ਤੁਹਾਡਾ ਆਪਣੇ ਆਪਸ ਦੇ ਮਾਮਲਾ ਤੇ, ਲੇਕਿਨ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਇਸ ਨਾਲੇ ਦੀ, ਨਾਲਾ ਆਲਰੇਡੀ ਅਗਰ ਉਹ ਬਣਾ ਵੀ ਦਿੰਦਾ, ਹੁਣ ਉਹ ਦੇਖੋ ਨਾ, ਮੈਂ ਪਿੱਛੇ ਵੇਖ ਕੇ ਆਇਆ, ਉਹਦਾ ਘਰ ਨਹੀਂ ਮੈਂ, ਉਹਨੇ ਉੱਤੇ ਇੱਕ ਸਲੇਟ ਰੱਖੀ ਹੋਈ ਆ, ਤੇ ਉਹ ਅੰਦਰ ਵੜਨ ਲਈ ਉਹਨੇ ਜਗ੍ਹਾ ਰੱਖੀ ਹੈ। ਯਾਰ ਦੱਸੋ ਨਾ, ਮਤਲਬ ਇਹਦਾ ਕੀ ਫਾਇਦਾ ਹੋਇਆ? ਜਿੱਦਤ ਤੇ ਨਹੀਂ ਨਾ ਹੈਗੀ, ਇਹ ਤਾਂ ਤੁਸੀਂ 100 ਸਾਲ ਪਿੱਛੇ ਚਲੇ ਗਏ ਹੋ, ਤੇ ਇਹ 100 ਸਾਲ ਅਸੀਂ ਖਰਾ ਸਦੀ ਚਲ ਗਏ ਆ। ਸਦੀ ਹੋ ਗਈ। ਇੱਕ ਮਕਾਨ ਬਣਾਉਣਗੇ ਔਖਾ ਨਾ, ਹਾਂਜੀ, ਇਸ ਵਾਸਤੇ ਮਿਹਰਬਾਨੀ ਕਰਕੇ ਨਾ ਇਹਦਾ ਕੋਈ ਹੱਲ ਕੀਤਾ ਜਾਏ। ਹਾਂ ਹਾਂ ਕਿਹਾ ਇਹ ਜਿਹੜਾ 50 ਸਾਲਾਂ ਸਾਡੀ ਕੁਰਸੀ ਨੀਵੀਂ ਹੋਣੀ ਸੀ, ਉਹ ਸਾਨੂੰ 2 ਘੰਟੇ ਨੀਵੀਂ ਕਰ ਦਿੱਤੀ ਗਈ। ਹਾਂ ਬਿਲਕੁਲ, ਮਤਲਬ
ਨਜ਼ਰ ਆ ਰਿਹਾ ਬਿਲਕੁਲ ਇਸੇ ਤਰ੍ਹਾਂ ਲੇਕਿਨ ਇਹ ਦੇਖੋ ਨਾ ਅਗਰ ਇਹਨੂੰ ਚਲਾ ਵੀ ਦਈਏ ਮੇਰਾ ਕੋਈ ਮਤਲਬ ਮੈਂ ਤੇ ਦੰਗ ਵਾਂ ਉਹ ਜਿਸ ਬੰਦੇ ਨੇ ਇਹਨੂੰ ਡਿਜ਼ਾਈਨ ਕੀਤਾ ਇਹਨੂੰ ਬਣਾਇਆ ਔਰ 90 ਲੱਖ ਰੁਪਈਆ ਲਾਇਆ ਤੇ ਉਹ ਮੈਨੂੰ ਸਮਝ ਨਹੀਂ ਆਉਣ ਦੀ ਨਾ ਉਹਨੇ ਇਹਦਾ ਐਂਡ ਰੱਖਿਆ ਉੱਥੋਂ ਜਾ ਕੇ ਖਾਲਾ ਖਤਮ ਹੋ ਗਿਆ ਅੱਗਿਓਂ ਕੋਈ ਪਤਾ ਨਹੀਂ ਪਾਣੀ ਕਿੱਧਰ ਜਾਣਾ ਅਗਰ ਚਲਾ ਵੀ ਲੋ ਸਪੋਜ਼ ਤੇ ਜਿੱਧਰੋਂ ਇਹ ਆ ਰਿਹਾ ਵਾ ਉਹ ਵੀ ਖਤਮ ਹੈਗੀ ਕਹਾਣੀ ਉਧਰੋਂ ਵੀ ਕਿੱਧਰੋਂ ਆਣਾ ਪਾਣੀ ਨਾ ਮਤਲਬ ਕਿੱਧਰ ਨੂੰ ਜਾਣਾ ਕੋਈ ਸਮਝ ਨਹੀਂ ਹੈ ਜਦੋਂ ਤੁਸੀਂ ਘਰ ਨੀਵੇਂ ਆ ਤੇ ਤੁਸੀਂ ਪਾਣੀ ਕਿੱਦਾਂ ਪਾਲੋਗੇ ਤੁਸੀਂ ਬਿਲਕੁਲ ਪੂਰੇ ਪਿੰਡ ਦਾ ਪਾਣੀ ਬੰਦ ਹੋ ਗਿਆ ਇੱਧਰ ਨੂੰ ਪਾਣੀ ਇੱਥੋਂ ਇਹ ਖਾਲਾ ਬਣਨ ਦੇ ਨਾਲ ਸਾਰੇ ਪਿੰਡ ਦਾ ਪਾਣੀ ਬੰਦ ਹੋ ਗਿਆ ਫਿਲਹਾਲ। ਅੱਛਾ ਜਿਹੜਾ ਨਾਲੀਆਂ ਦਾ ਪਾਣੀ ਸੀ ਇਹ ਕਿੱਧਰ ਜਾਂਦਾ ਹੈ ਇਹ ਪਹਿਲੇ ਯਾਨੀ ਕਿ ਇਸ ਸਾਈਡ ਤੇ ਨਿਕਲਦਾ ਸੀਗਾ ਹੁਣ ਇਹ ਬਣਾਇਆ ਸੀ ਕਿ ਇੱਧਰ ਨਿਕਲੇਗਾ ਬਾਹਰਲੀ ਸਾਈਡ ਤੇ ਬਾਹਰੋਂ ਬਾਹਰ ਨਾ ਲੇਕਿਨ ਇਹ ਬਣਨ ਦੀ ਵਜ੍ਹਾ ਤੋਂ ਕਿਸੇ ਪਾਸੇ ਵੀ ਪਾਣੀ ਨਹੀਂ ਜਾ ਰਿਹਾ ਪਹਿਲੇ ਨਾਲੀਆਂ ਦਾ ਪਾਣੀ ਜਿਹੜਾ ਹੈ ਨਾ ਉਹ ਸਾਡਾ ਉਧਰ ਦੂਸਰਾ ਜਿਹੜਾ ਆ ਜ਼ਮੀਨਾਂ ਨੂੰ ਪਾਣੀ ਲੱਗਦਾ ਉਹਦੇ ਵਾਸਤੇ ਖਾਲਾ ਬਣਿਆ ਪੱਕਾ ਤੇ ਉਹਦੇ ਵਿੱਚ ਪੈਂਦਾ ਸੀ ਉਹ ਕੋਈ ਜਿਹੜਾ ਕੋਈ ਵਾਰੀ ਹੁੰਦੀ ਸੀ ਉਹ ਲਾ ਲੈਂਦਾ ਸੀ ਆਪਣੀ ਪੈਲੀ ਨੂੰ ਗੰਦਾ ਪਾਣੀ ਲੱਗਦਾ ਸੀ ਇਹ ਵੀ ਇੱਕ ਮੇਰੀ ਗੱਲ ਸੁਣੋ ਤੁਸੀਂ ਅਨਾਜ ਖਾਂਦੇ ਹੋ ਅਸੀਂ ਗੰਦਮ ਖਾਂਦੇ ਆ ਇਸ ਪੈਲੀਆਂ ਤੋਂ ਆਪਣਾ ਰਿਜ਼ਕ ਚਲਾਉਂਦੇ ਆ ਹੁਣ ਅਸੀਂ ਮਤਲਬ ਲੈਟਰੀਨਾਂ ਵਾਲਾ ਜਿਹੜਾ ਪਾਣੀ ਹੈ ਉਹ ਅਸੀਂ ਲਾਈਏ ਸਾਡੇ ਬੱਚਿਆਂ ਦੀ ਨਸ਼ੋ-ਨੁਮਾ ਤਾਂ ਠੀਕ ਨਹੀਂ ਹੋ ਰਹੀ ਸਾਡੇ ਮਤਲਬ ਇਹ ਵੀ ਇੱਕ ਜੁਰਮ ਹੈ ਇਹ ਵੀ ਇੱਕ ਗਲਤ ਗੱਲ ਹੈ ਇਹਨੂੰ ਡਿਨਾਈ ਕਰੋ ਇਹਨੂੰ ਕੰਡਮ ਕਰੋ ਦੂਸਰੀ ਗੱਲ ਕਿ ਸਾਡਾ ਤੇ ਇਹ ਆ ਕਿ ਸਾਡਾ ਪਾਣੀ ਜਿਹੜਾ ਨਾ ਇਹ ਬਾਹਰੋਂ ਬਾਹਰ ਜਾਵੇ ਕੋਈ ਸੀਗਰੇਟ ਹੋ ਗਏ ਵਿੱਚੋਂ ਜ਼ਮੀਨ ਦੇ ਵਿੱਚੋਂ ਦੀ ਪੈਪ ਦੱਬੇ ਜਾਣ ਕੋਈ ਸੇਮ ਦੇ ਵਿੱਚ ਪਾਣੀ ਮੈਂ ਸਾਡਾ ਜਾ ਕੇ ਅੱਗੇ ਅਰਜ਼ ਕੀਤੀ ਹੈ ਮੈਂ ਕਿਉਂਕਿ ਦੇਖੋ ਨਾ ਇਹ ਖਾਲਾ ਬਣਿਆ ਅਗਰ ਇਹਨੂੰ ਨਾਲੀ ਦੀ ਜਗ੍ਹਾ ਬਣਾਇਆ ਜਾਂਦਾ ਤੇ ਤੁਸੀਂ ਸਲੇਬ ਰੱਖ ਦਿੱਤੀ ਜਾਂਦੀ ਤੇ ਤੁਹਾਡਾ ਇੱਕ ਚੀਜ਼ ਹੋ ਜਾਣੀ ਸੀ ਮਤਲਬ ਆਰਕੀਟੈਕਟ ਜਿਹੜਾ ਨਾ ਜਿਹਨੇ ਇਹਨੂੰ ਡਿਜ਼ਾਈਨ ਕੀਤਾ ਜਾਂ ਜਿਨ੍ਹਾਂ ਨੇ ਕਰਵਾਇਆ ਹੈ ਉਹਨਾਂ ਨੇ ਤੇ ਫਿਰ ਜਾਂ ਤੇ ਆਰਕੀਟੈਕਟ ਨਾਲ ਵੀ ਜ਼ੁਲਮ ਕੀਤਾ ਜਾਂ ਆਰਕੀਟੈਕਟ ਨੇ ਇਹਨਾਂ ਨਾਲ ਕੀਤਾ ਤੇ ਇਹਨਾਂ ਨਾਲ ਵੀ ਹੋਇਆ ਪਿੰਡ ਵਾਲਿਆਂ ਨਾਲ ਵੀ ਕਿ 90 ਲੱਖ ਰੁਪਏ ਦੀ ਗ੍ਰਾਂਟ ਜਨਾਬ ਬੱਲੇ ਬੱਲੇ ਹੋ ਗਈ ਉਹਦੇ 'ਚ ਦੇਖੋ ਨਾ ਅਗਰ ਉੱਥੇ ਪਾਇਆ ਜਾਂਦਾ ਤੇ ਰੋਡ ਦੇ ਨਾਲ ਕੱਚੀ ਦੇ ਨਾਲ ਨਾ ਜਿੱਥੇ ਜ਼ਮੀਨ ਤੁਸੀਂ ਅਗਰ ਗੰਦਾ ਪਾਣੀ ਲਾ ਰਹੇ ਹੋ ਤੇ ਉੱਥੋਂ ਪੈਪ ਵੀ ਲੰਘ ਸਕਦਾ ਉਹ ਜਾ ਕੇ ਸੇਮ 'ਚ ਪੈ ਸਕਦਾ ਸੇਮ ਇੱਥੋਂ ਦੂਰ ਨਹੀਂ ਹੈ ਸੇਮ ਨਜ਼ਦੀਕ ਆ ਸਾਡੇ ਸੇਮ ਇੱਥੋਂ 2 ਮਰਬਿਆਂ ਤੋਂ ਸੇਮ ਅੱਗੇ ਠੀਕ ਹੈ ਤੇ ਬਾਕੀ ਇੱਥੇ ਬਾਰਿਸ਼ ਪੈ ਜਾਵੇ ਸਾਡੇ ਕੋਲ ਤਾਂ ਲੰਘ ਹੀ ਨਹੀਂ ਹੁੰਦਾ ਹੈਗਾ ਠੀਕ ਆ ਤੇ ਆਪ ਹੀ ਹਿਸਾਬ ਲਾ ਲਓ ਪਾਣੀ ਲੰਘ ਜੂਗਾ ਇੱਥੋਂ ਬਾਰਿਸ਼ ਪੈ ਜਾਊਗੀ ਠੀਕ ਆ ਅੱਗੇ ਸਗੋਂ ਅਸੀਂ ਸਕੂਨ 'ਚ ਸੀਗੇ ਇਹ ਖਾਲਾ ਨਹੀਂ ਸੀ ਬਣਿਆ ਆ ਨਹੀਂ ਸੀ ਪਈ ਭਰਤੀ ਤੇ ਪੱਕੀ ਸੀਗੀ ਥੱਲੇ ਬੰਦਾ ਲੰਘ ਜਾਂਦਾ ਸੀ ਬਾਰਿਸ਼ ਦਾ ਪਾਣੀ ਪੈਲੀਆਂ ਚਲੇ ਜਾਂਦਾ ਸੀ ਅਤੇ ਉਹ ਮਤਲਬ ਜਦੋਂ ਬਾਰਿਸ਼ ਆਂਦੀ ਹੁਣ ਬੱਚਿਆਂ ਦਾ ਵੀ ਮਾਮਲਾ ਤੁਹਾਡੇ ਮਤਲਬ ਬੱਚੇ ਖੇਡ ਨਹੀਂ ਸਕਦੇ ਅਗਰ ਸਪੋਜ਼ ਇਹ ਚੱਲ ਵੀ ਜਾਵੇ ਤੇ ਜਾਨੀ ਨੁਕਸਾਨ ਵੀ ਬੱਚੇ ਖੇਡ ਸਕਦੇ ਅਸੀਂ ਮੋਟਰਸਾਈਕਲ ਲੈ ਕੇ ਇਹਨੂੰ ਤੁਸੀਂ ਬੰਦ ਹੀ ਨਹੀਂ ਕੀਤਾ ਉੱਪਰੋਂ ਠੀਕ ਆ ਇਹਨੂੰ ਤੁਸੀਂ ਬੰਦ ਹੀ ਨਹੀਂ ਕੀਤਾ ਕੋਈ ਸਪੋਜ਼ ਕੋਈ ਗਲਤੀ ਨਾਲ ਬੱਚਾ ਲੰਘ ਜਾਵੇ ਤੇ ਬੰਦ ਵੀ ਨਹੀਂ ਬੰਦ ਕਰਨ ਤੇ ਬੜੀ ਦੂਰ ਦੀ ਗੱਲ ਉਹਨੂੰ ਤੇ ਬੜੀ ਜਿੱਦਤ ਆ ਜਾਂਦੀ ਹੈ ਇਹ ਬਣਿਆ ਮਤਲਬ ਇਹਨੂੰ ਸੀਮੈਂਟ ਲੱਗਾ ਇੱਟਾਂ ਲੱਗੀਆਂ ਰੇਤ ਲੱਗੀ ਆ ਮਤਲਬ ਮਜ਼ਦੂਰੀਆਂ ਲੱਗੀਆਂ ਵਾ ਹੁਣ ਜਿਨ੍ਹਾਂ ਨੇ ਲੰਘਣਾ ਵਾ ਉਹ ਜਿੱਥੋਂ ਦੀ ਦਰਵਾਜ਼ਾ ਜਿਹਦਾ ਹੈਗਾ ਉੱਥੇ ਦੀ ਮਿੱਟੀ ਸੁੱਟਦਾ ਵਾ ਢਾਤਾ ਜਾਂ ਮਿੱਟੀ ਸੁੱਟ ਦਿੱਤੀ ਉਹ ਆਪਣਾ ਨੇ ਮਜਬੂਰੀ ਜਾਨਵਰ ਨਗਾਉਣ ਵਾਸਤੇ ਮੱਝਾਂ ਨਗਾਉਣ ਵਾਸਤੇ ਆਪਣੇ ਉਹਨਾਂ ਨੇ ਤੇ ਆਪਣਾ ਉਹਨਾਂ ਨੇ ਸੱਦੇਵਾਬ ਕਰਨਾ ਹੀ ਆ ਕੋਈ ਨਾ ਠੀਕ ਕੀ ਸਮਝਦਾ ਸਰ ਇੱਕ ਗੱਲ ਜਨਾਬ ਇੱਥੇ ਖੜੇ ਆ ਨਾ ਜਿਸ ਜਗ੍ਹਾ ਤੇ ਖਾਲੇ ਦੀ ਗੱਲ ਹੋਣ ਰਹੀ ਹੈ ਲੇਕਿਨ ਇੱਕ ਭਾਈ ਹੁਣੀ ਕਹਿ ਰਹੇ ਆ ਕਿ ਇਹਦੇ 'ਚ ਹੋਰ ਵੀ ਇੱਕ ਫੈਕਟ ਹੈਗਾ ਉਹ ਫੈਕਟ ਇਹ ਹੈ ਕਿ ਇੱਥੇ ਕੁਝ ਲੋਕਾਂ ਨੇ 3-4 ਘਰਾਂ ਨੇ ਮਿਲ ਕੇ ਜਦੋਂ ਇਹ ਚੱਲ ਰਿਹਾ ਸੀ ਇਹਦਾ ਪ੍ਰੋਸੈਸ ਤੇ ਉਹਦੇ 'ਚ ਇਹਨਾਂ ਇੱਕ ਸਟੇ ਲੈ ਲਿਆ ਸੀ ਉਹ ਸਟੇ ਦੇ ਹਵਾਲੇ ਨਾਲ ਵੀ ਗੱਲ ਕਰਦੇ ਕਿ ਉਹ ਕਿਉਂ ਲਿਆ ਔਰ ਇਹ ਭਾਈ ਮਤਲਬ ਸਾਰੀ ਗੱਲ ਸਾਨੂੰ ਦੱਸਣਗੇ ਕਿ ਉਹਨਾਂ 3 ਬੰਦਿਆਂ ਨੇ 3 ਘਰਾਂ ਨੇ ਸਟੇ ਕਿਉਂ ਲਿਆ ਕਿਉਂਕਿ ਸਾਰੇ ਮੁਹੱਲੇ ਨੂੰ ਆਵਾਜ਼ਾਰ ਔਰ ਡਿਸਟਰਬ ਕੀਤਾ ਦੂਸਰੀ ਗੱਲ ਇਹ ਆ ਕਿ ਇਹ ਜਿਹੜਾ 1.5 ਕਿਲੋਮੀਟਰ ਦੇ ਬਾਈ ਦੇ ਵਿੱਚ ਸਿਰਫ ਖਾਲਾ ਉਹ ਵੀ 90 ਲੱਖ ਰੁਪਏ ਦੇ ਵਿੱਚ ਕਹਿੰਦੇ ਜੀ ਕਿ ਹੋਰ ਵੀ ਚੀਜ਼ਾਂ ਹੋਈਆਂ ਉਹ ਵੀ ਜ਼ਰਾ ਐਕਸਪਲੇਨ ਕਰ ਦੇਣਗੇ ਜੀ ਸਰ ਜਿਹੜਾ ਖਾਲਾ ਬਣਿਆ ਨਾ ਜੀ ਇਹ ਜਦੋਂ ਬਣਦਾ ਪਿਆ ਸੀ ਤਕਰੀਬਨ ਮਹੀਨੇ ਦੇ ਅੰਦਰ ਅੰਦਰ ਮੇਰੇ ਖਿਆਲ ਖਾਲਾ ਬਣਿਆ ਮਹੀਨੇ ਦੇ ਅੰਦਰ ਅੰਦਰ ਉੱਥੇ ਤੱਕ ਬਣ ਗਿਆ ਸੀਗਾ ਠੀਕ ਹੋ ਗਿਆ ਅੱਗੇ ਸਟੇ ਲੈ ਲਿਆ ਉਹਨਾਂ ਨੇ ਤਕਰੀਬਨ 3 ਤੋਂ 4 ਘਰ ਉਹ ਸਟੇ ਕਿਸ ਚੀਜ਼ ਦਾ ਆਇਆ ਜੀ ਸਿਰਫ ਚੰਦ ਅੱਗੇ ਥੜੇ ਆ 2-3 ਬਸ ਸਿਰਫ ਜਿੱਦਾਂ ਅੱਗੇ ਰੈਂਪ ਨਹੀਂ ਬਣਾਏ ਹੁੰਦੇ ਥੜੇ ਅਸੀਂ ਕੀ ਥੜੇ ਨਹੀਂ ਤੋੜਨੇ ਉਹਦਾ ਕਰਕੇ ਉਹਨਾਂ ਸਟੇ ਲੈ ਆਂਦਾ ਉਹਨਾਂ ਦਾ ਆਪਣਾ ਜ਼ਾਤੀ ਇੱਕ ਬੰਦਾ ਵਕੀਲ ਆ ਉਹਦਾ ਕਰਕੇ ਸਟੇ ਲੈ ਆਂਦਾ ਇਹ ਖਾਲਾ ਉਹਦੀ ਵਜ੍ਹਾ ਤੋਂ ਫਿਰ ਵੀ ਰੁਕਿਆ ਨਹੀਂਗਾ ਚਾਲੂ ਰਿਹਾ ਉਹ ਆਖਰੀ ਨੁੱਕਰ ਤੱਕ ਬਣ ਗਿਆ ਉੱਥੋਂ ਖਾਲਾ ਫਿਰ ਰੋਕ ਦਿੱਤਾ ਗਿਆ ਅੱਗੇ ਨਹੀਂ ਮੁੜਦਾ ਸੀ ਕਿਉਂ ਅੱਗੋਂ ਸਟੇ ਲੈ ਆਂਦਾ ਉਹਨਾਂ ਨੇ ਉਹ ਵਜ੍ਹਾ ਕੀ ਬਣੀ ਕਿ ਉਹਨਾਂ ਨੇ ਕਿਉਂ ਸਟੇ ਲਿਆਂਦਾ ਉਹ ਤੁਹਾਨੂੰ ਦੱਸਿਆ ਥੜੇ ਅੱਗੇ ਆ ਗਿਆ ਯਾਨੀ ਉੱਚਾ ਸੀ ਨਾ ਉਹਨਾਂ ਦੇ ਘਰ ਉਹਨਾਂ ਦੇ ਅੱਗੇ ਉੱਚਾ ਨਹੀਂ ਸੀ ਉਹਨਾਂ ਦੇ ਅੱਗੇ ਬੜੇ ਸੋਹਣੇ ਤਰੀਕੇ ਨਾਲ ਥੜੇ ਬਣਾਏ ਹੋਏ ਸੀ ਉਹ ਅੱਗੇ ਬਣਾਏ ਥੜੇ ਬਣਾਏ ਹੋਏ ਹਾਲਾਂਕਿ ਗੈਰ ਕਾਨੂੰਨੀ ਆ ਉਹ ਥੜੇ ਗੈਰ ਕਾਨੂੰਨੀ ਆ ਉਹ ਥੜੇ ਤੋੜਨਾ ਨਹੀਂ ਸੀ ਚਾਹੁੰਦੇ ਔਰ ਉਹਨਾਂ ਦੀ ਵਕੀਲ ਹੋਣ ਦੇ ਨਾਤੇ ਉਹਨੇ ਆਪਣਾ ਵੈਲਿਊ ਦਿਖਾਈ ਆਪਣੀ ਕਿ ਮੈਂ ਵਕੀਲ ਆ ਜੀ ਉਹਨੇ ਆਪਣਾ ਸਟੇ ਲਿਆ ਚਲੋ ਇਹ ਤੇ ਕਿ ਹੈਗੀ ਮਹੱਲੇਦਾਰੀ ਦੀ ਗੱਲ ਕਿ ਤੁਸੀਂ ਬੈਠ ਕੇ ਜਿਹਨੂੰ ਸੋਲਵ ਕਰ ਸਕਦੇ ਹੋ ਤੁਸੀਂ ਸਟੇ ਟੁੱਟ ਵੀ ਜਾਏਗਾ ਹਾਲ ਇਹ ਜਿਹੜਾ ਖਾਲਾ ਜਦੋਂ ਖਾਲਾ ਸਰ ਬਣਿਆ ਵਾ ਇਹ ਸਾਰੇ ਮੁਹੱਲੇ ਇਕੱਠੇ ਹੋ ਕੇ ਬਣਿਆ ਹਰ ਬੰਦੇ ਦੇ ਮਸਲਾ ਮਸ਼ਵਰੇ ਨਾਲ ਬਣਿਆ ਕਿਸੇ ਨੂੰ ਬੰਦਾ ਗਾਲਾ ਮੁੱਕਰ ਜਾਵੇ ਲੈਦਾ ਗੱਲ ਲੇਕਿਨ ਸਾਰੇ ਮਸ਼ਵਰੇ ਨਾਲ ਬਣਿਆ ਖਾਲਾ ਅਗਰ ਪਾਣੀ ਦੀ ਸਤ੍ਹਾ ਅੱਗੇ ਉੱਚੀ ਆ ਨਾ ਪਾਣੀ ਅੱਗੇ ਸਤ੍ਹਾ ਉੱਚੀ ਆ ਤਾਂ ਖਾਲਾ ਵੈਸੇ ਇੱਥੇ ਹੀ ਬਣਨਾ ਸੀ
ਹੋਰ ਪਾਣੀ ਦਾ ਪੂਰੇ ਪਿੰਡ ਦਾ ਪਾਣੀ ਕਿਸੇ ਪਾਸੇ ਪੈਣ ਵਾਲੀ ਜਗ੍ਹਾ ਨਹੀਂ, ਕੋਈ ਦੱਸ ਰਿਹਾ ਬੰਦਾ ਪੈਣ ਵਾਲਾ ਪਾਣੀ ਕਿਤੇ ਪਾਣੀ ਪੈਣਾ ਨਹੀਂ, ਉਹਦੇ ਨਾਲ ਸਿਰਫ 6 ਇੰਚ ਲਿਆ ਫਾਸਲਾ ਜੀ ਪਾਣੀ ਦਾ, ਸਿਰਫ 6 ਇੰਚ, ਉਥੋਂ ਜਿੱਥੇ ਪਾਣੀ ਪਾਇਆ ਨਾ ਵਿੱਚ ਇੰਨਾ ਉੱਚਾ ਪਾਣੀ, ਸਿਰਫ ਇੰਨਾ ਉੱਚਾ ਪਾਣੀ ਹੈ ਜੀ 6 ਇੰਚ ਵਾ। ਜੇ ਅਗਰ ਅਸੀਂ ਉੱਚਾ ਕਰਦੇ ਨਾ 1 ਫੁੱਟ ਵੀ ਤੇ ਪਾਣੀ ਅਗਲੇ ਖਾਲੇ 'ਚ ਨਹੀਂ ਪੈਣਾ। ਪੈਣਾ ਨਹੀਂ ਫਿਰ ਤੇ ਤੁਸੀਂ ਹੁਣ ਕਹਿ ਰਹੇ ਕਿ ਇਹਦਾ ਸਟੇ ਟੁੱਟ ਗਿਆ ਤੇ ਉਸ ਤੋਂ ਬਾਅਦ ਇਹਨੂੰ ਫਿਰ ਹੁਣ ਇਹਦੀ ਕੋਈ ਗ੍ਰਾਂਟ ਮਿਲੇਗੀ, ਕੋਈ ਦਾ ਵਾਲੀਬਾਸ ਬਣੇਗਾ, ਕੋਈ ਠੇਕੇਦਾਰ ਆਏਗਾ ਤਾਂ ਫੇਰ ਹੀ ਗਾਂ ਚੱਲੇਗਾ। ਸਰ ਇਹਦੇ 'ਚ ਨਾ ਇੱਕ ਜਿਹੜਾ ਸਾਨੂੰ ਨੌਲੇਜ ਹੈ ਕਿਉਂਕਿ ਇਹਦੇ 'ਚ ਕਿ 90 ਲੱਖ ਰੁਪਏ ਸਿਰਫ ਖਾਲੇ ਦਾ 90 ਲੱਖ ਖਾਲੇ ਦਾ ਖਾਲੇ ਨਿਕਾ ਦਾ ਇਕੱਲੇ ਦਾ ਇਹ ਪੂਰੇ ਪਿੰਡ ਦੇ ਵਿੱਚ ਜਿੰਨੇ ਸੋਲੰਗ ਲੱਗੇ ਉਹ ਵੀ ਲਗਵਾ ਕੇ ਦਿਖਾ ਸਕਦੇ ਆ। ਇਹ ਪਿੰਡ ਦੀ ਅੰਦਰਲੀ ਸਾਈਡ ਤੇ ਸੋਲੰਗ ਨਵੇਂ ਲਵਾਏ ਆ। ਇਹ ਤੋੜ ਇੱਥੋਂ ਲਾ ਕੇ ਉਹ ਡੇਰੇ ਤੋਂ ਲਾ ਕੇ ਤੋੜ ਉਹ ਬਾਹਰ ਤੱਕ ਸੋਲੰਗ ਲੱਗਾ ਵਾ ਨਵਾਂ। ਅੱਛਾ। ਉਸ ਤੋਂ ਬਾਅਦ ਉਹ ਪਾਲੇ ਮਹੱਲੇ ਆਪਣੇ ਕਸਾਈਆਂ ਡੋਗਰਾਂ ਦੇ ਮਹੱਲੇ ਵੀ ਇੱਕ ਪੂਰਾ ਸੋਲੰਗ ਲੱਗਾ ਜੇ। ਉਸ ਤੋਂ ਬਾਅਦ ਇਹ ਵੀ ਸੋਲੰਗ ਤਕਰੀਬਨ ਅੱਧਾ ਕੁ ਲੱਗ ਗਿਆ ਵਾ, ਤਕਰੀਬਨ ਆ ਅੱਧਾ ਜ਼ਿਆਦਾ ਤੋਂ ਜ਼ਿਆਦਾ ਹੀ ਲੱਗ ਗਿਆ। ਚਲੋ ਮੰਨ ਲਈ 90 ਲੱਖ 'ਚ ਤੁਸੀਂ ਉਹ ਸਾਰਾ ਗਣਾਤਾ, ਮੈਨੂੰ ਦੱਸੋ ਕਿ ਇਹਦਾ ਬੇੜਾ ਗਰਕ ਕਿਉਂ ਕੀਤਾ ਗਿਆ ਕਿ ਜਿਹੜੀ ਇਹਦੇ ਥੱਲੇ ਸੜਕ ਸੀ ਉਹ ਕਿੱਥੇ ਗਾਇਬ ਹੋ ਗਈ? ਸੜਕ ਸਰ ਜੀ ਘੱਟੋ ਘੱਟ ਹੋਈ ਤੇ ਮੇਰੇ ਖਿਆਲ 'ਚ 5-6 ਫੁੱਟ ਨੀਵੀਂ ਆ। ਤੇ ਫਾਇਦਾ ਕੀ ਹੋਇਆ ਕਿ ਉਹ 90 ਲੱਖ ਨਾਲ ਤੁਸੀਂ ਬਾਕੀ 6 ਘਰ ਫੁੱਟ ਸਵਾਰਦੇ ਤੇ ਨੀਵੀਂ ਆਪਣਾ ਘਰ ਗੰਦਾ ਨਹੀਂ, ਇਹ ਵੀ ਗੰਦਾ ਨਹੀਂ ਸੀ ਹੋਣਾ। ਇਹ ਅਗਰ ਠੇਕੇਦਾਰ ਰੁਕਿਆ ਰਹਿੰਦਾ ਨਾ ਇੱਥੇ ਲਗਾ ਰਹਿੰਦਾ, ਉਹ ਕੁਝ ਚੱਲਦਾ ਪਿਆ ਸੀ ਕੰਮ, ਬਾਰਿਸ਼ਾਂ ਨਹੀਂ ਹਟੀਆਂ। ਬੇਸਿਕਲ ਦੇਖ ਸਾਰੇ ਗਵਾਹ ਇੱਥੇ ਬੰਦੇ ਦੇਖ ਪੁੱਛ ਲਓ, ਸੋਲਰ ਲੱਗਾ ਆ ਰਿਹਾ ਸੀ ਸ਼ੁਰੂ ਸੀਗਾ। ਹਾਂਜੀ ਉਹ ਪਿੱਛੇ ਸੋਲੰਗ ਹੈਗਾ ਇੱਥੇ ਤੱਕ ਰੋ ਇਹ ਬਾਰਿਸ਼ਾਂ ਤਕਰੀਬਨ 8-10 ਦਿਨ ਬਾਰਿਸ਼ਾਂ ਪੈਂਦੀਆਂ ਰਹੀਆਂ ਤੇ ਪੁਲ ਕਰਨ ਲੱਗ ਪਏ, ਮਸਲਾ ਮਿੱਟੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਉਹਦੀ ਵਜ੍ਹਾ ਤੋਂ ਕੋਈ ਮਸਲਾ ਮਸਾਇਲ ਬਣ ਗਿਆ, ਫਿਰ ਇਲੈਕਸ਼ਨ ਆ ਗਿਆ, ਉਹ ਠੇਕੇਦਾਰ ਮੁੜ ਕੇ ਨਿਕਲ ਗਿਆ। ਸਮਝ ਨਹੀਂ ਆਈ ਹੋਊਗਾ ਕੀ ਮਾਜਰਾ ਬਣਿਆ, ਸਾਨੂੰ ਵੀ ਨਹੀਂ ਸਮਝ ਆਈ। ਇਹ ਹੁਣ ਯਾਨੀ ਕਿ ਪਹਿਲੇ ਤੁਹਾਡੇ ਤੋਂ ਪਹਿਲੇ ਜਿਹੜੇ ਇਹ ਲੱਗਣਾ ਵਾ, ਲੇਕਿਨ ਉਹਨਾਂ ਦਾ ਕਹਿਣਾ ਜੀ ਇਹ ਲੱਗਣਾ ਵਾ। ਜਿਨ੍ਹਾਂ ਨਾਲ ਵੀ ਗੱਲ ਹੋਈ ਆ ਉਹ ਤੇ ਇਸ ਚੀਜ਼ ਦਾ ਉਹਨਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਕਿ ਯਾਰ ਉਹ ਸਾਡੀਆਂ ਦੀ ਨਵੇਂ ਭਰਤੀਆਂ ਅੱਜ ਕੱਲ੍ਹ ਰੋਟੀ ਪੂਰੀ ਕਰਨੀ, ਔਰ ਇਹ ਵੀ ਗੱਲ ਬਿਲਕੁਲ ਜੈਨੂਇਨ ਆ ਕਿ ਅੱਜ ਕੱਲ੍ਹ ਖਰਚੇ ਪੂਰੇ ਕਰਨਾ ਬੜਾ ਮੁਸ਼ਕਿਲ ਹੈ। ਬੇਸਿਕਲੀ ਹੁਣ ਦੇਖੋ ਨਾ ਕਿ ਜਿਸ ਬੰਦੇ ਨੇ ਵੀ ਇਹ ਜ਼ਿੰਮੇਵਾਰੀ ਚੱਕੀ ਹੈ ਖਾਲੇ ਦੀ ਜਾਂ ਬੀਟੀ ਦੀ, ਮੇਰੇ ਖਿਆਲ 'ਚ ਆਪਣੇ ਕਿਸੇ ਦੇ ਜਿੰਨੀ ਪਹੁੰਚ ਹੀ ਨਹੀਂ ਹੈਗੀ ਕਿ ਆਪਾਂ ਇੰਨੀ ਇੱਕ ਮਿੱਟੀ ਲਵਾ ਸਕੀਏ ਜਾਂ ਇੱਕ ਕਿਸ ਬੰਦੇ ਨੇ ਚੱਕੀ ਸਰ ਜ਼ਿੰਮੇਵਾਰੀ ਉਹ ਬੰਦਾ ਖਲੋਤਾ ਸਾਹਮਣੇ ਉਹ ਚੱਕੀ ਹੋਈ। ਉਹਦੇ ਤੋਂ ਵੀ ਚੱਲ ਜਾਂਦੇ ਆ ਹਾਂਜੀ ਪੁੱਛ ਲੈਂਦੇ ਠੀਕ ਹੋ ਗਿਆ ਜੀ। ਤੇ ਬੇਸਿਕਲ ਮੇਰੇ ਖਿਆਲ 'ਚ ਜਿਵੇਂ ਰੋਡ ਬਣਨਾ ਨਾ ਔਰ VIP ਸੋਹਣਾ ਬਣਿਆ ਔਰ ਬਿਹਤਰੀਨ ਬਣੇਗਾ ਇਨਸ਼ਾਅੱਲਾ। ਇਹ ਤੁਹਾਡੀ ਅਸੈਸਮੈਂਟ ਆ ਕਿ ਹਾਂ ਸੋਹਣਾ ਬਣੇ ਜਦੋਂ ਗ੍ਰਾਂਟ ਆਊਗੀ ਫਿਰ ਬਣੇ। ਔਰ ਇਹ ਅੱਜ ਤੋਂ 10 ਸਾਲ ਪੁਰਾਣਾ 10 ਸਾਲ ਅੱਗੇ ਚੱਲ ਜਾਓ, ਉਹ ਸੋਚਿਆ ਗਿਆ ਵਾ ਕਿ ਜਿੰਨੇ ਵੀ ਬਾਦੀ ਇੱਧਰ ਬਣਨੀ ਆ ਨਾ ਪਾਲੀ ਸਾਈਡ ਤੇ ਉਹਨਾਂ ਨੂੰ ਆਪਣੀ ਪਾਲੀ ਕੌਣ ਪਾਣੀ ਪਾਉਣ ਦਊਗਾ, ਕੋਈ ਪਾਉਣ ਦਿੰਦਾ? ਇਹ ਜਿਹੜੀ ਤੁਸੀਂ ਗੱਲ ਕਰ ਇਹਦੇ 'ਚ ਪਏਗਾ। ਹੁਣ ਮੈਂ ਵੀ ਇਸੇ ਪਾਕਿਸਤਾਨ 'ਚ ਹੀ ਰਹਿਣਾ, ਹਾਂਜੀ ਇਸੇ ਗਲੀਆਂ ਮਹੱਲਿਆਂ 'ਚ ਰਹਿਣਾ। ਮੈਨੂੰ ਇੱਕ ਜਿਹੜੀ ਤੁਸੀਂ ਮਾਸ਼ਾਅੱਲਾ ਬੜੀ ਅੱਛੀ ਇੱਕ ਸਪੀਚ ਕੀਤੀ ਹੈ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਇਹ ਵੀ ਯਕੀਨ ਹੈ ਕਿ ਗ੍ਰਾਂਟ ਆ ਜਾਏਗੀ? ਅੱਲਾ ਦੇਗਾ ਇਨਸ਼ਾਅੱਲਾ। ਅੱਲਾ ਤੇ ਬਹੁਤ ਕੁਝ ਦਿੰਦਾ ਵਾ, ਕੋਸ਼ਿਸ਼ ਕਰਕੇ ਹੀ ਆ। ਕੋਸ਼ਿਸ਼ ਕਰ ਗਏ ਨਾ। ਫਿਰ ਇੱਕ ਸਿਸਟਮ ਖਰਾਬ ਹੋ ਗਿਆ, ਤੁਸੀਂ ਉਸ ਚੀਜ਼ ਨੂੰ ਨਹੀਂ ਲੈ ਰਹੇ। ਤੁਸੀਂ ਮੈਨੂੰ ਅਗਲੀ ਜਿਹੜੀ ਡਿਵੈਲਪਮੈਂਟ ਹੈ ਨਾ ਤੁਸੀਂ ਮੈਨੂੰ ਉਹ ਦੱਸਣ ਡਏ ਹੋ ਕਿ ਇਹ ਇਦਾਂ ਹੋ ਜਾਏਗਾ। ਤੁਹਾਡੇ ਕੋਲ ਸ਼ਾਇਦ ਮੇਬੀ ਤੁਹਾਡਾ ਕੋਈ ਮਤਲਬ ਇਹਦੇ 'ਚ ਹੋਏਗਾ ਨਹੀਂ ਜੀ, ਮੇਰਾ ਕੋਈ ਨਹੀਂ ਲੱਗਾ। ਮੈਂ ਗੱਲ ਕਰ ਰਿਹਾ ਲੇਕਿਨ ਇਹਦੇ 'ਚ ਮੈਨੂੰ ਇੱਕ ਗੱਲ ਦੱਸੋ, ਇੱਕ ਚੀਜ਼ ਮਤਲਬ ਖਰਾਬ ਕਰ ਦਿੱਤੀ ਗਈ ਹੈ ਸਰ, ਮੈਂ ਉਹ ਪਿੱਟ ਰਿਹਾ। ਤੁਸੀਂ ਕਹਿੰਦੇ ਕਿ ਉਹਨਾਂ ਨੇ ਸਟੇ ਲੈ ਲਿਆ, ਤੁਸੀਂ 20 ਬੰਦੇ ਹੋ, 3 ਘਰ ਆ, ਤੁਸੀਂ 20 ਘਰ ਆ, ਤੁਸੀਂ ਸਟੇ ਨਹੀਂ ਤੜਵਾਇਆ। ਇਹ ਤੇ ਜ਼ੇਦ ਆ ਨਾ। ਇਹ ਭਾਈ ਟੁੱਟ ਗਿਆ ਵਾ। ਅੱਛਾ ਫਿਰ ਕਿਉਂ ਨਹੀਂ ਇਹਨੂੰ ਕਰਵਾ ਰਹੇ ਮਰਮਤ? ਜਿਹੜਾ ਪੈਸੇ ਹੈਗੇ ਉਹ ਪੁੱਛੋ ਤੇ ਸਹੀ ਕਿਸੇ ਨੂੰ। ਸਟੇ ਟੁੱਟ ਗਿਆ ਸਰ। ਹੁਣ ਜਿਹੜੀ ਠੇਕੇਦਾਰ ਨਵਾਂ ਆਏਗਾ ਤੁਸੀਂ ਪੁੱਛਿਆ ਪੈਸਿਆਂ ਦਾ ਪੁੱਛਿਆ, ਲੇਕਿਨ ਉਸ ਬੰਦੇ ਕੋ ਬਿਹਤਰ ਪਤਾ ਲੱਗੇਗਾ ਜਿਹਨੇ ਜ਼ਿੰਮੇਵਾਰੀ ਚੱਕੀ ਹੈ। ਉਹਦਾ ਨਾਮ ਮਤਲਬ ਪਰੇਸ਼ਾਨ ਕਿਉਂ ਹੋ ਤੁਸੀਂ ਪੁੱਛਦੇ ਕਿਉਂ ਨਹੀਂ? ਪਰੇਸ਼ਾਨ ਨਹੀਂ ਹੈਗੇ, ਬਿਹਤਰੀਨ ਰਸਤਾ ਬਣਿਆ ਲੰਘਦਾ ਪਿਆ ਜੀ। ਇਹ 6 ਫੁੱਟ ਨੀਵਾ ਸੀ ਥੱਲੇ, 6 ਫੁੱਟ ਨੀਵਾ ਸੀਗਾ। ਖੜੇ ਸੀਗੇ, ਹੁਣ ਤੁਸੀਂ ਕਹਿੰਦੇ ਬਿਹਤਰੀਨ, ਤੁਸੀਂ ਕਹਿ ਰਹੇ ਹੋ ਬਾਹਰ ਬੰਦੇ ਜਿੰਨੇ ਪਹਿਲੇ ਲੇਕਿਨ ਸਾਰੇ ਬੰਦੇ ਗਵਾਹ ਪੁੱਛ ਲਓ ਮਹੱਲੇ ਦੇ ਸਾਰੇ ਕਹਿੰਦੇ ਜੀ ਕਿ ਸਾਡੇ ਬੱਚੇ ਜਦੋਂ ਇੱਥੇ ਮਿੱਟੀ ਬਾਰਿਸ਼ ਪੈ ਪੈ ਰਹੀ ਜਾਂਦੀ ਆ ਤੇ ਮਸਲਾ ਖਰਾਬ ਹੋ ਜਾਂਦਾ। ਬਾਰਿਸ਼ ਤੇ ਸਰ ਜੀ, ਬਾਰਿਸ਼ ਤੇ ਅੱਜ ਤੋਂ 10 ਸਾਲ ਪਿੱਛੇ ਪਈ ਤੇ ਉਦੋਂ ਵੀ ਇੱਥੇ ਮਸਲਾ ਹੀ ਸੀਗਾ ਤੇ ਹੁਣ ਵੀ ਪੈ ਜਾਵੇ, ਹੁਣ ਵੀ ਮਸਲਾ ਹੀ ਸੀਗਾ। 20 ਸਾਲ ਬਾਅਦ ਵੀ ਅਗਰ ਆਪਾਂ ਇਦਾਂ ਹੀ ਸੋਚਾਂਗੇ ਤੇ ਫਿਰ 20 ਸਾਲ ਮੈਂ ਉਹੀ ਗੱਲ ਕਰਦਾ ਨਾ ਕਿ ਪਹਿਲੇ ਵੀ ਇਹੀ ਮਸਲਾ ਸੀ ਇੱਥੇ। ਪਹਿਲੇ ਕੋਈ ਬੰਦਾ ਇੱਧਰਲੇ ਪਾਸੋਂ ਕੋਈ ਗੱਡੀ ਲਿਆ ਸਕਦਾ, ਮੈਨੂੰ ਦੱਸੋ ਕੋਈ ਗੱਡੀ ਆਉਂਦੀ ਸੀ? ਨਹੀਂ ਸੀ ਆਉਂਦੀ। ਹੁਣ ਫਿਰ ਵੀ ਗੱਡੀ ਘਰ ਆ ਜਾਂਦੀ ਹੈ। ਹੁਣ ਕੋਈ ਟਰੱਕ ਜਿਹੜਾ ਮਾਜੀ ਜਿਹਨੇ ਮਾਜੀ ਟਰੱਕ ਦੇ ਹਾਲ ਵਿੱਚ ਆਉਂਦੇ ਆ, ਉਹਦਾ ਤਾਂ ਟਰੱਕ ਵੱਜਦਾ ਵੀ ਕੋਈ ਨਹੀਂ ਸੀ ਆਉਂਦਾ। ਘੱਟੋ ਘੱਟ 8 ਫੁੱਟ ਉੱਚੀ ਨਾ ਉੱਥੇ ਪੁਲੀ ਬਣੀ ਸੀ, 8 ਫੁੱਟ। ਪਿੱਛੇ ਹੈਗੀ 3 ਫੁੱਟ ਸੀਗੀ, ਅੱਗੇ 8 ਫੁੱਟ ਸੀਗੀ। ਠੀਕ ਹੋ ਗਿਆ ਬਸ। ਮੈਂ ਜਿਹੜੀਆਂ ਚੀਜ਼ਾਂ ਹੁਣ ਜੇ ਅਗਰ ਫਰਕ ਕਰੋ ਉਹ ਉੱਥੇ ਅਗਲੇ ਪਾਸੇ ਇੱਕ ਬੰਦਾ ਹੋਰ ਪੁਲੀ ਨਾਲ ਆ ਕਿਹੜਾ ਫਿਰ ਇਸ ਆ ਗਿਆ ਅਗਲੇ ਪਾਸੇ ਉਹ ਬੰਦੇ ਦੀ ਇੱਧਰ ਪੁਲੀ, ਅਗਰ ਇੱਥੋਂ ਕੋਈ ਬੰਦਾ ਵੀ ਪੁਲੀ ਨੂੰ ਪੈਰ ਪਾਵੇ, ਪਿੱਛੇ ਸਾਡੀ ਨਾਲੀ ਹੈ ਨਹੀਂ, ਪਿਛਲੀ ਸਾਈਡ ਉਹ ਦੁਕਾਨ ਤੋਂ ਪਿੱਛੇ ਨਾਲੀ ਹੈ ਨਹੀਂ, ਕੋਈ ਬੰਦਾ ਵੀ ਉਧਰੋਂ ਪੈਪ ਕੱਢ ਕੇ ਇੱਧਰਲੇ ਪਾਸੇ ਪਾਵੇ ਐਸ ਨਾਲੀ ਹੈ, ਦੱਸੋ ਉੱਥੋਂ ਲੰਘ ਹੋਏਗਾ? ਤਾਂ ਫਿਰ ਉਹ ਮਿੱਟੀ ਫਾਇਦੇ ਸੀ ਜਾਂ ਪੁਲੀ ਫਾਇਦੇ ਸੀ? ਉਹ ਤਾਂ ਲੰਘਣ ਨੂੰ ਆਜ਼ਾਬ ਹੋ ਗਿਆ। ਓਏ ਆਓ ਜੀ ਮੀਆਂ ਸਾਹਿਬ, ਲੋ ਬੰਦਾ ਆ ਗਿਆ ਜਨਾਬ ਤੁਹਾਡਾ। ਬੰਦਾ ਮੇਰਾ ਆ ਗਿਆ। ਉਧਰ ਕਰ ਕੈਮਰਾ ਜਰਾ। ਮੀਆਂ ਸਾਹਿਬ ਕੀ ਹਾਲ? ਮੀਆਂ ਸਾਹਿਬ ਨਹੀਂ ਇਦਾਂ ਨਹੀਂ ਤਾਂ ਨਹੀਂ ਪਹਿਲੇ ਮੌਕਾ ਮੁਹੱਬਤਾਂ ਉਹ ਮੁਹੱਬਤਾਂ ਨਹੀਂ ਮੁਹੱਬਤਾਂ ਕੀ ਉਹ ਮੁਹੱਬਤਾਂ ਪਤਾ ਲੱਗਣ ਡਿਆ ਬਾਹਰ ਰਿਕਾਰਡਿੰਗ ਕਰ ਲਈ। ਮੈਂ ਸਰ ਮੇਰਾ ਮੌਕਾ ਹੈ ਦੇਖੋ, ਇਹ ਤੁਹਾਡਾ ਸਾਰਾ ਇਜਤਮਾਈ ਮਾਮਲਾਤ ਹੈਗੇ ਆ, ਆਲ ਨਾਲ ਤੁਸੀਂ ਹੋ, ਕਿਉਂਕਿ ਜਿਹੜੀ ਪਹਿਲੇ ਮੇਰੀ ਗੱਲ ਹੋ ਚੁੱਕੀ ਆ ਉਹਦੇ 'ਚ
ਤੁਹਾਨੂੰ ਹੀ ਜ਼ਿੰਮੇਦਾਰ ਕਰਾਂਗਾ। ਇਹ ਜਿਹੜਾ ਨਾਲਾ ਬਣਿਆ ਨਾ, ਇਹ ਸਰ 90 ਲੱਖ ਰੁਪਏ ਦੀ ਗ੍ਰਾਂਟ ਹੈ। ਇਸੇ ਤਰ੍ਹਾਂ ਹੀ ਨਹੀਂ ਜੀ, ਹਾਂਜੀ 75 ਲੱਖ ਰੁਪਏ ਦੀ ਗ੍ਰਾਂਟ, ਹਾਂ 75 ਲੱਖ ਰੁਪਏ ਦੀ ਗ੍ਰਾਂਟ ਆ। ਅੱਛਾ ਇਹ ਨਾਲਾ ਰੁਕਿਆ ਵਾ ਸਟੇ ਦੀ ਵਜ੍ਹਾ ਨਾਲ, ਉਹ ਸਟੇ ਹੋਇਆ ਉਹਦੀ ਵਜ੍ਹਾ ਨਾਲ ਨਾਲਾ ਰੁਕਿਆ ਵਾ, ਉਹਦਾ ਕਰਕੇ ਇਸ਼ੂ ਆ, ਹੋਰ ਕੋਈ ਇਸ਼ੂ ਨਹੀਂ। ਜਿੱਥੇ ਕੋਈ ਟੁੱਟ ਭੱਜ ਆ, ਉਹ ਜਿਹੜਾ ਠੇਕੇਦਾਰ ਉਹ ਉਹਨਾਂ ਨੂੰ ਦੁਬਾਰਾ ਰਿਪੇਅਰ ਕਰਨ ਦਾ ਪ੍ਰਬੰਧ ਆ। ਦੇਖੋ ਨਾ, ਹੁਣ ਪਿੱਛੇ ਅਸੀਂ ਟੁੱਟ ਭੱਜ ਦੀ ਸਾਰੀ ਵੇਖ। ਹਾਂਜੀ। ਅੱਛਾ ਦੂਸਰੀ ਗੱਲ ਸਰ, ਸੌਰੀ, ਇਹ ਜਿਹੜਾ ਮਤਲਬ ਇਹ ਜਿਹੜੇ ਪਰਲੇ ਘਰ ਆ, ਹਾਂਜੀ। ਜਿਹੜੇ 4 5 6 7 8 ਘਰ ਬਣੇ ਆ, ਹਾਂਜੀ। ਉਹ ਘਰ ਨੀਵੇਂ ਹੋ ਗਏ। ਨਹੀਂ, ਉਹ ਸਾਡੇ ਘਰ ਆ, ਅਸੀਂ ਆਪਣੀ ਰਜ਼ਾਮੰਦੀ ਨਾਲ ਬਣਾਇਆ ਵਾ, ਕਿਸੇ ਦਾ ਕੋਈ ਇਤਰਾਜ਼ ਨਹੀਂ। ਅੱਛਾ ਹਾਂਜੀ, ਠੀਕ ਹੋ ਗਿਆ। ਤੇ ਇਹਦਾ ਜਿਹੜਾ ਉਧਰੋਂ ਪਾਣੀ ਦਾ ਨਿਕਾਸ ਆ, ਉਹ ਤੇ ਖਤਮ ਹੋ ਗਿਆ। 3 ਘਰਾਂ ਦੇ ਸਟੇਜ ਤੇ ਉੱਤੇ ਸਰ ਤੁਸੀਂ ਮਾਸ਼ਾਅੱਲਾ ਪਹੁੰਚੇ ਹੋਏ ਬੰਦੇ ਹੋ, ਤੁਸੀਂ ਤੇ ਤੜਾ ਸਕਦੇ ਹੋ ਸਟੇਜ। ਨਹੀਂ ਸਟੇ ਕਰਤਾ ਉਹਨਾਂ ਤਰਾ ਸਕਦੇ, ਕਾਨੂੰਨੀ ਤਰੀਕਾਕਾਰ ਆ, ਉਸ ਨਾਲ ਸਰ ਠੇਕੇਦਾਰ ਕਾਨੂੰਨੀ ਤਰੀਕੇ ਨਾਲ ਤੋੜਨਾ ਹੈ ਨਾ। ਕਾਨੂੰਨੀ ਤਰੀਕਾਕਾਰ ਨਾਲ ਜਿਹੜਾ ਠੇਕੇਦਾਰ ਆ ਉਹਨੇ ਉਹਦਾ ਦਫਾ ਕਰ ਰਿਹਾ ਵਾ ਆਪਣਾ, ਜੋ ਵੀ ਉਹਨਾਂ ਕਰ ਰਿਹਾ ਵਾ। ਜਿਉਂ ਸਟੇ ਖਤਮ ਹੋਏਗਾ ਇਹ ਦੁਬਾਰਾ ਇਹ ਪਾਣੀ ਉਦੋਂ ਹੀ ਚੱਲਣਾ ਜਦੋਂ ਉਹਦੀ ਸਤ੍ਹਾ ਅੱਗੇ ਬਰਾਬਰ। ਨਹੀਂ ਸਟੇ ਹਜੇ ਖਾਰਜ ਨਹੀਂ ਹੋਇਆ ਆ ਬੰਦੇ ਇੱਥੇ ਦੱਸ ਰਹੇ ਸੀ ਕਿ ਸਟੇ ਖਾਈ ਸਟੇ ਖਾਰਜ ਨਹੀਂ ਹੋਇਆ ਹੈਗਾ, ਇੱਕ ਰਹਿੰਦਾ ਵਾ, 2 ਖਾਰਜ ਹੋ ਗਏ, ਇੱਕ ਸਟੇ ਹਜੇ ਰਹਿੰਦਾ ਵਾ, ਉਹ ਚੱਲ ਰਿਹਾ ਵਾ। ਉਹਦੀ ਕੱਲ ਡੇਟ ਆ, ਉਹ ਜਦੋਂ ਸਟੇ ਖਾਰਜ ਹੋ ਜਾਏਗਾ ਉਹ ਠੇਕੇਦਾਰ ਉਹਦਾ ਪ੍ਰਬੰਧ ਆ ਬਣਾਉਂਦਾ। ਜਿੱਥੇ ਅਗਰ ਕੋਈ ਟੁੱਟ ਭੱਜ ਹੋਈ ਆ, ਕੋਈ ਇਸ਼ੂ ਆ, ਉਹ ਕਲੀਅਰ ਕਰਨ ਦਾ ਵੀ ਪ੍ਰਬੰਧ ਆ। ਹੋਰ ਕੋਈ ਚੀਜ਼ ਮੌਕੇ ਤੱਕ ਚਾਹੀਦੀ ਸਰ ਮੈਂ ਮਤਲਬ ਠੀਕ ਹੋ ਗਿਆ, ਤੁਸੀਂ 75 ਲੱਖ ਦੀ ਗ੍ਰਾਂਟ ਲਾ ਦਿੱਤੀ ਹਾਂਜੀ। ਸਰ। ਮੈਂ ਸਿਰਫ ਇੱਕੋ ਹੀ ਇਹਦੇ ਵਿੱਚ ਸੋਲੰਗ ਵੀ ਲੱਗੇ ਆ। ਇੱਕ ਮਿੰਟ ਸਰ ਉਹ ਤੁਸੀਂ ਅੱਗੇ ਦੱਸ ਚੁੱਕੇ ਹੋ। ਹਾਂ ਮੈਂ ਤੁਹਾਨੂੰ ਦੱਸਿਆ ਵੀ। ਹਾਂਜੀ ਉਹ ਮਾਸ਼ਾਅੱਲਾ ਤੁਸੀਂ ਮੈਂ ਕਿਹਾ ਚਲੋ ਲੈ ਲੈਣ ਇੰਟਰਵਿਊ, ਮੈਂ ਬਾਅਦ ਚ ਆਉਂਦਾ ਨਾ, ਪਤਾ ਲੱਗੇ ਨਾ ਅਸਲ ਮੌਕਫ ਕੀ ਆ। ਨਹੀਂ, ਉਹ ਮੈਂ ਜਿਹੜਾ ਤੁਹਾਡੇ ਤੋਂ ਪਹਿਲੇ ਤੁਸੀਂ ਪਹਿਲੇ ਆ ਜਾਂਦੇ, ਫਿਰ ਤੁਹਾਡੇ ਅਸੀਂ ਸਾਹਮਣੇ ਲੋਕ ਜ਼ਿੰਮੇਦਾਰ ਸ਼ਾਇਦ ਨਾ ਬੋਲਦੇ। ਨਹੀਂ, ਮੀਆਂ ਸਾਹਿਬ ਨਾ ਤੁਸੀਂ ਆ ਜਾਂਦੇ ਪਹਿਲੇ ਹੀ। ਨਹੀਂ ਮੇਰਾ ਹੱਕ ਨਹੀਂ ਬਣਦਾ ਪਹਿਲੇ ਆ ਕੇ ਆਉਂਦਾ, ਮੈਂ ਲੇਕਿਨ ਪਹਿਲੇ ਜੋ ਆਵਾਮ ਨੂੰ। ਉਹ ਕਰਤਾ ਸਰ, ਉਹ ਆ ਜਾਏਗਾ ਨਾ ਸਾਹਮਣੇ, ਤੁਹਾਨੂੰ ਵੀ ਪਤਾ ਲੱਗ ਜਾਏਗਾ ਕੀ ਕੀ ਕਿਹਾ। ਹਾਂਜੀ ਦੂਸਰੀ ਗੱਲ ਇਹ ਆ ਕਿ ਸਰ ਇੱਕ ਚੀਜ਼ ਤੁਸੀਂ 75 ਲੱਖ ਰੁਪਏ ਦੀ ਗ੍ਰਾਂਟ ਲਾ ਦਿੱਤੀ, ਤੁਸੀਂ ਸੋਲੰਗਾ ਭਾਈ ਨੇ ਕਿਹਾ। ਹਾਂ, ਸੋਲੰਗ ਵੀ ਆ, ਨਾਲਾ ਵੀ ਆ। ਇੱਕ 4 ਸੋਲੰਗ ਅਗਲੀਆਂ ਗਲੀਆਂ ਦੇ ਬਣਾਉਣ ਦੀ ਖਾਤਰ ਤੇ ਇਹ ਗਲੀ ਖਰਾਬ ਹੋ ਗਈ। ਕਿਹੜੀ ਗਲੀ? ਇਹਦੀ ਗ੍ਰਾਂਟ ਆਈ ਆ, ਇਲੈਕਸ਼ਨ ਕਮਿਸ਼ਨਰ ਦੀ ਵਜ੍ਹਾ ਨਾਲ ਕੰਮ ਰੁਕਿਆ ਵਾ। ਯੂੰ ਹੀ ਇਹ ਖਾਣਾ ਇਲੈਕਸ਼ਨ ਕਮਿਸ਼ਨਰ ਨੇ ਕਹਿਣਾ ਵਾ ਕੰਮ ਸ਼ੁਰੂ ਬਦਲਿਆ, ਦੂਸਰੇ ਕੰਮ ਸ਼ੁਰੂ ਹੋ ਜਾਣਗੇ ਇਨਸ਼ਾਅੱਲਾ। ਇਹਦੀ ਗ੍ਰਾਂਟ ਵੀ ਹੈ, ਇਹ ਲੈਦਾ ਗ੍ਰਾਂਟ ਆ। ਅੱਛਾ, ਅਬ ਪਤਾ ਕੀ ਹੈ ਕਿ ਇੱਥੇ ਬੰਦੇ ਕੀ ਕਹਿ ਰਹੇ ਸੀ, ਕਹਿੰਦੇ ਬੰਦੇ ਮੇਰੀ ਸੁਣੋ ਨਾ, ਲੋਕਾਂ ਦਾ ਕੰਮ ਆ ਕਹਿਣਾ, ਹਕੀਕਤ ਦੇਖਣੀ ਚਾਹੀਦੀ ਆ, ਅਸਲ ਗੱਲ ਕੀ ਆ। ਕੁਝ ਬੰਦੇ ਸਿਆਸੀ ਇਖਤਲਾਫਾਤ ਹੁੰਦੇ, ਉਹਨਾਂ ਨੂੰ ਮਸਲੇ ਹੁੰਦੇ ਆ, ਕਈਆਂ ਨੂੰ ਤਕਲੀਫ ਹੁੰਦੀ ਆ। ਕੋਈ ਪੀਟੀਆਈ ਦੇ ਐਸੇ ਚਹੇਤੇ ਆ, ਇਹ ਨੂਨ ਲੀਗ ਦੀ ਗ੍ਰਾਂਟ ਸੀ, ਕੋਈ ਚਹੇਤੇ ਪੀਟੀਆਈ ਦੇ ਐਸੇ ਹੋਣੇ ਆ, ਉਹਨਾਂ ਦੇ ਦਰਦ ਹੋਈ ਹੋਣੀ ਆ, ਉਸ ਵਜ੍ਹਾ ਤੋਂ ਉਹਨਾਂ ਨੂੰ ਪ੍ਰੋਬਲਮ ਸੀ। ਮੇਰੀ ਗੱਲ ਸੁਣੋ ਨਹੀਂ ਸਰ, ਪੀਟੀਆਈ ਔਰ ਨੂਨ ਲੀਗ ਨਹੀਂ ਇੱਥੇ। ਮੈਂ ਇੱਥੇ ਆਵਾਮੀ ਮਸਾਇਲ। ਸਰ ਨੂਨ ਲੀਗ ਹਮੇਸ਼ਾ ਇਹਨਾਂ ਗੱਲਾਂ ਤੇ ਪਿੱਛੇ ਰਹਿੰਦੀ ਹੈ। ਇਹਨਾਂ ਗੱਲਾਂ ਦੇ ਪਿੱਛੇ ਰਹਿੰਦੀ ਹੈ। ਤੁਸੀਂ ਇਹ ਗੱਲ ਮੀਆਂ ਸਾਹਿਬ ਗੱਲ ਸੁਣੋ, ਤੁਸੀਂ ਦੇਖੋ ਨਾ ਆਵਾਮ ਨੂੰ ਤੋਲ ਕੇ ਰੱਖਤਾ ਹੁਣ। ਮੈਨੂੰ ਤੁਸੀਂ ਆਵਾਮ ਨੂੰ ਨਹੀਂ ਤੋਲਣਾ। ਮੈਨੂੰ ਮੌਕਾ ਦੇ ਦਿਓ। ਜਿਹੜੀ ਗੱਲ ਹੋਣੀ ਮੁਹੱਲੇ ਗਲੀ ਦੀ ਹੋ ਰਹੀ ਹੈ, ਤੁਸੀਂ ਸਿਆਸੀ ਲੈਵਲ ਤੇ ਚਲੇ ਗਏ। ਨਹੀਂ ਹੈ ਜਨਾਬ ਮੈਂ ਤੇਰੇ ਸਾਹਮਣੇ ਨਹੀਂ ਉਦੋਂ ਗਿਆ, ਜੋ ਹੋ ਗਿਆ ਜੀ ਹੋ ਗਿਆ, ਇਹ ਗੱਲ ਆਈ। ਅਸਲ ਮੌਕਫ ਇਹ ਆ ਕਿ ਸਾਡਾ ਇਹ ਗ੍ਰਾਂਟ ਜਿਹੜੀ ਆ ਇਲੈਕਸ਼ਨ ਕਮਿਸ਼ਨ ਨੇ ਕੰਮ ਜਿਹੜਾ ਸੋਲੰਗ ਦਾ ਸੀ ਨਾ, ਇਹ ਰੋਕ ਦਿੱਤਾ ਸੀ ਕਿ ਬੰਦੇ ਆ ਜਿਹੜਾ ਦੂਸਰਾ ਐਮਐਲਏ ਇਲੈਕਸ਼ਨ ਦੀ ਵਜ੍ਹਾ ਤੋਂ ਹਾਂਜੀ, ਉਹ ਫੰਡ ਦੀ ਵਜ੍ਹਾ ਤੋਂ ਫੰਡ ਰੋਕ ਦਿੱਤੇ। ਜਦੋਂ ਫੰਡ ਉਹ ਇਲੈਕਸ਼ਨ ਕਮਿਸ਼ਨ ਕਹਿ ਦੇਗਾ ਉਹ ਦੁਬਾਰਾ ਸ਼ੁਰੂ ਹੋ ਜਾਏਗਾ, ਫੰਡ ਰੁਕਿਆ। ਲੇਕਿਨ ਇਹ ਜਿਹੜੇ ਇਲੈਕਸ਼ਨ ਆਪਣੇ ਹੋਏ ਆ ਹੁਣ ਤਕਰੀਬਨ 10-15 ਦਿਨ ਪਹਿਲੇ, ਹਾਂਜੀ ਇਹ ਖਾਲਾ ਤੇ ਮਾਸ਼ਾਅੱਲਾ ਖਾਲਾ ਜਿਹੜਾ ਉਹ ਸਟੇਜ ਦੀ ਵਜ੍ਹਾ ਨਾਲ ਰੁਕਿਆ ਵਾ। ਜਿਹੜਾ ਸੋਲੰਗ ਆ ਇੱਥੇ ਦਾ ਲੱਗਣਾ ਉਹ ਰੁਕਿਆ ਇਲੈਕਸ਼ਨ ਕਮਿਸ਼ਨ ਦੀ ਵਜ੍ਹਾ। ਸਾਹਿਬ ਗਵਰਨਮੈਂਟ ਤੁਹਾਡੀ ਸੀ, ਮੀਆਂ ਸਾਹਿਬ ਨਿਗਰਾਨ ਸੈਟਅਪ ਤੁਹਾਡਾ ਹੈ, ਤੁਸੀਂ ਸਟੇ ਕਿੱਦਾਂ ਨਹੀਂ ਤੜਵਾ ਸਕੇ? ਭਾਜੀ ਸਟੇ ਇੱਕ ਕਾਨੂੰਨ ਨਹੀਂ ਹੁੰਦਾ ਸਾਡਾ, ਕਾਨੂੰਨ ਸਾਰਾ ਨਾਲ ਇੱਕੋ ਜਿਹਾ। ਹਾਏ ਕਾਨੂੰਨ ਵੀ ਤੁਹਾਡਾ ਹੀ ਆ ਹੁਣ। ਨਹੀਂ ਇਹ ਤੁਸੀਂ ਕਹਿ ਸਕਦੇ ਹੋ ਕਿਉਂਕਿ ਤੁਸੀਂ ਪੀਟੀਆਈ ਦੇ ਹੋ, ਤੁਸੀਂ ਕਹਿ ਸਕਦੇ ਹੋ। ਨਹੀਂ ਪੀਟੀਆਈ ਦੇ ਉਹ ਭਾਈ ਅਸੀਂ ਗੈਰ ਜਾਣਬਦਾਰ, ਪਤਾ ਮੈਨੂੰ ਪਤਾ ਵਾ, ਮੈਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ। ਮੈਂ ਕਹਿੰਦਾ ਇਹ ਕਾਨੂੰਨ ਜਿਹੜਾ ਹੁੰਦਾ ਉਹ ਕੋਈ ਵੀ ਇਨਸਾਨ ਹੋਵੇ ਉਹਦੇ ਵਾਸਤੇ ਬਰਾਬਰ ਆ। ਇਸ ਵਜ੍ਹਾ ਨਾਲ ਉਹ ਅਦਾਲਤ 'ਚ ਕੰਮ, ਅਦਾਲਤ ਦੀ ਕੰਮ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਅੱਛਾ, ਅਸੀਂ ਜਦੋਂ ਕੋਈ ਕਾਨੂੰਨ ਦੀ ਗੱਲ ਕਰਾਂਗੇ, ਰੂਲਸ ਦੀ ਗੱਲ ਕਰਾਂਗੇ ਤੇ ਅਸੀਂ ਪੀਟੀਆਈ ਦੇ ਹੋ ਜਾਾਂਗੇ। ਤੁਸੀਂ ਨਹੀਂ, ਆਹ ਗਲਤ ਗੱਲ ਹੈ। ਨਹੀਂ ਤੁਸੀਂ ਜਿਹੜੀ ਹਕੀਕਤ ਹੈ ਨਾ, ਤੁਸੀਂ ਦੱਸੋ ਇਹਦਾ ਰੂਲਸ ਐਂਡ ਇਹਦਾ ਹੈਗਾ ਕਿ ਲਾ ਹੈਗਾ ਸਾਡੇ ਮੁਲਕ 'ਚ, ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਨਹੀਂ ਹੈ ਭਾਈ, ਬਿਲਕੁਲ ਹੈ। ਸਟੇ ਕਿਉਂ ਨਹੀਂ ਤੜਵਾਇਆ? ਜਦੋਂ ਤਰੀਕਾ ਕਰ ਡੇਟ ਵਾਈਜ਼ ਤੁਸੀਂ ਇੰਨੀ ਮਿਹਨਤ ਕੀਤੀ, ਇੰਨੇ ਪੈਸੇ ਲਾ ਦਿੱਤੇ ਤੇ ਸਾਰੇ ਇਹਨੂੰ ਚਲਾਉਣਾ ਸੀ ਨਾ। ਭਾਜੀ ਉਹ ਜਿਹੜਾ ਸਿਰਫ ਹਾਈ ਕੋਰਟ ਦਾ ਕਰਕੇ ਖਮੋਸ਼ ਰਹੇ ਆ ਜੀ, ਉਹਦਾ ਕਰਕੇ ਸਟੇ ਜਦੋਂ ਹੋਇਆ ਹੋਵੇ, ਜਦੋਂ ਸਟੇ ਹੋਇਆ ਉਹਦੇ ਵਿੱਚ ਮੁਦਾਖਲਤ ਨਹੀਂ ਹੁੰਦੀ। ਦੂਸਰਾ ਰਿਹਾ ਵਾ ਉੱਥੇ ਅੱਗੇ ਜਿਹੜੇ ਥੜੇ ਬਣੇ ਆ ਉਹਨਾਂ ਦੀ ਵਜ੍ਹਾ ਇਸ਼ੂ ਆ, ਉਹ ਅੱਜ ਖਤਮ ਕਰ ਦੇਣ, ਅੱਜ ਨਾਲਾ ਚੱਲ ਜਾਏਗਾ। ਤੁਸੀਂ ਉਹਨਾਂ ਨਾਲ ਗੱਲ ਕੀਤੀ? ਉਹ ਕਹਿੰਦੇ ਅਸੀਂ ਨਹੀਂ ਮੰਨਦੇ ਕਿਸੇ ਨੂੰ। ਅੱਛਾ ਹਾਂ, ਤਾਂ ਜਦੋਂ ਉਹਨਾਂ ਨੇ ਕਿਹਾ ਅਸੀਂ ਕਿਸੇ ਨੂੰ ਨਹੀਂ ਮੰਨਦੇ, ਉਹਦਾ ਕਿ ਫਿਰ ਸਾਡਾ ਮੌਕਫ ਕੋਈ ਹੋਰ ਨਹੀਂ ਹੈ। ਉਹ ਕਾਨੂੰਨ ਜਾਣੇ, ਉਹਨਾਂ ਦਾ ਕੰਮ ਜਾਣੇ। ਤੇ ਇਹ ਹੁਣ ਅਗਲੀ ਗ੍ਰਾਂਟ ਕਿੱਥੋਂ ਆਣੀ ਹੈ? ਅਗਲੀ ਗ੍ਰਾਂਟ ਆਈ ਆ, ਆਉਣੀ ਨਹੀਂ ਹੈ। ਅਗਲੀ ਗ੍ਰਾਂਟ ਹੈ ਵਾ, ਲੇਕਿਨ ਜਿਹੜਾ ਹਾਂਜੀ ਬਿਲਕੁਲ ਹੈ, ਇਹ ਮੇਕੋ ਨਹੀਂ ਹੈ, ਗਵਰਨਮੈਂਟ ਦੇ। ਮੈਂ ਤੇ ਕਿ ਉਹਨਾਂ ਦਾ ਨੁਮਾਇੰਦਾ ਵਾਂ ਕਿ ਕੰਮ ਕਰਵਾਉਣਾ। ਤੇ ਉਹ ਜਿਹੜਾ ਸੋਲੰਗ ਆ ਉਹਦੀ ਵੀ ਗ੍ਰਾਂਟ ਹੈ, ਨਾਲੇ ਦੀ ਗ੍ਰਾਂਟ ਵੀ ਪੈਂਡਿੰਗ ਪਈ ਆ। ਸਿਰਫ ਉਹ ਸਟੇ ਦੀ ਵਜ੍ਹਾ ਨਾਲ ਰੁਕੀ ਆ, ਇਹ ਇਲੈਕਸ਼ਨ ਕਮਿਸ਼ਨ ਦੀ ਵਜ੍ਹਾ ਨਾਲ ਰੁਕਿਆ।
ਨਹੀਂ ਉਹ ਤੇ ਆਹੋ ਜਿਹੜੀ ਹੁਣ ਉਹ ਨਵੀਂ ਗਵਰਨਮੈਂਟ ਆਏਗੀ ਉਹ 2 ਤਰੀਕ ਜਾਂ 3 ਤਰੀਕ ਤੋਂ ਬਾਅਦ ਉਹ ਜਿਹੜਾ ਬੈਨ ਹੋਇਆ ਕੰਮ ਉਹ ਜਦੋਂ ਕਹੋਗੇ ਇਨਸ਼ਾਅੱਲਾ ਉਹੀ ਮੈਂ ਕਹਿ ਰਿਹਾ ਕਿ ਅਸੀਂ ਬਹੁਤ ਸਪੀਡ ਨਾਲ ਅਸੀਂ ਤਰੱਕੀ ਕਰਨੇ ਬਿਲਕੁਲ ਜੀ ਤੁਹਾਡੇ ਹੁੰਦਿਆਂ ਤਰੱਕੀ ਹੋਣੀ ਹੈ ਜੀ ਇਨਸ਼ਾਅੱਲਾ ਜਿੱਦਾਂ ਤੁਸੀਂ ਕਰ ਰਹੇ ਨਹੀਂ ਬਣਨ ਡਈ ਯਾਨੀ ਕਿ ਅਸੀਂ ਇਦਾਂ ਦੇ ਆ ਕਿ ਸਾਡੀ ਹੁਕੂਮਤ ਵੀ ਨਹੀਂ ਬਣਨ ਡਈ ਨਹੀਂ ਨਹੀਂ ਜਿਹੜੀ ਅਸਲ ਮੌਕਾ ਦੇਖੋ ਮੈਂ ਤੁਹਾਨੂੰ ਭਤੀਜਾ ਦੱਸਦਾ ਮੈਂ ਪੀਟੀਆਈ ਦਾ ਬੰਦਾ ਹਾਂ ਕੌਣ ਮੈਂ ਤੇ ਚਾਚਾ ਫਿਰ ਕੀ ਹੋਇਆ ਪੀਟੀਏ ਦਾ ਬੰਦਾ ਮੁਸਲਮਾਨ ਤੇ ਹੈ ਹਾਂ ਮੁਸਲਮਾਨ। ਭਰਾ ਤੇ ਹੈ ਨਾ ਇਸ ਪਿੰਡ ਦਾ ਤੇ ਰਹਿਣ ਵਾਲਾ ਹੈ ਸਾਡਾ ਭਤੀਜਾ ਵਾ ਮੈਂ ਭਤੀਜਾ ਮੈਂ ਮੇਰੇ ਵੱਡੇ ਆ ਭਤੀਜਾ ਵਾ ਅਸੀਂ ਇਹਦੀ ਗੱਲ ਨੂੰ ਦਿਆ ਫਿਰ ਸਾਨੂੰ ਕਿੱਧਰ ਨੂੰ ਟੱਕਣ ਡਿਆ ਵਾ ਕੌਣ ਨਹੀਂ ਨਹੀਂ ਤੁਸੀਂ ਮੈਂ ਸਿਆਸੀ ਲੈਵਲ ਤੇ ਲਈ ਜਾਂਦੇ ਮੈਂ ਗੱਲ ਇਹ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਇੱਕ ਅਸਲ ਜਿਹੜਾ ਜੈਨੂਇਨ ਮੌਕਾ ਆ ਨਾ ਉਹ ਇਹ ਹੀ ਆ ਕਿ ਉਹ ਸਟੇਜ ਵਾਲਾ ਰੁਕਿਆ ਨਾ ਤੇ ਇਹ ਰੁਕਿਆ ਵਾ ਇਸ ਪੂਰੇ ਮਹੱਲੇ ਦੇ ਕੋਲੋਂ ਮੁਤਫਿਕ ਫੈਸਲਾ ਕਰਕੇ ਇਹ ਥੋੜੇ ਦਿਨ ਆ ਮਾਸ਼ਾਅੱਲਾ ਤੁਸੀਂ ਬਣਾ ਹੀ ਲੈਣੀ ਗਵਰਨਮੈਂਟ ਬਣ ਗਈ ਅੱਲਾ ਕਰੇ ਕੋਈ ਤੁਹਾਡੇ ਕੋਲ ਡੇਗਾ ਲਾਓ ਤੁਸੀਂ ਤੇ ਜਦੋਂ ਸਾਨੂੰ ਬਣਾਓਗੇ ਨਾ ਤੇ ਗ੍ਰਾਂਟ ਆ ਜਾਏਗੀ ਤੇ ਸਰ ਕਮਰ ਮੰਜ ਫੇਰ ਹਾਜ਼ਰ ਹੋ ਜਾਏਗਾ ਮੈਂ ਇਨਸ਼ਾਅੱਲਾ ਆਪ ਲਿਆਵਾਂਗਾ ਲੈ ਕੇ ਆਉਣਾ ਤੁਸੀਂ ਮੈਨੂੰ ਕਿ ਆ ਜਾਓ ਜੀ ਫੀਤਾ ਕੱਟਣ ਲੱਗਾ ਮੈਂ ਤੁਸੀਂ ਕੱਟਣਾ ਨਹੀਂ ਅਸੀਂ ਤੁਹਾਨੂੰ ਲੱਭ ਕੇ ਲਿਆਉਣਾ ਮੈਂ ਬਹੁਤ ਲੱਭ ਲੈਣਗੇ ਮੈਨੂੰ ਇਹ ਲੱਭ ਲੈਣਗੇ ਬਹੁਤ ਲੱਭਦੇ ਆ ਅਸੀਂ ਪੰਜਾਬੀਦਾਰ ਆ ਲੇਕਿਨ ਮਸਲਾ ਇਸ ਚੀਜ਼ ਦਾ ਵਾ ਜਿਹੜਾ ਜੈਨੂਇਨ ਮੌਕਫ ਹੈ ਆ ਚਲੋ ਇੰਨੀ ਆਵਾਮ ਖੜੀ ਆ ਮੈਂ ਸੌਰੀ ਸਾਰੇ ਗੱਲ ਕਰ ਰਿਹਾ ਇੰਨੇ ਬੰਦੇ ਖੜੇ ਆ ਸਾਰੇ ਹੀ ਤੰਗ ਹਾਂਜੀ ਇਹ ਤੁਸੀਂ ਚਲੋ ਸਾਡੇ ਚੈਨਲ ਦੀ ਤਵੱਸਦ ਨਾ ਇਹਨਾਂ ਨੂੰ ਦੱਸ ਦਿਓ ਕਿ ਯਾਰ ਮਹੀਨਾ 10 ਦਿਨ 15 ਦਿਨ ਜਦੋਂ ਗਵਰਨਮੈਂਟ ਨੇ ਦੇਖੋ ਨਾ ਭਾਈ ਗਵਰਨਮੈਂਟ ਤੁਸੀਂ ਤਾਂ ਹੈਗੇ ਇੱਕ ਮਿੰਟ ਭਾਈ ਤੁਸੀਂ ਤੰਗਵਾ ਖਾਲੇ ਤੋਂ ਕਿਹੜੇ ਲਾਇਆ ਬੰਦਾ ਕਹਿੰਦਾ ਨਹੀਂ ਕੋਈ ਬੰਦਾ ਤੰਗ ਨਹੀਂ ਹੈਗਾ ਸਿਰਫ ਸਵਾਏ ਮੀਡੀਆ ਤੋਂ ਕੋਈ ਬਾਕੀ ਬੰਦਾ ਹਰ ਨਹੀਂ ਚੀਜ਼ ਤੰਗ ਓਕੇ ਯਾਰ ਦੱਸ ਗਲਤ ਫੈਸਲੇ ਨਾ ਕਰਾਓ ਯਾਰ ਮੀਡੀਆ ਤੋਂ ਇਲਾਵਾ ਕੋਈ ਬੰਦਾ ਤੰਗ ਨਹੀਂ ਹੈਗਾ ਜਿੰਨੇ ਬੰਦੇ ਖਲੋਤੇ ਆ ਕਿਹੜਾ ਬੰਦਾ ਤੰਗ ਆ ਜੀ ਪਹਿਲੇ ਇੱਥੇ ਨਾ ਸਮਰਾਨ ਨੇ ਨਾ ਮੈਂ ਹੁਣ ਸੌਰੀ ਫਿਰ ਮੈਂ ਜਿਹੜੀ ਮੀਡੀਆ ਵਾਲੀ ਤੁਸੀਂ ਗੱਲ ਮੇਰੇ ਨਾਲ ਕਰ ਰਹੇ ਹੋ ਨਾ ਸਮਰਾਨ ਨੇ ਲਾਸਟ ਟਾਈਮ ਕਾਲ ਕੀਤੀ ਹਾਂਜੀ ਉਹ ਇੱਥੇ ਕੋਈ ਬੰਦਾ ਕਰ ਗਿਆ ਹੋਵੇਗਾ ਮਤਲਬ ਵੀਡੀਓ ਕਰਕੇ ਹਾਂਜੀ ਉਹ ਕਰਕੇ ਗਿਆ ਮੈਨੂੰ ਪਤਾ ਜਿਹੜਾ ਕਰਕੇ ਗਿਆ ਸਮਰਾਨ ਨੇ ਕਾਲ ਕੀਤੀ ਦੇਖੋ ਜੀ ਅਸੀਂ ਉਹਨਾਂ ਨੇ ਸਾਨੂੰ ਪੂਰੀ ਮੈਨੂੰ ਡਿਟੇਲ ਦਿੱਤੀ ਉਹਨੇ ਕਿਹਾ ਜੀ ਐ ਇਦਾਂ ਜਿੱਦਾਂ ਭਾਈ ਨੇ ਮੈਨੂੰ ਸੁਣਾਈ ਗਿਆ ਮਕਸਦ ਇਹ ਗੱਲ ਕਰਨ ਦਾ ਅਸੀਂ ਉਸ ਗੱਲ ਨੂੰ ਨਹੀਂ ਪਿੱਟ ਰਹੇ ਅਸੀਂ ਜਿਹੜੇ ਲੋਕ ਹੁਣ ਤੱਕ ਨਾ ਮੈਨੂੰ ਕੋਈ ਬੰਦੇ ਗਏ ਇੱਕ ਦਿਨ ਇਹ ਦਫ਼ਤਰ ਗਏ ਮੇਰੇ ਕੋਲ ਹਾਂਜੀ ਮੈਂ ਹੁਣ ਨਾਂ ਨਹੀਂ ਲੈਣਾ ਚਾਹਾਂਗਾ ਚੰਗੀ ਗੱਲ ਲੈਣਾ ਵੀ ਚਾਹੀਦਾ ਹੋ ਸਕਦਾ ਉਹਨਾਂ ਬੰਦਿਆਂ ਨੇ ਤੁਹਾਨੂੰ ਛੱਡਿਆ ਹੋਵੇ ਉਹਨਾਂ ਨੂੰ ਕਿ ਜਾਓ ਉਹਨੇ ਨਹੀਂ ਬੰਦੇ ਤੁਹਾਡੇ ਵਰਗੇ ਵੀ ਜਾਂਦੇ ਹੀ ਰਹਿੰਦੇ ਆ ਸਾਡੇ ਕੋਲ ਕੋਈ ਰੌਲਾ ਨਹੀਂ ਹਾਂਜੀ ਕਰੋ ਕਰੋ ਉਹਨਾਂ ਨੇ ਕਿਹਾ ਜੀ ਇਹ ਸਾਡੇ ਪ੍ਰੋਬਲਮ ਹੈ ਸਾਡੇ ਮਸਲੇ ਮਸਾਇਲ ਆ ਚਲੋ ਹੁਣ ਤੁਸੀਂ ਮੌਕੇ ਤੇ ਆ ਕੇ ਦੇਖ ਲਿਆ ਅਸਲ ਵਜ੍ਹਾ ਕੀ ਅਸੀਂ ਪੁੱਛ ਵੀ ਲਿਆ ਲੇਕਿਨ ਤੁਹਾਡੇ ਆਣ ਨਾ ਥੋੜਾ ਜਿਹਾ ਚਲੋ ਤੁਸੀਂ ਕੋਈ ਮਾਸ਼ਾਅੱਲਾ ਤੁਸੀਂ ਜਿੱਥੋਂ ਰੱਖਦੇ ਹੋ ਨਾ ਤਲਕ ਹਾਂਜੀ ਤੁਹਾਡੇ ਤੋਂ ਦਬ ਜਾਂਦੇ ਆ ਲੋਕ ਵੈਸੇ ਹੀ ਨਹੀਂ 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 ਦੂਸਰੀ ਗੱਲ ਇਹ ਮੇਰੇ ਸਾਰੇ ਭਾਈ ਆ ਦੋਸਤ ਆ ਐਸਾ ਕੋਈ ਇਸ਼ੂ ਨਹੀਂ ਹੈ ਜਿਹੜਾ ਜੈਨੂਇਨ ਮੌਕਾ ਫਾਨਾ ਤੁਸੀਂ ਪੀਟੀਆਈ ਨੂਨ ਲੀਗ ਵੱਖਰੀ ਕਰਦੀ ਭਾਜੀ ਮੈਂ ਦੱਸਣ ਦਾ ਮਕਸਦ ਇਹ ਆ ਕਿਉਂ ਕੀਤੀ ਤੁਸੀਂ ਮਕਸਦ ਇਸ ਚੀਜ਼ ਦਾ ਨਹੀਂ ਮੈਂ ਤਾਂ ਇਹ ਨਹੀਂ ਕਹਾਂਗਾ ਸਾਰੇ ਪੀਟੀਆਈ ਦੇ ਨੂਨ ਲੇ ਤੇ ਮੈਂ ਤੁਹਾਨੂੰ ਕਿਹਾ ਕਿ ਅਸਲ ਜਿਹੜਾ ਮੌਕਾ ਤੁਸੀਂ ਮੈਨੂੰ ਵੀ ਪੀਟੀਆਈ ਕਰਤਾ ਤੁਸੀਂ ਪੱਕੇ ਹੀ ਆ ਨਾ ਪਤਾ ਹੀ ਹੈ ਨਾ ਮੈਨੂੰ ਅਸਲ ਮੌਕਾ ਹੋਇਆ ਜਿਹੜਾ ਸਟੇਜ ਦੀ ਵਜ੍ਹਾ ਆ ਰੁਕਿਆ ਇਲੈਕਸ਼ਨ ਕਮਿਸ਼ਨ ਦੀ ਵਜ੍ਹਾ ਨਾਲ ਜਦੋਂ ਇਹ ਕੰਮ ਹੋ ਜਾਣਾ ਇਨਸ਼ਾਅੱਲਾ ਕੰਮ ਹੋਣਾ ਲਓ ਜੀ ਮੈਂ ਇਹਨਾਂ ਦੀ ਤਰਜਮਾਨੀ ਕਰ ਦਿੰਦਾ ਇਹ ਕਹਿ ਰਹੇ ਆ ਕਿ ਜਨਾਬ ਜਦੋਂ ਨਾ ਪੈਸੇ ਇਹਨਾਂ ਕੋ ਪਏ ਆ ਠੀਕ ਹੋ ਗਿਆ ਮੀਆਂ ਸਾਹਿਬ ਸਿਰਫ ਮੀਆਂ ਸਾਹਿਬ ਉਹ ਸੌਰੀ ਗਵਰਨਮੈਂਟ ਕੋ ਹੁੰਦੇ ਆ ਜੀ ਅੱਛਾ ਉਹਦੇ 'ਚ ਇਹ ਹੋਏਗਾ ਸਰ ਤੁਸੀਂ ਅੱਗੇ ਹੋ ਤੁਹਾਡੇ ਨਹੀਂ ਕੋਲ ਮੇਰੇ ਅਸੀਂ ਹੈਗੇ ਉਹ ਨੁਮਾਇੰਦੇ ਅਸੀਂ ਕੰਮ ਕਰਵਾਉਣਾ ਉਹਦੇ 'ਚ ਇਹ ਹੋ ਗਿਆ ਕਿ ਜਨਾਬ ਇਹ ਕਹਿ ਰਹੇ ਆ ਕਿ ਆਪਣਾ ਜਿਹੜਾ ਨਾ ਇਲੈਕਸ਼ਨ ਕਮਿਸ਼ਨ ਦੀ ਇਲੈਕਸ਼ਨਾਂ ਦੀ ਵਜ੍ਹਾ ਤੋਂ ਕਿਉਂਕਿ ਫੰਡਿੰਗ ਬੰਦ ਕਰ ਦਿੰਦੇ ਆ ਇੱਕ ਰੂਲਸ ਦੇ ਮੁਤਾਬਕ ਉਹ ਨਹੀਂ ਫੰਡਿੰਗ ਦਿੰਦੇ ਗ੍ਰਾਂਟ ਨਹੀਂ ਹੁੰਦੀ ਲੇਕਿਨ ਜਿਹੜੀ ਪਿਛਲੀ ਗ੍ਰਾਂਟ ਪਈ ਨਾ 75 ਲੱਖ ਰੁਪਏ ਦੀ 90 ਲੱਖ ਦੀ ਵੀ ਇਹਨਾਂ ਨੇ ਡਿਨਾਈ ਕਰਤਾ ਕਿ 90 ਲੱਖ ਨਹੀਂ ਲੱਗਾ ਆਇਆ ਹੀ ਉਹ 75 ਲੱਖ ਰੁਪਏ ਦੀ ਗ੍ਰਾਂਟ ਨਾਲੇ ਦੀ ਮਨਜ਼ੂਰੀ ਉਹਦੇ ਵਿੱਚ ਖਾਣਾ ਸੋਲੇਗਾ ਸੁਣੋ ਮਾਂ ਜੀ ਦੀ ਗੱਲ ਸੁਣੋ ਨਾ ਗੱਲ ਉਹਨਾਂ ਦੀ ਜੀ ਮਾਂ ਜੀ ਕੀ ਕਹਿੰਦੇ ਬੋਲੀ ਜਾਂਦਾ ਮਾਵਾ ਦਾ ਕੰਮ ਬੋਲਣਾ ਚਾਹੀਦਾ ਸੁਣੋ ਨਾ ਗੱਲ ਸੁਣੋ ਵੀਡੀਓ ਵਾਲਾ ਨਾ ਮੈਂ ਕਰਾਂ ਕੀ ਚੱਲ ਜਾ ਚੱਲ ਨਹੀਂ ਜਾ ਗੱਲ ਸੁਣੋ ਨਾ ਉਹਨਾਂ ਦੀ ਭਾਈ ਕੀ ਕਹਿੰਦੇ ਹੋ ਕੀ ਕਹਿੰਦੇ ਆ ਇਹ ਸਾਡਾ ਨੁਕਸਾਨ ਹੈ ਖਾਲੇ ਦੀ ਵਜ੍ਹਾ ਤੋਂ ਕਿੱਦਾਂ ਕਿਸ ਤਰ੍ਹਾਂ ਇਹ ਮੇਰੀ ਤਸਵੀਰ ਇਹ ਨਾ ਤੂੰ ਮੇਰੇ ਕੋਲ ਨਹੀਂ ਤਸਵੀਰ ਨਹੀਂ ਆਏਗੀ ਤੁਹਾਡੀ ਤੁਸੀਂ ਬਸ ਇਦਾਂ ਹੀ ਬੋਲੋ ਇਹ ਵੇਖ ਸਾਡੇ ਅੰਦਰਾਂ 'ਚ ਪਾਣੀ ਪੈ ਗਿਆ ਖਾਲੇ ਦਾ ਅੱਛਾ ਬਾਰਿਸ਼ ਪਈ ਪਾਣੀ ਖਾਲੇ ਦੇ ਵਿੱਚ ਡੱਟ ਕੇ ਸਾਡੇ ਅੰਦਰਾਂ 'ਚ ਗਿਆ ਇਹ ਜਿਹੜਾ ਮੁੰਡਾ ਨਹੀਂ ਮੇਰੇ ਮੈਂ ਬਾਪ ਕੋ ਗਈ ਆ ਜਾ ਕੇ ਮੈਂ ਤੇ ਬਾਪ ਨੂੰ ਕਿਹਾ ਮੈਂ ਕਿਹਾ ਆਣ ਕੇ ਦੇਖ ਭਾਈ ਜਾਨ ਲਾਈਵ ਆਣ ਕੇ ਦੇਖ ਆ ਚੱਲਿਆ ਨਹੀਂ ਪੁਰਾਣੀ ਮਿੱਟੀ ਦੀ ਸਟਾ ਕੇ ਫਿਰ ਮੈਂ ਉਹ ਸਹੀ ਕੀਤਾ ਉਹ ਘਰ ਆ ਤੁਹਾਡਾ ਹਾਂਜੀ ਕੈਮਰਾ ਉਧਰ ਉਹ ਘਰ ਆ ਤੁਹਾਡਾ ਹਾਂਜੀ ਇਹ ਵੇਖੋ ਖਾਲਾ ਬਣਿਆ ਇਹ ਵੇਖੋ ਸਾਡੇ ਹੱਥਾਂ ਦੇ ਪਾਣੀ ਡੱਕੇ ਬਣਦਾ ਵਾ ਸਾਲ ਹੋ ਗਿਆ ਜੀ ਸਾਡੇ ਬੁੱਢਿਆਂ ਦੇ ਨਹੀਂ ਜੋ ਕਿਤੇ ਬਣ ਜਾਏਗਾ ਮਤਲਬ ਬਣ ਜਾਏਗਾ ਕੋਈ ਨਹੀਂ ਇਸ ਤਰ੍ਹਾਂ ਦਾ ਨਹੀਂ ਬਣਾਉਣਾ ਸੀ ਜਿੱਦਾਂ ਦਾ ਇਹਨਾਂ ਨੇ ਬਣਾਇਆ ਇਹ ਕਿੰਨੇ ਸਾਲ ਹੋ ਗਏ ਇਹਨੂੰ ਬਣੇ ਇਹ ਸਾਲ ਹੋ ਗਿਆ ਜੀ ਨਾਜ਼ਰੀਨ ਮਤਲਬ ਅਸੀਂ ਤੁਹਾਨੂੰ ਇਹ ਜਿਹੜਾ ਨਾਲਾ ਹੈ ਨਾ ਇਹ ਤੁਹਾਨੂੰ ਵਿਖਾਇਆ ਕਿ ਇਹਦਾ ਸਿਰਾ ਵੀ ਕੋਈ ਨਹੀਂ ਹੈਗਾ ਇਹਦਾ ਐਂਡ ਵੀ ਕੋਈ ਨਹੀਂ ਹੈਗਾ ਹੁਣ ਜਿੱਥੋਂ ਇਹ ਸ਼ੁਰੂ ਹੋਇਆ ਪਰਲੀ ਸਾਈਡ ਤੋਂ
ਤੇ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਆਣ ਕੇ ਖਤਮ ਹੁੰਦਾ। ਉਹ ਫੁਟੇਜ ਤੁਸੀਂ ਨਾਲ ਵੇਖਦੇ ਹੋਗੇ। ਇਹਦੀ ਇੱਥੇ ਖਤਮ ਹੋਣ ਦੀ ਵਜ੍ਹਾ ਕੀ ਆ ਔਰ ਕਿਉਂ ਇੱਥੇ ਰੁਕ ਗਿਆ ਆਣ ਕੇ ਔਰ ਕਿਸ ਵਜ੍ਹਾ ਤੋਂ? ਕਿਉਂਕਿ ਪਿੱਛੇ ਜਿਹੜੇ ਦੋਸਤਾਂ ਨੂੰ ਅਸੀਂ ਪੁੱਛਿਆ ਉਹਨਾਂ ਨੇ ਕਿਹਾ ਜੀ ਇੱਥੇ ਸਟੇ ਹੋਇਆ, ਕੋਈ 3-4 ਘਰਾਂ ਨੇ ਰਲ ਕੇ ਲਿਆ। ਮੈਂ ਉਹਨਾਂ ਦੇ ਕੋਲ ਵੀ ਆਇਆ, ਠੀਕ ਆ, ਔਰ ਉਹਨਾਂ ਨੂੰ ਪੁੱਛਦੇ ਆ ਕਿ ਉਹ ਕਿਸ ਵਜ੍ਹਾ ਤੋਂ ਸਟੇ ਲਿਆ ਗਿਆ ਔਰ ਕੀ ਇਹਦੀ ਵਜ੍ਹਾ ਕੀ, ਰੀਜ਼ਨ ਕੀ? ਕਿਉਂਕਿ ਇੱਕ ਤਰੱਕੀਆਤੀ ਕੰਮ ਆ, ਅਗਰ ਗ੍ਰਾਂਟ ਆਈ ਸੀ, ਪੈਸੇ ਲੱਗੇ ਆ, ਤੇ ਉਹਨੂੰ ਕਿਉਂ ਨਹੀਂ ਪਾਇਆ ਤਕਮੀਲ ਤੱਕ ਪਹੁੰਚਾਇਆ ਗਿਆ? ਤੇ ਇਹਨਾਂ ਦਾ ਮੌਕਫ ਹੀ ਲੈਣੇ, ਇਹਨਾਂ ਨੂੰ ਪੁੱਛਦੇ ਆ ਕਿ ਕੀ ਕਹਿੰਦੇ ਆ ਇਸ ਹਵਾਲੇ ਨਾਲ, ਕਿ ਕਿਉਂਕਿ ਇੱਥੇ ਇਹਨਾਂ ਦੇ ਘਰ ਦੇ ਲਾਗੇ ਆਣ ਕੇ ਰੁਕ ਗਿਆ ਖਾਲਾ। ਜੀ ਸਲਾਮ ਵਾਲੇकुम। ਵਾਲੇਕੁਮ ਜੀ ਭਾਈ ਬਤਾएं। ਸਰ ਪੰਜਾਬੀ ਦੱਸ ਦੇ। ਹਾਂਜੀ ਪੰਜਾਬੀ ਦੱਸੋ। ਦੇਖੋ ਜਦੋਂ ਆ ਮੋੜਨਾ, ਤੁਸੀਂ ਨਾਲਾ ਮੋੜ ਕੇ ਕਿਸੇ ਤਰੀਕੇ ਨਾਲ ਮੈਨੂੰ ਦਿਖਾਓ। ਨਾੜਾ ਮੁੜੇਗਾ, ਸਾਰੇ ਤੁਹਾਡੇ ਘਰ ਨੀਵੇਂ ਹੋ ਜਾਂਦੇ ਆ। ਤੁਹਾਡੀ 75 ਲੱਖ ਦੀ ਆਈ ਆ ਡਿਮਾਂਡ, ਠੀਕ ਆ, ਸਾਡਾ ਕੀ ਇਹ ਚ ਕਸੂਰ ਆ ਵੀ ਸਾਡੇ ਘਰ ਨੀਵੇਂ ਕਰ ਦੋਗੇ ਤੁਸੀਂ? ਤੁਹਾਡੀ ਆਈ ਆ, ਤੁਸੀਂ ਕਮਾਂਡ ਕਿਤੇ ਹੋਰ ਲਾ ਲਓ। ਤੁਸੀਂ ਸੀਵਰੇਜ ਦਾ ਨਿਜ਼ਾਮ ਕਰੋ, ਸਾਰੀ ਦੁਨੀਆ ਨੂੰ ਸੀਵਰੇਜ ਦਾ ਨਿਜ਼ਾਮ ਹੋ ਰਿਹਾ। ਤੁਸੀਂ ਨਾਲੇ ਇੰਨੇ ਉੱਚੇ ਬਣਾਈ ਜਾਂਦੇ, ਪਿੱਛੇ ਦੇਖ ਕੇ ਆਇਓ 4 ਫੁੱਟ ਦਾ ਤੁਸੀਂ ਨਾਲਾ ਬਣਾਤਾ। ਕਿੱਥੇ ਲੋਕਾਂ ਦੇ ਘਰ ਜਾਣ, ਕਿੱਥੇ ਜਾਈਏ ਅਸੀਂ? ਅਸੀਂ 75 ਲੱਖ 80 ਲੱਖ ਰੁਪਇਆ ਲਾ ਕੇ ਘਰ ਬਣਾਈਦਾ ਵਾ। ਤੁਹਾਡਾ ਇੱਕ 75 ਲੱਖ ਦਾ ਇੱਕ ਨਾਲਾ ਆ, ਤੁਸੀਂ ਉਹ ਨਾਲਾ ਬਣਾਉਣ ਵਾਲੇ ਸਾਡੇ ਘਰਾਂ ਦੀ ਅਸੀਂ ਕਰੀ ਜਾਂਦੇ ਹੋ। ਸਾਡੇ ਘਰਾਂ ਨੂੰ ਅੰਦਰ ਨੂੰ 2-2 ਬੋਡੇ ਲੱਥ ਜਾਣੇ ਆ। ਨਾਲਾ ਮੋੜੋ ਖਾਂ, ਉਹਦੇ ਬਾਲੇ ਬਾਜ਼ਾਰ ਨੂੰ ਮੁੜੇਗਾ ਤਾਂ ਉਹਦੇ ਨੂੰ ਪੌਡੇ ਚੜਨੇ ਆ। ਨਾਲ ਲੋਕੀ ਆਮਦ ਰਫਤ ਲੋਕਾਂ ਦੀ ਬੰਦ ਹੋਏ ਨਹੀਂ ਆ, ਕਿੱਧਰੋਂ ਦੀ ਆਉਣ ਜਾਣਗੇ? ਅੱਗੇ ਕਹਿੰਦੇ ਨਾਲਾ ਉਧਰੋਂ ਦੀ ਮੋੜਾਂਗੇ, ਮੋੜ ਕੇ ਥੱਲੇ ਪੈਪ ਪਾ ਦਾਂਗੇ। ਜਿਹੜੇ ਨਾਲੇ ਥੱਲੇ ਤੁਸੀਂ ਪੈਪ ਪਾਓਗੇ ਉਹ ਕਿੰਨੀ ਕੁ ਦੇਰ ਚੱਲਣਗੇ? ਨਹੀਂ, ਇਹਦੇ ਚ ਮੈਂ ਇੱਕ ਗੱਲ ਪੁੱਛਣਾ ਇਹ ਚਾਹ ਰਿਹਾ ਕਿ ਜਿਹੜਾ ਇਹ ਆਪਣਾ ਮਤਲਬ ਉਹ ਜਿਹੜਾ ਤੁਸੀਂ ਬਣਾਇਆ ਹੈ, ਇਹ ਰੋਡ ਸਾਨੂੰ ਮਤਲਬ ਜਿਹੜਾ ਉੱਥੋਂ ਰੋਡ ਆ ਰਿਹਾ, ਇਹ ਕਿੰਨਾ ਰੋਡ ਆ ਕਿ ਮਤਲਬ ਉਹ ਬਿਲਕੁਲ ਆਪਣਾ ਜਿਹੜਾ ਤੁਸੀਂ ਬਣਾਇਆ ਉਹ ਤੁਹਾਡੀ ਲਿਮਿਟ ਦੇ ਵਿੱਚ ਹੈ? ਸਰ ਲਿਮਿਟ ਤੋਂ ਇਲਾਵਾ ਦੇਖੋ, ਜੇ ਸਾਡੀ ਲਿਮਿਟ ਤੋਂ ਬਾਹਰ ਆ, ਸਾਡੇ ਥੜੇ ਵਿੱਚ ਉਦੋਂ ਉਹਨਾਂ ਦਾ ਕੋਈ ਇਸ਼ੂ ਨਹੀਂ। ਸਾਨੂੰ ਕੋਈ ਚੀਜ਼ ਤਾਂ ਦਿਓ, ਤੁਸੀਂ ਸਾਡੇ ਵੀ ਥੜੇ ਥੋੜੇ ਢਾਓਗੇ, ਵੈਰੀ ਗੁੱਡ, ਠੀਕ ਆ। ਜਿਹੜੀ ਚੀਜ਼ ਬਣਦੀ ਹੱਕ ਜਿਹੜੇ ਤੁਹਾਡੇ ਪੈਸੇ ਲੱਗੇ ਆ ਉਹਦੇ ਤੇ, ਮਕਸਦ ਇਹ ਆ ਕਿ ਉਹ ਉਹਨੂੰ ਕਰਕੇ ਕਲੀਅਰ, ਉਹ ਮੁੜ ਕੇ ਐਜ਼ ਇਟ ਇਜ਼ ਉਦਾਂ ਹੀ ਬਣ ਜਾਏਗਾ। ਕਿਉਂਕਿ ਸਾਨੂੰ ਕਲੀਅਰ ਵੀ ਨਾ ਕਰੋ, ਹਾਂ ਠੀਕ ਆ। ਕਿਸੇ ਨਿਜ਼ਾਮ ਨਾਲ ਕੰਮ ਕੋਈ ਲੈ ਕੇ ਚੱਲੋ। ਤੁਸੀਂ ਸਾਡੇ ਘਰ ਨੂੰ 3 ਪੌਡੇ ਥੱਲੇ ਲਾ ਦਿਓ, ਸਾਡੇ ਥੜੇ ਢਾਓ, ਠੀਕ ਆ, ਕੋਈ ਇਸ਼ੂ ਨਹੀਂ। ਜਿਹੜੀ ਚੀਜ਼ ਬਣਨ ਵਾਲੀ ਬਣਾਓ, ਠੀਕ ਆ। ਤੁਸੀਂ 3 ਪੌਡੇ ਸਾਡੇ ਘਰ ਨੂੰ ਲਾਉਂਦੇ, ਅਸੀਂ 80 ਲੱਖ ਰੁਪਏ ਦਾ ਘਰ ਬਣਾਇਆ, ਅਸੀਂ 2 ਮਹੀਨਿਆਂ ਬਾਅਦ ਫੇਰ ਘਰ ਠੀਕ ਕਰਨ ਬਹਿ ਜਾਾਂਗੇ। ਅਸੀਂ ਕਿੱਥੋਂ ਇੰਨੀ ਬਾਜ ਪੱਤੀ ਪਾਉਣੀ? ਅਗਰ ਮਿਲ ਬੈਠ ਕੇ, ਤੁਸੀਂ ਪਿੰਡ ਵਾਲੇ ਹੋ ਸਾਰੇ, ਅਗਰ ਮਿਲ ਬੈਠ ਕੇ ਇਹ ਕਰ ਲਓ ਕਿ ਯਾਰ ਇਹਨੂੰ ਇੱਥੋਂ ਦੀ ਨਗਾ ਦਿਓ, ਲੇਕਿਨ ਸਾਡਾ ਜਿਹੜਾ ਸਿਸਟਮ ਆ ਨਾ ਉਹ ਉੱਥੇ ਹੀ ਰਵੇ, ਮਤਲਬ ਉਹ ਸੇਮ ਉਹ ਐਜ਼ ਇਟ ਇਜ਼ ਉਸ ਤੋਂ ਬਾਅਦ ਵੀ ਤੇ ਉਹ ਬਣ ਸਕਦਾ। ਉਹ ਮੈਂ ਸਮਝ ਰਿਹਾ ਤੁਹਾਡੀ ਗੱਲ ਕਿ ਤੁਸੀਂ ਪੈਸੇ ਲਾ ਚੁੱਕੇ ਹੋ। ਅਗਰ ਪਿੰਡ ਵਾਲੇ ਰਲ ਮਿਲ ਕੇ, ਕਿਉਂਕਿ ਇਹਨੂੰ ਕਿਸੇ ਬੰਨੇ ਤੇ ਲਾਣਾ ਹੈ ਨਾ, ਅਗਰ ਰਲ ਮਿਲ ਕੇ ਸਾਰੇ ਦੋਸਤ ਮਤਲਬ ਇਹਨੂੰ ਮੰਨ ਲੈਣ ਕਿ ਯਾਰ ਉਧਰੋਂ ਦੀ ਕੱਢ ਦਿੰਨੇ ਆ ਖਾਲਿਆਂ, ਜਿਹੜਾ ਤੁਹਾਡਾ ਥੜਾ ਬਣਿਆ ਜਾਂ ਤੁਹਾਡੀਆਂ ਸੀੜੀਆਂ ਬਣੀਆਂ, ਉਹ ਫਿਰ ਦੁਬਾਰਾ ਐਜ਼ ਇਟ ਇਜ਼ ਉਦਾਂ ਹੀ ਬਣ ਸਕਦੀਆਂ। ਕਿਉਂਕਿ ਬਹੁਤ ਸਾਰੀਆਂ ਜਗ੍ਹਾ ਤੇ ਇਦਾਂ ਬਣੇ ਹੋਏ। ਕੋਈ ਇਸ਼ੂ ਨਹੀਂਗਾ ਸਰ ਉਹਦਾ। ਹੁਣ ਮੈਨੂੰ ਇੱਕ ਗੱਲ ਦੱਸੋ, ਜੀ ਤੁਸੀਂ ਕੰਮ ਸ਼ੁਰੂ ਕਰਵਾਇਆ, ਠੀਕ ਹੈ, ਤੁਹਾਡੇ ਗ੍ਰਾਂਟ ਆਈ, ਤੁਸੀਂ ਪਿੰਡ ਕਿਸੇ ਵੱਡੇ ਕੋਈ ਚੌਧਰੀਆਂ ਗਏ ਹੋਗੇ, ਉਹਨਾਂ ਕੋਲ ਪੁੱਛਿਆ ਹੋਗਾ, ਤੁਸੀਂ ਕਿਸੇ ਮੁਹੱਲੇ ਵਾਲੇ ਕੋਲ ਪੁੱਛਿਆ ਵੀ ਅਸੀਂ ਆਹ ਕੰਮ ਇੱਥੇ ਕਰਨ ਲੱਗੇ ਆ, ਵੀ ਤੁਸੀਂ ਦੱਸੋ ਤੁਹਾਡੀ ਰਾਏ ਲਈ। ਹਾਂ, ਤੁਹਾਡੇ ਕੀ ਰਾਏ ਆ? ਸਾਡੇ ਕੋਲ ਰਾਏ ਲਈ ਆ, ਸਾਡੇ ਕੋਲ ਰਾਏ ਲਈ ਉਹਨੇ ਸਾਨੂੰ ਦੱਸਿਆ ਜਾਂਦਾ ਭਾਈ ਆ ਤੁਹਾਡਾ ਜਾਂ 3-3 ਫੁੱਟ ਥੱਲੇ ਘਰ ਟੋਬੀਆਂ ਨਾ, ਤਾਂ ਅਸੀਂ ਉਹਨਾਂ ਨੂੰ ਦੱਸਣਾ ਨਹੀਂ ਸੀ ਵੀ ਇੱਥੋਂ ਨਾ ਸ਼ੁਰੂ ਕਰੋ। ਜਦੋਂ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਤੁਹਾਡੇ ਕੋਲ ਗ੍ਰਾਂਟ ਆਈ, ਤੁਸੀਂ ਲਾਉਣੀ ਸ਼ੁਰੂ ਕਰਤੀ, ਸਾਡਾ ਕਸੂਰ ਤਾਂ ਨਹੀਂ ਉਹ 'ਚ, ਠੀਕ ਆ। ਹਕੂਮਤ ਦੀ ਗ੍ਰਾਂਟ ਆ, ਜਿਹੜੇ ਬੰਦੇ ਨੂੰ ਗ੍ਰਾਂਟ ਦਿੱਤੀ ਉਹਨੂੰ ਚਾਹੀਦੇ ਆ ਕੇ ਮੁਹੱਲੇ ਵਾਲਿਆਂ ਨੂੰ ਪੁੱਛਣ ਵੀ ਭਾਈ ਸਾਨੂੰ ਦੱਸੋ ਵੀ ਕੀ ਇਸ਼ੂ ਆ, ਤੁਸੀਂ ਜੇ ਤੁਹਾਡੇ ਇੱਥੇ ਨਾਲਾ ਬਣਾਈਏ ਤਾਂ ਸਾਡਾ ਨਾਲੇ ਤੋਂ ਇਲਾਵਾ ਸਾਡਾ ਹੁਣ ਪਾਣੀ ਅਸੀਂ ਲਾ ਕੇ ਪੈਸੇ ਪਾਣੀ ਇੱਧਰ ਨੂੰ ਕੱਢਿਆ, ਦੂਜੇ ਪਾਸੇ ਨਾਲੇ ਸਾਨੂੰ ਜ਼ਰੂਰਤ ਨਹੀਂ ਗੀ ਕਿਸੇ ਹੋਰ ਪਾਸੇ ਪਾਣੀ। ਤੁਹਾਡਾ ਪਾਣੀ ਕਿੱਧਰ ਜਾ ਰਿਹਾ? ਸਾਡਾ ਪਾਣੀ ਉੱਥੇ ਅਸੀਂ ਬਣਾਈਆਂ ਹੋਈਆਂ ਹੋਦੀਆਂ ਬਣਾਈਆਂ, ਦੋਨਾਂ ਪਾਸੇ ਹੋਦੀਆਂ ਬਣਾਈਆਂ, ਥੱਲੇ ਜਿਹੜਾ ਪਾਣੀ ਡਿਸਪੋਜ਼ਲ ਹੋ ਰਿਹਾ ਨਾ, ਕਿੱਧਰ ਜਾ ਰਿਹਾ? ਆਹ ਇਧਰਲੀ ਨਾਲੀ ਨਾਲ ਅਜੇ ਪਹਿਲਾਂ ਬਣੀ ਆ, ਯਾਨੀ ਉਧਰੋਂ ਪਾਈਪ ਪਾ ਕੇ ਇੱਧਰ ਆ ਗਏ। ਅੱਛਾ, ਠੀਕ ਆ, ਸਾਨੂੰ ਤਾਂ ਜ਼ਰੂਰਤ ਹੀ ਨਹੀਂ। ਜਿਹੜਾ ਸਟੇ ਤੁਸੀਂ ਲਿਆ, ਮਤਲਬ ਬੇਸਿਕਲੀ ਤੁਹਾਡੇ ਨਾਲ ਕੋਈ ਪਿੰਡ ਦੇ ਬੰਦਿਆਂ ਨੇ ਗੱਲਬਾਤ ਕੀਤੀ ਹੈ ਕਿ ਯਾਰ ਇਹ ਸਟੇ ਤੋੜ ਲਓ ਤੇ ਅਸੀਂ ਮਤਲਬ ਇਹਨੂੰ ਇਸ ਤਰ੍ਹਾਂ ਕਰ ਲਾਂਗੇ, ਜਾਂ ਕੋਈ ਮਤਲਬ ਕੋਈ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਯਾਰ ਚਲੋ ਇਹ ਚੀਜ਼ ਹੋ ਜਾਏਗੀ? ਸਟੇ ਤੋੜਨ ਦਾ ਵੀ ਉਹ ਅੰਮਾ 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 ਅਸੀਂ ਨਹੀਂ ਰਜ਼ਾਮੰਦ ਉੱਥੋਂ ਨਾਲਾ ਕੱਢਣ ਵਾਸਤੇ। ਅੱਛਾ, ਉਹਦੀ ਵਜ੍ਹਾ ਮਾਂ ਜੀ? ਉਹਦੀ ਵਜ੍ਹਾ ਇਹ ਆ ਕਿ ਪਹਿਲੇ ਤਾਂ ਇੱਥੋਂ ਜਿੱਥੋਂ ਨਾਲਾ ਲੰਘਣਾ, ਇੱਥੋਂ ਪਾਣੀ ਦੀ ਕਿਸੇ ਪਾਸੇ ਨਿਕਾਸੀ ਨਹੀਂ ਹੁੰਦੀ। ਪਾਣੀ ਦਾ ਪਾਣੀ ਆਈ ਸਮਝ? ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ, ਇੱਥੋਂ ਸਾਰਾ ਪਾਣੀ ਰੁਕਦਾ। ਆਈ ਸਮਝ? ਸਾਡੇ ਨਾਲ ਜਿਹੜੇ ਸਾਡੇ ਭੈਣ ਭਰਾ ਤੁਰੇ ਹੋਏ ਆ, ਅਸੀਂ ਉਹਨਾਂ ਦੇ ਨਾਲ ਹੀ ਆ, ਜਿੱਦਾਂ ਉਹ ਚੱਲਣਗੇ ਅਸੀਂ ਉਹਨਾਂ ਮਗਰ ਚੱਲਾਂਗੇ। ਆਈ ਸਮਝ? ਨਹੀਂ, ਠੀਕ ਹੋ ਗਿਆ। ਮੈਂ ਮਾਂ ਜੀ ਕਿਉਂਕਿ ਅਸੀਂ ਵੀ ਤੁਹਾਡਾ ਹੀ ਹੱਲ ਚਾਹ ਰਹੇ ਹਾਂ, ਅਸੀਂ ਇਹ ਕਹਿੰਦੇ ਆ ਕਿ ਅਗਰ ਸਪੋਜ਼, ਕਿਉਂਕਿ ਮੇਰੀ ਗੱਲ ਭਾਈ ਨਾਲ ਹੋਈ ਆ ਕਿ ਅਗਰ ਇਹ ਨਾਲਾ ਦੇਖੋ ਨਾ ਇੱਥੋਂ ਅਗਰ ਨਿਕਲਦਾ ਜਾਂ ਜਾਂਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਉਹਨੂੰ ਹੈਂਡਲ ਕਰ ਸਕਦੇ ਹਾਂ? ਕਿ ਯਾਨੀ ਕਿ ਤੁਹਾਡੀ ਸੋਚ ਬਸੀਰਤ ਦੇ ਮੁਤਾਬਕ ਇੱਥੇ ਰੁਕ ਗਿਆ, ਪੈਸੇ ਤੇ ਖਰਾਬ ਹੋ ਗਏ, ਮਤਲਬ ਗਵਰਨਮੈਂਟ ਦੇ ਨਹੀਂ, ਉਹ ਸਮਝ ਲਓ ਤੁਹਾਡੇ ਮੇਰੇ ਟੈਕਸ ਦੇ ਪੈਸੇ ਆ ਜਿਹੜੇ ਅਸੀਂ ਸਾਡੇ ਪੈਸੇ ਲੱਗ ਰਹੇ ਮਾਂ ਜੀ। ਮੇਰੇ ਵੀਰ, ਅਸੀਂ ਕਿਸੇ ਗੱਲ ਦੇ ਵਿੱਚ ਅਸੀਂ ਕੋਈ ਨਹੀਂ ਤੇ ਰਜ਼ਾਮੰਦ। ਸਾਡੇ ਭਰਾ ਨੇ ਐਸੇ ਲਾਈਨ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ, ਉਹ ਸਵਾਹ ਕਰਨ ਕਿਉਂਕਿ ਅਸੀਂ ਉਹਨਾਂ ਦੇ ਪਿੱਛੇ ਆ। ਹਾਂਜੀ, ਆਈ ਸਮਝ? ਠੀਕ ਹੋ ਗਿਆ। ਅਸੀਂ ਕੋਈ ਰਜ਼ਾਮੰਦ ਨਹੀਂ, ਸਾਡੇ ਬੂਆ ਅੱਗੇ ਦੇ ਨਾਲਾ ਨਹੀਂ। ਇਹਦੇ ਨਾਲ ਜੇ ਨਾਲੀਆਂ ਚੱਲ ਜਾਂਦੀਆਂ ਉਹ ਨਹੀਂ ਸੀ ਸਹੀ ਹੈ? ਇੱਥੋਂ ਲਾ ਕੇ ਉਹ ਤੋੜ ਕਿੰਨਾ ਨੁਕਸਾਨ ਹੋਣਾ। ਮੇਰਾ ਵੀਰ, ਅੱਜ ਚੁੱਲ੍ਹਾ ਢਾਹ ਕੇ ਬਣਾਈਆਂ ਨਾ, ਚੁੱਲ੍ਹਾ ਨਹੀਂ ਬਣਦਾ। ਲੇਕਿਨ ਹੁਣ ਦੇਖੋ ਨਾ, 75 ਲੱਖ ਰੁਪਇਆ ਲੱਗਾ ਹੈ, ਮਕਸਦ ਇੱਕ ਸੋਚਣ ਵਾਲੀ ਗੱਲ ਹੈ ਕਿ 75 ਲੱਖ ਗਿਆ। ਆਜੋ ਅੱਗੇ ਆਜੋ।
ਇਹ 75,000 ਦੇਖਦਾ ਤੇ ਲੋਕਾਂ ਦੇ ਕਰੋੜ ਲੱਗੇ ਹੋਏ ਆ ਮੇਰੇ ਵੀਰ। ਇੰਨੀ ਗਰੀਬੀ ਆ, ਲੋਕਾਂ ਦੇ ਘਰ ਹਾਂਡੀਆਂ ਨਹੀਂ ਪੱਕਦੀਆਂ। ਆਈ ਸਮਝ ਤੇ ਅਸੀਂ ਨਹੀਂ ਰਜ਼ਾਮੰਦ ਕਿ ਸਾਡੇ ਬੂਹੇ ਅੱਗੇ ਨਾਲਾ ਜਾਵੇ ਤੇ ਉਸ ਤੋਂ ਬਾਅਦ ਜਿੱਦਾਂ ਉਹ ਸਾਡੇ ਭਰਾ ਨੂੰ ਸਾਡੇ ਨਾਲ ਆ, ਜਿੱਦਾਂ ਉਹ ਕਰਨਗੇ ਅਸੀਂ ਉਹਨਾਂ ਦੇ ਪਿੱਛੇ ਆ। ਠੀਕ ਹੋ ਗਿਆ। ਆਈ ਸਮਝ ਅਸੀਂ ਵੀ ਤੁਹਾਡੇ ਨਾਲ ਆ। ਮਕਸਦ ਇਹ ਆ ਕਿ ਸਾਡਾ ਸਿਰਫ ਇਹ ਹੈ ਕਿ ਇਹ ਸੌਟ ਆਊਟ ਹੋ ਜਾਣਾ ਚਾਹੀਦਾ ਕਿ ਅਗਰ ਪੈਸੇ ਲੱਗੇ ਆ ਯਾਰ ਤੁਹਾਡੇ ਸਾਡੇ ਹੀ ਲੱਗੇ ਆ ਨਾ। ਮੈਂ ਇਹ ਕਹਿ ਰਿਹਾ ਅਸੀਂ ਮੇਰਾ ਵੀਰ ਉਦੋਂ ਹੀ ਰਜ਼ਾਮੰਦ ਕੋਈ ਨਹੀਂ ਸੀ ਜਦੋਂ ਉਹਨੇ ਕੰਮ ਸ਼ੁਰੂ ਕੀਤਾ। ਕਿੰਨੇ ਸ਼ੁਰੂ ਕਰਵਾਇਆ ਸੀ? ਮੈਂ ਤੁਹਾਨੂੰ ਦੱਸਦਾ ਸਰ, ਇਹ ਕੰਮ ਇਹ ਗ੍ਰਾਂਟ ਨਹੀਂਗੀ, ਇਹ ਮੇਰਾ ਖਿਆਲ ਆ ਕਿ ਜਿਹੜੇ ਆ ਆਪਣੇ ਨਾਜ ਨਹੀਂ ਸੀ ਬਣੇ ਆਸਮ ਨਜ਼ੀਰ ਕੇ, ਹਾਂਜੀ, ਇਹ ਉਹਨਾਂ ਨੇ ਪੈਸਾ ਦਿੱਤਾ, ਫੰਡ ਹੁੰਦਾ, ਇਹ ਫੰਡ ਆ। ਗ੍ਰਾਂਟ ਤਾਂ ਮਿਲੀ ਨਹੀਂ ਪਿਛਲੇ ਸੀ ਕਿਸੇ ਨੂੰ। ਫੰਡ ਹੀ ਲਾ ਲਓ ਨਾ, ਲੇਕਿਨ ਪੈਸੇ ਤੇ ਆਏ ਨਾ। ਹਾਂਜੀ। ਬੇਸਿਕਲੀ ਇਹ ਚੀਜ਼ ਆ। ਪੈਸੇ ਜਿੰਨੇ ਵੀ ਲਾਏ ਆ, ਨਾ ਕੋਈ ਇੰਜੀਨੀਅਰਿੰਗ ਇਹਦੇ ਤੇ ਆਇਆ, ਨਾ ਕੋਈ ਆਰਕੀਟੈਕਟ, ਨਾ ਕੋਈ ਮਤਲਬ ਨਾ ਇਹਦਾ ਸਰਵਾ ਵੀ ਨਹੀਂ ਆਇਆ। ਨਕਸ਼ਾ ਹੈਗਾ, ਨਾ ਇਹਦੀ ਕੋਈ ਯਾਨੀ ਕਿ ਉਹਨਾਂ ਨੇ ਆਪਣੀ ਲੈ ਕੇ ਆਂਦੀ ਆ ਕਿ ਇਹ ਮਨਜ਼ੂਰੀ, ਬਸ ਆਪਣੇ ਤਹਿਤ ਆਪਣੀ ਨਜ਼ਰਾਂ ਦੇ ਤਹਿਤ ਨਾਲਾ ਬਣਾਇਆ, ਜਿਹਦਾ ਕਰਕੇ 25 ਤੁਸੀਂ ਕਿੰਨਾ ਕਹਿੰਦੇ 75 ਲੱਖ ਰੁਪਇਆ ਕਹਿ ਰਹੇ ਆ। 75 ਲੱਖ ਲੱਗਾ ਤੇ ਇੱਕ ਘਰ ਇੱਥੇ 1.5 ਕਰੋੜ ਰੁਪਏ ਦਾ ਡੁੱਬੇ ਪਏ ਆ ਜਿਹੜੇ ਡੁੱਬ ਗਏ ਆ ਪਾਣੀ ਇਹਦੀ ਨਾਲੇ ਦੀ ਵਜ੍ਹਾ ਤੋਂ। ਲੇਕਿਨ ਪਾਣੀ ਤੇ ਚੱਲਿਆ ਹੀ ਨਹੀਂ ਨਾ ਯਾਰ। ਪਾਣੀ ਤਾਂ ਚੱਲਿਆ ਹੀ ਨਹੀਂ, ਪਾਣੀ ਉਹ ਬਾਰਿਸ਼ ਦਾ ਪਾਣੀ ਘਰਾਂ ਹੀ ਜਾ ਰਿਹਾ ਨਾ ਉਹ ਹੁਣ। ਪਾਣੀ ਦੱਸਣਾ ਜਿਹੜਾ ਇੱਧਰ ਪਾਣੀ ਇੱਧਰ ਨੂੰ ਆਉਂਦਾ ਸੀ, ਸਾਰਾ ਪਾਣੀ ਲੋਕਾਂ ਦੇ ਘਰਾਂ 'ਚ ਪੈ ਗਿਆ, ਲੋਕਾਂ ਦੇ ਮਕਾਨ ਨਹੀਂ। ਯਾਰ ਨਾਲਾ ਦੇਖੋ ਨਾ, ਹਜੇ ਵੀ ਸੜਕ 3 ਫੁੱਟ ਉੱਚੇ ਆ। ਜਮਾ ਤੇ ਹੁੰਦਾ ਹੋਣਾ। ਹਾਂ ਨਹੀਂ, ਜਦੋਂ ਬਾਰਿਸ਼ ਪੈਂਦੀ ਆ ਘਰਾਂ 'ਚ ਪਾਣੀ ਚੱਲ ਜਾਂਦਾ। ਹਾਂ, ਮਤਲਬ ਇਹ ਉੱਚਾ ਹੋ ਗਿਆ। ਇਹ ਉੱਚਾ ਹੋ ਗਿਆ, ਇਹ ਪਿੰਡ ਤੋਂ 3 ਫੁੱਟ 4 ਫੁੱਟ ਉੱਚਾ ਰੱਖ ਦਿੱਤਾ ਗਿਆ ਪਿੰਡ ਦੇ, ਤੇ ਪਾਣੀ ਸਾਰਾ ਘਰਾਂ ਜਾਣ ਦਿਆ, ਇਹਦਾ ਕੋਈ ਫਾਇਦਾ ਨਹੀਂ। ਇਹ ਮੇਰਾ ਵੀਰ ਸਾਡੇ ਤੋਂ ਇਲਾਵਾ ਪੂਰਾ ਪਿੰਡ ਕੋਈ ਰਜ਼ਾਮੰਦ ਨਹੀਂ ਕਿ ਆਹ ਨਾਲਾ ਬਣ ਜਾਵੇ। ਤੁਹਾਡੇ ਤੋਂ ਇਲਾਵਾ ਨਹੀਂ, ਇਦਾਂ ਨਹੀਂ, ਹਾਂ ਕਿਉਂਕਿ ਉਹ ਅਸੀਂ ਪਿੱਛੇ ਵੀ ਗੱਲ ਕੀਤੀ ਆ। ਉਹ ਵੀ ਲੋਕ, ਕਾਫੀ ਸਾਰੇ ਲੋਕ ਆ ਉੱਥੇ ਜਿਹੜੇ ਤੁਹਾਡੇ ਹਾਂਜੀ ਮਤਲਬ ਹਾਂਜੀ ਇਸ ਤਰ੍ਹਾਂ ਦੇ ਆ ਕਿ ਉਹ ਕਹਿੰਦੇ ਯਾਰ ਅਸੀਂ ਇਹਦੇ ਹੱਕ 'ਚ ਨਹੀਂ। ਹਾਂਜੀ ਹਾਂਜੀ ਬੇਸਿਕਲੀ ਇੱਕ ਚੀਜ਼ ਹੋਰ ਆਂਦੀ ਆ, ਉਹ ਕਹਿੰਦੇ ਜੀ ਕਿ ਜਾਂ ਤਾਂ ਇੱਧਰ ਬਣਾ ਲਓ ਰਾਈਟ ਸਾਈਡ ਤੇ, ਲੈਫਟ ਸਾਈਡ ਤੇ, ਮਤਲਬ ਇੱਥੋਂ ਚੱਕ ਕੇ ਤੇ ਉੱਧਰ ਕਰ ਲਓ। ਮਕਸਦ ਇਹ ਆ ਕਿ ਉੱਧਰ ਕਰਨਾ ਵੀ ਕੋਈ ਇਹਦਾ ਮਸਲਾ ਕਰਨਾ ਮਸਲਾ ਨਹੀਂ ਹੱਲ ਹੁੰਦਾ। ਮਸਲਾ ਇਹ ਆ ਕਿ ਇਹਦੀ ਤੁਹਾਡਾ ਹੁੰਦਾ, ਕਿਉਂਕਿ ਉਹਦੇ ਅਗਰ ਇਧਰੋਂ ਦੀ ਜਾਏਗਾ ਫਿਰ ਤੁਹਾਡਾ ਡਿਸਟਰਬ ਨਹੀਂ ਹੋਏਗਾ। ਡਿਸਟਰਬ ਵਾਲੀ ਗੱਲ ਨਹੀਂ, ਮਸਲਾ ਇਹ ਨਹੀਂ। ਆ ਤੋੜੋ ਉੱਥੋਂ ਤੱਕ ਨਾ ਸਾਰੀ ਕਾਨੂੰਨੀ ਕੱਟੀ ਹੋਈ ਆ, ਲੋਕਾਂ ਨੇ ਖਰੀਦੀ ਹੋਈ ਆ। ਉਹ ਡੇਰੇ ਕੋਲ ਅੱਗੇ ਖਾਲਾ ਚੱਲਦਾ, ਉਹ 24 ਘੰਟੇ ਖਾਲਾ ਚੱਲਦਾ। ਜੋ ਏਡੇ ਹੁੰਦੇ ਅਕਲਮੰਦ ਇਹਦੀ ਮਨਜ਼ੂਰੀ ਕਰਵਾ ਕੇ ਉੱਥੇ ਖਾਲੇ ਵਿੱਚ ਪਾ ਸਕਦੇ ਚੱਲ ਇਹ ਵੀ ਸਕਦਾ, ਲੇਕਿਨ ਕਮ ਦਾ ਕਮ 3 ਫੁੱਟ ਥੱਲੇ ਹੋਣਾ ਚਾਹੀਦਾ। ਪਿੰਡ ਤੋਂ ਉੱਪਰ ਨਿਕਾਸੀ ਪਾਣੀ ਦੀ ਨੀਵੀਂ ਹੋਣੀ ਇਹਨਾਂ ਨੇ ਚਾਹੀਦੀ। ਬਣਾਇਆ ਸੀ, ਉਹ ਇੱਕ ਗੱਲ ਮੈਂ ਹੋਰ ਸੁਣੀ ਹੈ, ਉਹ ਕਹਿੰਦੇ ਜੀ ਕਿ ਇਹਨੂੰ ਅਸੀਂ ਪਾਣਾ ਸੀਗਾ 16, ਮਤਲਬ ਇਹਨੂੰ ਉੱਚਾ ਕਰ ਦੇਣਾ, ਇਹਦੇ ਬਰਾਬਰ ਕਰ, ਲੇਕਿਨ ਘਰ ਕਿੱਥੇ ਜਾਣਗੇ? ਮਤਲਬ ਇਹ ਹੀ ਮਸਲਾ ਨਾ, ਮਸਲਾ ਤੇ ਇਹ ਜਿਹੜੇ ਬੰਦੇ ਨੇ ਤੈਨੂੰ ਇਹ ਮਸ਼ਵਰਾ ਦਿੱਤਾ ਸੀ, ਉਹਨੂੰ ਇਹ ਤਾਂ ਪੁੱਛਦਾ ਵੀ ਲੋਕਾਂ ਦੇ ਘਰਾਂ ਦਾ ਪਾਣੀ ਪਊਗਾ ਜਿਹੜੇ ਇਹਨਾਂ ਨੇ ਖੂਹਾਂ ਦੇ ਵਿੱਚ ਡਿੱਗਦੇ ਪਏ ਆ। ਗੱਲ ਦੱਸੋ, ਹੁਣ ਸੀਵਰੇਜ ਦਾ ਨਿਜ਼ਾਮ ਨਹੀਂ ਚੱਲ ਰਿਹਾ ਹੈਗਾ ਪਿੰਡਾਂ 'ਚ। ਮੈਂ ਤੁਹਾਨੂੰ 36 ਪਿੰਡਾਂ ਦਿਖਾਵਾਂਗਾ, ਉੱਥੇ ਮੰਥਲੀ ਆਉਂਦੇ ਆ ਅਗਲੇ, ਸੀਵਰੇਜ ਦਾ ਨਿਜ਼ਾਮ ਸਾਫ਼ ਕਰਕੇ ਚੱਲ ਜਾਂਦੇ ਆ। ਸਾਨੂੰ ਆ ਖਾਲੇ ਦੀ ਜ਼ਰੂਰਤ ਕੀ ਹੈ? ਜੋ ਸੀਵਰੇਜ ਦਾ ਨਿਜ਼ਾਮ ਹੈਗਾ, ਜੇ 38 ਲੱਖ 70 ਲੱਖ 75 ਲੱਖ ਆਇਆ, 90 ਲੱਖ ਆਇਆ, ਉਹ ਜੋ ਸੀਵਰੇਜ ਨਹੀਂ ਸੀ ਬਣ ਸਕਦਾ। ਅੱਛਾ ਇੱਕ ਕੰਮ ਫੜਦੇ, ਕੋਈ ਇੱਕੋ ਹੀ ਫੜਦੇ ਉਹਨੂੰ ਅੱਛਾ ਕਰਦੇ। ਹੁਣ ਦੋਵਾਂ ਬਾਜ਼ਾਰਾਂ ਦਾ ਲਵਾਜਾ ਸੋਲੰਗ ਇੱਥੋਂ ਹੋ ਗਿਆ, ਬਾਜ਼ਾਰ ਉੱਚਾ, ਸੋਲੰਗ ਉੱਚਾ ਹੋ ਗਿਆ। ਜੇ ਪਿਛਲਾ ਬਾਜ਼ਾਰ ਮਿੱਟੀ ਹੈਗੀ ਸਰ, ਆ ਪਿਛਲਾ ਬਾਜ਼ਾਰ ਆ, ਉਹ ਵਿਚਾਰੇ ਘਰਾਂ 'ਚ ਪਾਣੀ ਜਾਂਦਾ ਹੈ। ਸੈਂਟਰ ਬਾਜ਼ਾਰ, ਮੇਨ ਬਾਜ਼ਾਰ ਆ, ਅੰਦਰਲੇ ਜਿਹੜੇ ਬਾਜ਼ਾਰ ਆ ਨਾ ਸਾਰੇ ਨੀਵੇਂ ਹੋ ਗਏ ਆ। ਤੁਸੀਂ ਅਗਰ ਜਾ ਕੇ ਦਿਖਾ ਸਕਦੇ ਨਾ ਮੀਡੀਆ ਦੇਖੋ, ਆ ਸਾਰੇ ਬਾਜ਼ਾਰ ਨੀਵੇਂ, ਪਾਣੀ ਇਹਨਾਂ ਦਾ ਬਾਰਿਸ਼ ਦਾ ਪਾਣੀ ਕਿੱਧਰ ਨੂੰ ਕੱਢਣਾ? ਨਹੀਂ ਮੇਰੇ ਗੋਡੇ ਨਹੀਂ, ਬਾਰਿਸ਼ ਦਾ ਪਾਣੀ ਨਹੀਂ ਨਿਕਲ ਸਕਦਾ। ਹਾਂਜੀ, ਯਾਨੀ ਕਿ ਇਹ ਤੁਹਾਡੇ ਮੁਤਾਬਕ ਜਿਹੜੇ ਤੁਹਾਡੇ 3-4 ਘਰ ਆ, ਮੈਂ ਕਹਿਣਾ ਚਾਹਾਂਗਾ ਕਿ ਉਹ 3-4 ਘਰ ਆ, ਉਹ ਇਹਦੀ ਜੱਜ 'ਚ ਆਉਂਦੇ ਆ। ਬੇਸਿਕਲੀ ਫਿਰ ਉਹ ਤੁਸੀਂ ਨੁਕਸਾਨ ਹੁੰਦਾ ਨਾ, ਕਿਉਂਕਿ ਇੱਕ ਚੀਜ਼ ਤੁਸੀਂ ਘਰ ਬਣਾਇਆ ਹੋਇਆ, ਉਹਦੇ ਅੱਗੇ ਤੁਸੀਂ ਆਪਣਾ ਕੋਈ ਬਣਾ 3-4 ਘਰ ਨਹੀਂ, ਕੰਮ ਦਾ ਕੰਮ ਅੱਧੇ ਪਿੰਡ ਦਾ ਪਾਣੀ ਆ ਨਾਲੇ ਦਾ ਰੋਕ ਮੈਂ ਸਟੇ ਦੀ ਕਾਪੀ ਜਿਹੜੀ ਹੈ ਨਾ ਉਹ ਮੈਂ ਲੈ ਕੇ ਆਇਆ, ਉਹ ਅਸੀਂ ਉਹਨੂੰ ਨਾਲ ਹੀ ਰੱਖਾਂਗੇ, ਉਹਨੂੰ ਚਲਾਵਾਂਗੇ ਨਾਲ ਇਹਦੇ। ਬੇਸਿਕਲੀ ਸਾਨੂੰ ਪਤਾ ਤੇ ਲੱਗੇ ਨਾ ਕਿ ਯਾਰ ਇਹ ਚੀਜ਼ ਏਦਾਂ ਹੋਈ ਆ ਕਿ ਸਟੇ ਇੱਕ ਚੀਜ਼ ਦਾ ਲਿਆ ਗਿਆ, ਉਸ ਤੋਂ ਬਾਅਦ ਇਹਨੂੰ ਰੋਕ ਦਿੱਤਾ ਗਿਆ। ਸਾਡਾ ਮਜਮੂਈ ਤੌਰ ਤੇ, ਇਜਤਮਾਹੀ ਤੌਰ ਤੇ, ਮੈਂ ਮਤਲਬ ਅਸੀਂ ਨਾ ਤੁਹਾਡੇ ਅਗੇਂਸਟ ਆ ਨਾ ਉਹਨਾਂ ਦੇ ਅਗੇਂਸਟ ਆ। ਹਾਂਜੀ, ਬੇਸਿਕਲੀ ਅਸੀਂ ਤੁਹਾਡੇ ਨਾਲ ਆ। ਉਹ ਤੁਹਾਡਾ ਮੌਕਫ ਜਿਹੜਾ ਉਹ ਆਪਣੀ ਜਗ੍ਹਾ ਤੇ, ਕਿਉਂਕਿ ਤੁਸੀਂ ਵੀ ਟੈਨਸ਼ਨ 'ਚ ਆਉਂਦੇ ਹੋ ਇਸ ਖਾਲੇ ਦੀ ਵਜ੍ਹਾ ਤੋਂ। ਬਾਕੀ ਅਗਲੇ ਲੋਕ ਆ ਜਿਹੜੇ ਉਹ ਤੇ ਆਏ ਹੋਏ ਉਹਦੀ ਜ਼ੱਜ, ਉਹਦੀ ਵਜ੍ਹਾ ਕਿ ਤੁਸੀਂ ਮੇਰੇ ਉੱਤੇ ਉਹ ਨੀਵੇਂ ਹੋ ਗਏ। ਅਗਰ ਕਿਸੇ ਪਿੰਡ ਦਾ ਕੋਈ ਕੰਮ ਹੁੰਦਾ ਨਾ, ਉਹ ਤਰੱਕੀ 'ਚ ਪਾਇਆ ਜਾਂਦਾ, ਲੇਕਿਨ ਤਰੱਕੀ ਉਹ ਚੀਜ਼ ਦੀ ਹੁੰਦੀ ਆ ਅਗਰ ਦੇਖੋ ਨਾ ਇਹਦਾ ਕੋਈ ਫਾਇਦਾ ਹੋਵੇ, ਕਿਸੇ ਦਾ ਪਾਣੀ ਨਿਕਲੇ, ਕਿਸੇ ਦਾ ਘਰ ਦੇ ਨੁਕਸਾਨ ਹੋਵੇ, ਤਾਂ ਤਰੱਕੀ ਹੁੰਦੀ। ਇਹ ਤਾਂ ਉਹਨਾਂ 3-4 ਫੁੱਟ ਉੱਪਰ ਬੰਨ ਦਿੱਤਾ। ਅੱਛਾ, ਅਗਰ ਇਹੀ 3-4 ਫੁੱਟ ਥੱਲੇ ਬੰਨਦੇ, ਕਿਸੇ ਨੂੰ ਵੀ ਨਹੀਂ ਸੀ ਮਸਲਾ ਹੋਣਾ। ਏਦਾਂ ਬਣਾ ਦੇ ਜਿਵੇਂ ਦਰਿਆ ਦਾ ਪਾਣੀ ਪੈਣਾ ਹੁੰਦਾ ਇਹਦੇ ਵਿੱਚ। ਛੋਟਾ ਬਣਾ ਲੈਂਦੇ, ਕਿਸੇ ਉਹ ਘਰਾਂ ਦਾ ਪਾਣੀ ਨਿਕਲਣਾ, ਅਸੀਂ ਛੋਟਾ ਬਣਾ ਲੈਂਦੇ, ਥੋੜਾ ਥੱਲੇ ਕਰ ਲੈਂਦੇ ਇਹਨੂੰ। ਪਾਣੀ ਦੀ ਨਿਕਾਸੀ ਤੇ ਬਣਦੀ ਨਾ, ਇਹਦੀ ਪਾਣੀ ਦੀ ਨਿਕਾਸੀ ਨਹੀਂ, ਹਜੇ ਤਾਂ ਪਾਣੀ ਚੱਲਦਾ ਹੀ ਨਹੀਂ ਇਹਦੇ। ਅੱਛਾ, ਜਿਹੜਾ ਸਟੇ ਤੁਸੀਂ ਲਿਆ ਹੈ, ਮਤਲਬ ਜਿਹੜਾ ਤੁਸੀਂ ਘਰਾਂ ਨੇ ਮਿਲ ਕੇ ਲਿਆ, ਉਹਦੇ 'ਚ ਮੈਂ ਕਹਿੰਦਾ ਕਿ ਤੁਹਾਨੂੰ ਤਮਾਜ਼ 'ਚ ਲੈਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਯਾਰ ਇਹ ਚੀਜ਼ ਏਦਾਂ ਨਹੀਂ, ਆਪਾਂ ਇਹਨੂੰ ਦੇਖੋ ਜੀ, ਉਹ ਉਹਨਾਂ ਜਿਨ੍ਹਾਂ ਨੇ ਸਟੇ ਲਿਆ ਨਾ, ਉਹ ਫਿਲਹਾਲ ਤੇ ਉਹਨਾਂ ਦਾ ਕੋਈ ਉਹਨਾਂ ਦਾ ਐਗਰੀਮੈਂਟ ਨਹੀਂ ਹੋਇਆ। ਐਗਰੀਮੈਂਟ ਹੋ ਵੀ ਨਹੀਂ ਸਕਦਾ, ਕਿਉਂਕਿ ਇਹ ਨੁਕਸਾਨ ਪਿੰਡ 'ਚ ਬੰਦਾ ਕੋਈ ਨਹੀਂ ਰਾਜ਼ੀ।
ਆ ਨਾਲੇ ਦੇ ਹੱਕ 'ਚ ਕੋਈ ਨਹੀਂ, ਕਿਉਂਕਿ ਇਹ ਉਹਨਾਂ ਨੇ ਬੰਨਿਆ ਨਹੀਂ ਕਿਸੇ ਲੈਵਲ 'ਚ ਨਹੀਂਗਾ ਹੈਗਾ। ਲੈਵਲ ਹੁੰਦਾ ਜਾਂ ਤੇ ਥੋੜਾ ਨੀਵਾਂ ਰੱਖਦੇ, ਪਿੰਡ ਦਾ ਪਾਣੀ ਨਿਕਲਦਾ, ਕਿਸੇ ਘਰ ਨੂੰ ਨੁਕਸਾਨ ਹੁੰਦਾ, ਫਿਰ ਇਤਮਾਦ ਹੋ ਜਾਣਾ ਸੀ, ਲੇਕਿਨ ਉਹਨਾਂ ਦਾ ਹਜੇ ਤੱਕ ਕੋਈ ਨਹੀਂ। ਯਾਰ ਇੱਕ ਚੀਜ਼ ਆ ਕਿ ਰੁਕਿਆ ਮਤਲਬ ਮੈਂ ਕਹਿਣਾ ਚਾਹ ਰਿਹਾ, ਪੁੱਛਣਾ ਚਾਹ ਰਿਹਾ ਕਿ ਰੁਕਿਆ ਸਟੇ ਦੀ ਵਜ੍ਹਾ ਤੋਂ ਹੈ। ਹਾਂਜੀ, ਰੁਕਿਆ ਸਟੇ ਦੀ ਵਜ੍ਹਾ ਤੋਂ। ਤੇ ਮਤਲਬ ਕੋਈ ਪੈਚਅਪ ਨਹੀਂ ਉਹਨੇ ਹੋ ਰਿਹਾ। ਜ਼ਬਰਦਸਤੀ ਕਈ ਵਾਰੀ ਕੋਸ਼ਿਸ਼ ਕੀਤੀ ਦੇਖੋ ਜੀ, ਆ ਬਣਾਉਣ ਦੀ, ਹੂੰ। ਬਰਹਾਲ ਇੱਥੇ ਰੋਕ ਦਿੰਦੇ। ਦੇਖੋ ਜੀ, ਹਰ ਬੰਦਾ ਅੱਗੇ ਨਹੀਂ ਆਉਣਾ ਚਾਹੁੰਦਾ, ਲੇਕਿਨ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਸੀ ਨਾ ਉਹ ਅੱਗੇ ਆਏ ਆ। ਹੁਣ ਕੁਝ ਬੰਦੇ ਵੈਸੇ ਹੀ ਭਲਾ ਮਾਨਸ ਬੰਦੇ ਹੁੰਦੇ ਆ ਪਿੰਡਾਂ ਦੇ, ਤੇ ਉਹ ਆਪਣਾ ਚੁੱਪ ਕਰਕੇ ਬੈਠੇ, ਰਾਜ਼ੀ ਕੋਈ ਨਹੀਂ। ਇਸ ਕੰਮ 'ਚ ਕੋਈ ਰਾਜ਼ੀ ਨਹੀਂ ਗਾ ਕਿ ਇੰਨਾ ਸਾਡਾ ਨੁਕਸਾਨ। ਦੇਖੋ ਨਾ, ਇੱਕ ਘਰ 1.5 2 ਕਰੋੜ ਦੇ ਇੱਥੇ ਮਕਾਨ ਬਣੇ, ਉਹ ਛੱਡ ਕੇ ਚਲੇ ਗਏ ਇੱਥੋਂ। ਆ ਬਕਾਇਦਾ ਘਰ ਹੈ, ਇਹਦੀ ਵਜ੍ਹਾ ਤੋਂ ਛੱਡ ਕੇ ਇਸਲਾਮਾਬਾਦ ਚਲੇ ਗਏ ਆ। ਮਕਾਨ ਬੰਦ ਪਿਆ, 1.5 2 ਕਰੋੜ ਰੁਪਏ ਦਾ ਉਹਨੇ ਲਾਗਤ ਦੇ ਨਾਲ ਬਣਾਇਆ, ਛੱਡ ਕੇ ਚਲੇ ਗਏ ਇੱਥੋਂ। ਸਿਰਫ ਇਸ ਨਾਲੇ ਦੀ ਵਜ੍ਹਾ ਇਹ ਨਾਲੇ ਦੀ ਵਜ੍ਹਾ, ਪਾਣੀ ਦੀ ਨਿਕਾਸੀ ਨਹੀਂ ਹੈਗੀ, ਘਰ ਪਾਣੀ ਚੱਲ ਜਾਂਦਾ। ਸਹੀ। ਇਹ ਮਤਲਬ ਇਹਦਾ ਮਤਲਬ ਇਹ ਹੈ ਕਿ ਕਿਸੇ ਪਾਸੇ ਲੱਗਦਾ ਨਜ਼ਰ ਨਹੀਂ ਆ ਰਿਹਾ। ਹਾਂਜੀ, ਉਹਦੀ ਫਿਰ ਇਹ ਪੈਸੇ ਲੱਗੇ ਗਏ ਫਾਰਗ। ਜਿਹੜੇ ਉਸ ਬੰਦੇ ਨੇ ਕੰਮ ਸ਼ੁਰੂ ਕੀਤਾ ਸੀ, ਦੇਖੋ ਉਹਨੂੰ ਜੀ, ਇਹ ਤਾਂ ਗੱਲ ਤੁਸੀਂ ਪੈਸੇ- ਪੁੱਛਦੇ ਕਿ ਸਾਰੇ ਪਿੰਡ ਦੀ ਰਜ਼ਾਮੰਦੀ ਨਾਲ ਕੰਮ ਸ਼ੁਰੂ ਕੀਤਾ, ਉਹਨੂੰ ਇਹ ਬੰਦਾ ਤਾਂ ਗੱਲ ਪੁੱਛ ਸਕਦਾ। ਜਦੋਂ ਇਹ ਕੰਮ ਸ਼ੁਰੂ ਕੀਤਾ ਸੀ, ਉਹਨਾਂ ਦਾ ਕੰਮ ਸੀ ਨਾ ਹਰ ਬੰਦੇ ਦੀ ਸਲਾਹ ਲੈਂਦੇ, ਜਿਨ੍ਹਾਂ ਦੇ ਘਰ ਡੁੱਬਦੇ ਪਏ ਉਹਨਾਂ ਨੇ ਤਾਂ ਪਿੱਟਣਾ ਹੀ ਆ। ਦੇਖੋ ਇਹ MP MN ਨੇ ਦੇਣੀ ਹੁੰਦੀ ਗ੍ਰਾਂਟ, ਉਹ ਕਿਸੇ ਮੋਤਬਰ ਬੰਦੇ ਨੂੰ ਦਿੰਦਾ, ਲੇਕਿਨ ਉਸ ਬੰਦੇ ਨੂੰ ਵੀ ਚਾਹੀਦਾ, ਜਿਹਨੂੰ ਵੀ ਦਿੱਤੀ ਜਾਂ MP MN ਨੂੰ ਚਾਹੀਦਾ ਮਗਰ ਆ ਕੇ ਉਹਨੂੰ ਦੇਖੇ ਸਹੀ, ਇੰਜੀਨੀਅਰ ਬੁਲਾਵੇ। ਜਿਹੜੇ ਪੈਸੇ ਦਿੱਤੇ ਉਹ ਕਿਤੇ ਲੱਗੇ ਵੀ ਹੈ ਜਾਂ ਨਹੀਂ। ਪੈਸੇ ਤੁਹਾਨੂੰ ਪਤਾ ਹੈ ਸਾਹਮਣੇ ਹੀ, ਤੁਹਾਡੇ ਇੰਨੇ ਕੁ ਲੱਗੇ ਆ, ਬਾਕੀ ਬਾਕੀ ਅੱਲਾ ਹੀ ਸਪੁਰਦ। ਅੱਲਾ ਦੀ ਸਪੁਰਦ ਹੋ ਗਏ। ਨਾਲਾ ਕਿਤੇ ਕੰਪਲੀਟ ਹੈ ਵਾ, ਲੇਕਿਨ ਸਾਰਾ ਟੁੱਟ ਗਿਆ। ਦੇਖੋ ਤੁਹਾਡੇ ਸਾਹਮਣੇ ਟੁੱਟਾ ਪਿਆ, ਹੈ ਹੀ ਹੈ ਵਾ। ਨੁਕਸਾਨ ਸਾਰੇ ਪਿੰਡ ਦਾ, ਸਾਰੇ ਇੱਕ ਬੰਦੇ ਦਾ ਨਹੀਂ, ਹਾਂਜੀ। ਸਾਰੇ ਪਿੰਡ ਦਾ ਨੁਕਸਾਨ ਆ। ਚੰਦ ਘਰ ਆ ਜਿਹੜੇ ਮੇਨ ਤੇ ਉੱਪਰ ਉੱਚੇ ਘਰ ਪਏ ਨੇ, ਜਿਨ੍ਹਾਂ ਨੇ ਹੁਣ ਬਣਾਏ ਆ ਉਹ ਵੀ ਬਚਨੇ ਆ, ਲੇਕਿਨ ਗਰੀਬ ਬੰਦੇ ਕੋਲ ਤਾਂ ਹੁਣ ਇੱਕ ਵਾਸ਼ਰੂਮ ਨਹੀਂ ਬਣਦਾ, ਉਹ ਕਿੱਦਾਂ ਚੱਲ ਸਕਦੇ ਆ। ਉਹਦੇ 'ਚ ਇੱਕ ਚੀਜ਼, ਇਹਦੇ ਨਾਲ ਅਗਰ ਇਹ ਖਾਲਾ ਕਿਸੇ ਪਾਸੇ ਨਹੀਂ ਲੱਗੂਗਾ, ਹਾਂਜੀ, ਫਿਰ ਇਹ ਆਲਰੇਡੀ ਆ ਜਿਹੜੀ ਤੁਹਾਡਾ ਰੋਡ ਹੈ ਵੀ ਨਹੀਂ ਬਣਨਾ। ਇਹ ਤੇ ਹੈ ਨਾ, ਇਹ ਤਾਂ ਹੈ। ਮਕਸਦ ਹੈ ਅਗਰ ਖਾਲਾ ਨਹੀਂ ਬਣਨਾ ਤੇ ਫਿਰ ਰੋਡ ਨਹੀਂ ਬਣਨਾ। ਲੇਕਿਨ ਅਗਰ ਇਹਨੂੰ ਅਸੀਂ ਪੈਚਅਪ ਦੇ ਨਾਲ ਜਾਂ ਮਿਲ ਜੁਲ ਕੇ ਅਗਰ ਇਹਨੂੰ ਸੌਰਟ ਆਊਟ ਕਰਦੇ ਹਾਂ, ਦੇਖੋ ਹਾਂ ਚਲੋ ਠੀਕ ਹੋ ਗਿਆ। ਹਾਂਜੀ, ਇਹ ਸਾਰਾ ਪਿੰਡ ਦਾ ਸਰਵੇ ਕੀਤਾ ਔਰ ਪੂਰਾ ਬਕਾਇਦਾ ਤੁਹਾਡੇ ਖਾਲੇ ਦਾ ਜਿੰਨਾ ਵੀ ਸਾਰਾ ਸਿਸਟਮ ਆ, ਠੀਕ ਹੋ ਗਿਆ। ਚਲੋ ਇਹ ਇੱਕ ਮੈਂ ਕਹਿ ਸਕਦਾ ਕਿ ਅਗਰ ਗ੍ਰਾਂਟ ਆਈ ਜਾਂ ਪੈਸੇ ਆਏ ਤੇ ਉਹ ਆਏ। ਦੇਖੋ ਗਵਰਨਮੈਂਟ ਨੂੰ ਕੀ ਪਤਾ ਕਿ ਅੱਗੇ ਕੀ ਹੋ ਰਿਹਾ। ਹਾਂਜੀ, ਜਿਸ ਬੰਦੇ ਨੂੰ ਅੱਗੇ ਲਾਣਾ ਉਸ ਬੰਦੇ ਨੇ ਇੱਕ ਮੈਪ ਦੇਣਾ ਕਿ ਯਾਰ ਇਹਦੇ ਤੇ ਨਾ ਇੱਕ ਤਰੱਕੀਆਤੀ ਕੰਮ ਜਿਹੜਾ ਨਾ ਉਹ ਹੋਣਾ ਚਾਹੀਦਾ। ਲੇਕਿਨ ਉਹ ਬੰਦੇ ਨੇ ਇਹ ਨਹੀਂ ਹਿਸਾਬ ਲਾਇਆ ਕਿ ਪਿੰਡ ਦਾ ਨੁਕਸਾਨ ਕਰ ਗਿਆ। ਦੇਖੋ ਨਾ, ਪੈਸੇ ਉਹਨੇ ਲਾਏ ਆ, ਲੇਕਿਨ ਪਿੰਡ ਦਾ ਨੁਕਸਾਨ ਕਰ ਗਿਆ। ਡੀਅਰ ਇੱਥੇ 6 ਫੁੱਟ ਦੀ ਉਚਾਈ ਬਣ ਗਈ ਹੈ। ਸਾਰੇ ਪਿੰਡ ਨੂੰ ਆ ਪਾਣੀ ਜਿਹੜਾ ਇਧਰੋਂ ਬਲਾਕ ਕਰਤਾ, ਗਰੀਬ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਇਹਦਾ ਅਸੀਂ ਇੱਥੋਂ ਸਟੇ ਕਰਵਾਇਆ। ਅੱਛਾ, ਇੱਥੋਂ ਪਹਿਲੇ ਅਸੀਂ ਇਹਨਾਂ ਦੇ ਬੜੇ ਮਤਲਬ ਰਿਕੁਐਸਟਾਂ ਕਰਦੇ ਅੱਗੇ ਪਿੱਛੇ, ਨਾ ਇੰਜੀਨੀਅਰ ਨਾ ਇਹ ਠੇਕੇਦਾਰ ਨਾ ਕੋਈ ਮਤਲਬ ਜਿਹੜੀ ਸੀ ਸ਼ਰੀਫ ਵਗੈਰਾ ਪਾਰਟੀ, ਇਹ ਆਪਣੇ ਟਸ ਤੋਂ ਮਾਸੀ ਨਹੀਂ ਹੋਏ ਇੱਥੋਂ ਤਾਈਂ। ਅੱਜ ਜਿੰਨਾ ਮਤਲਬ ਉੱਚਾ, ਫਿਰ ਮੇਨ ਪੱਕੀ ਦੇ ਉੱਤੇ ਸੋਲਿੰਗ ਲਾਉਣਾ ਬਣਦਾ ਹੀ ਨਹੀਂ ਸੀ। ਮੇਨ ਪੱਕੀ ਜਿਹੜੀ ਬਾਹਰ ਥੱਲੇ ਪੱਕੀ ਆ ਇਹਨੂੰ ਕਵਰ ਕਰਨ ਵਾਸਤੇ। ਫਿਰ ਸਾਡੇ ਬਾਜ਼ਾਰਾਂ ਦਾ ਪਾਣੀ ਆ ਜਿਹੜਾ, ਅਗਰ ਐਸ ਮਤਲਬ ਮੋੜ ਤੋਂ ਪਾਣੀ ਬਾਰਿਸ਼ਾਂ ਦਾ ਸਾਡਾ ਨਹੀਂ ਨਾ ਬਾਹਰ ਖੇਤਾਂ ਨੂੰ ਨਿਕਲਦਾ, ਤੇ ਸਾਡਾ ਇਹਲੇ ਮਹੱਲਾ ਘਰ ਜਿਹੜੇ ਸਾਰੇ ਮਤਲਬ ਜਿਹੜੇ ਗਿਰ ਜਾਣੇ ਸੀ ਮਤਲਬ ਬਾਰਿਸ਼ਾਂ ਨਾਲ। ਉਹ ਬਾਜ਼ਾਰ ਦਾ ਹੀ ਪਾਣੀ ਬੰਦ ਹੋਇਆ, ਉਧਰੋਂ 7 ਤੋਂ 10 ਘਰਾਂ 'ਚ ਪਾਣੀ ਵੜਿਆ, ਉਤੋਂ ਅਗਲਾ ਵੀ ਤੁਸੀਂ ਆ ਵੇਖਣਾ ਸੋਲਿੰਗ ਤੋਂ ਕਿਸ ਹਿਸਾਬ ਨਾਲ ਪਾਣੀ ਇੱਧਰ ਨੂੰ ਆਉਂਦਾ ਸੀ ਸੜਕ ਥਾਣੀ ਦੀ। ਤੇ ਉਹ ਇਹ ਆ ਵੀ ਮਜ਼ੀਦ ਸਟੇ ਦਾ ਵੀ ਕੇਸ ਵੀ ਚੱਲ ਰਿਹਾ, ਤੇ ਫਿਰ ਇਹ ਸਾਰਾ ਮਾਮਲਾ ਜਿਹੜਾ ਅਸੀਂ ਜਿੱਦਾਂ ਵੀ। ਮੇਰਾ ਇੱਕ ਨਾ ਸਵਾਲ ਅੱਗੇ ਇਹਨਾਂ ਨੂੰ ਵੀ ਭਾਈਆਂ ਨੂੰ ਵੀ ਮੈਂ ਕੀਤਾ, ਤੁਹਾਨੂੰ ਵੀ ਕਰਨਾ ਚਾਹ ਰਿਹਾ ਮੈਂ ਕਿ ਦੇਖੋ ਇੱਕ ਚੀਜ਼ ਅਗਰ ਇਜਤਮਾਹੀ ਤੌਰ ਤੇ ਅਸੀਂ ਸਾਰੇ ਰਲ ਮਿਲ ਕੇ ਬੈਠ ਕੇ ਅਗਰ ਇਹਦੇ ਤੇ ਥੋੜਾ ਜਿਹਾ ਸੋਚ ਲਈਏ, ਬਹਰਹਾਲ ਉਹ ਬੈਟਰ ਤੁਹਾਨੂੰ ਪਤਾ, ਕਿਉਂਕਿ ਤੁਹਾਡਾ ਜਿਹੜਾ ਨੁਕਸਾਨ ਔਰ ਫਾਇਦਾ ਤੁਸੀਂ ਬਿਹਤਰ ਤਰੀਕੇ ਨਾਲ, ਮੇਰੇ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਜਾਣਦੇ ਹੋ। ਉਹ 'ਚ ਇੱਕ ਚੀਜ਼ ਆ ਕਿ ਇਹ ਚੀਜ਼ ਹੋ ਗਈ, ਮੈਂ ਮੰਨ ਲਿਆ, ਲੇਕਿਨ ਇਹ ਜਿਹੜਾ ਪੈਸੇ ਲੱਗ ਗਏ ਇਹਦੇ ਤੇ ਨਾ, ਮਕਸਦ ਸਾਡਾ ਇੱਕ ਜਿਹੜਾ ਮੌਕਫ ਹੈ ਨਾ, ਜਿਹੜਾ ਸਾਡਾ ਸਵਾਲ ਹੈ ਕਿ ਯਾਰ 90 ਲੱਖ ਰੁਪਏ ਦੀ ਆਵਾਜ਼ ਸੀ, ਲੇਕਿਨ ਉਹ ਕਲੀਅਰ ਕੀਤਾ ਜੋ ਕਹਿੰਦੇ ਜੀ 75 ਲੱਖ ਲੱਗਾ ਹੈ। 75 ਲੱਖ ਦੇ ਵਿੱਚ ਹੋਇਆ ਕੀ ਕਿ ਸਿਰਫ ਟੁੱਟਾ ਭੱਜਾ ਖਾਲਾ ਬਣਿਆ ਜਿਹਦਾ ਵਿੱਚ ਹੀ ਰੁਕਿਆ ਹੋਇਆ, ਜਿਹੜਾ ਤੁਹਾਡੇ ਸਟੇ ਦੀ ਵਜ੍ਹਾ ਤੋਂ ਰੁਕਿਆ। ਬਾਕੀ ਬਾਕੀ ਜਿਹੜੇ ਹਾਂਜੀ ਉਹੀ ਮੈਂ ਦੱਸ, ਜਿੱਥੋਂ ਸੋਲਿੰਗ ਪਟਨਾ ਇੱਟਾਂ ਉਹ ਜਾ ਕੇ ਚੈੱਕ ਕਰੋ, ਗੇਟ ਦੇ ਨਾਲ ਆਪਣੇ ਹੱਥ ਦੇ ਵਿੱਚ ਲਿਆ ਕੇ ਸਿੱਟੀ ਜਾਣੀਆਂ। ਲੋਕ ਤੇ ਬਿਲਕੁਲ ਹੀ ਜਿਹੜੇ ਸਾਰੇ ਸਾਦਾ ਲੋਕ ਆ ਗਈ ਸਮਝ। ਤੇ ਨਸ਼ਾ ਇੱਕ ਆਪਣੀ ਤਮਾ ਨੁਕਸਾਨੀ ਦੀ ਖਾਤਰ ਜੋ ਕੰਮ ਸਾਰਾ ਪਿੰਡ ਦਾ ਵੈਸੇ ਹੀ ਬੇੜਾ ਗਰਕ ਕੀਤਾ।
ਕੋਈ ਬਹਿ ਕੇ ਇਹਦਾ ਕੰਪਰੋਮਾਈਜ਼ ਨਹੀਂ, ਬਹੁਤ ਹਾਂ ਕੁਛ ਉਹੀ ਮੈਂ ਹੁੰਦਾ ਕਹਿ ਰਿਹਾ ਰਿਹਾ। ਕਿਉਂਕਿ ਪੁੱਛਣ ਵਾਲਾ ਹੀ ਨਹੀਂ ਨਹੀਂ, ਮਤਲਬ ਆਹੋ ਕੋਈ ਨਹੀਂ ਸੀ, ਕਿਸੇ ਨੇ ਨਹੀਂ ਸ਼ੁਰੂ ਕਰਨ ਤੋਂ ਮਤਲਬ ਪਹਿਲਾਂ ਪੁੱਛਦੇ ਕੋਈ ਇਹਦੀ ਪਾਣੀ ਦੀ ਨਿਕਾਸੀ ਦਾ ਪਹਿਲਾਂ ਬੰਦੋਬਸਤ ਕਰਦੇ, ਲੈਵਲ ਹੀ ਨਹੀਂ ਬਣਦਾ, ਲੈਵਲ ਬਣਾਉਂਦੇ level ਇਹਦਾ, ਹੀ ਫਿਰ ਨਹੀਂ ਪਿੰਡ ਬਣਦਾ। ਦਾ ਹਿਸਾਬ ਲਾਉਂਦੇ, ਫਿਰ ਬਣਾ ਇਹ ਲੈਂਦੇ। ਤੇ- ਇਹ ਤੇ ਮਸ਼ਰਕ ਚੜ੍ਹਦੇ ਬੰਨਿਓ ਅਗਰ ਲੈਵਲ ਬਣਾਉਂਦੇ ਨਾ ਜ਼ਮੀਨ ਦੇ ਮਤਲਬ ਨਾਲ ਦੀ, ਤੇ ਮੇਨ ਸੇਮ ਚ ਨਾਲਾ ਬਣਦਾ ਸੀ, ਪਿੰਡ ਦੀ ਜਾਨ ਛੁੱਟ ਜਾਂਦੀ। ਇਹ ਆਹ ਸੂਰਤ ਹਾਲ ਹੈ। ਤੇ ਹੁਣ ਅੱਗੇ ਜਿਹੜਾ ਸਟੇ ਆ ਉਹ ਕੋਈ ਕਿਸੇ ਪਾਸੇ ਲੱਗਦਾ ਨਜ਼ਰ ਨਹੀਂ ਆ ਰਿਹਾ, ਉਹ ਤੇ ਫਿਰ ਹੁਣ ਚੱਲ ਹੀ ਰਿਹਾ ਨਾ, ਫਿਰ ਇਹ ਬਰਬਾਦ ਹੋ ਜਾਣਗੇ ਪੈਸੇ। ਉਹ ਇਹ ਬਰਬਾਦ ਹੀ ਹੋਣਗੇ। ਨਾ ਵੀ ਹੋਣਗੇ ਤੇ ਲੋਕੀ ਘਰਾਂ ਨੂੰ ਲੈ ਜਾਣਗੇ ਢਾਹ ਕੇ, ਇਹਦੀ ਵਜ੍ਹਾ ਦੇ ਨਾਲ ਸਾਰਾ ਇਹਦੀ ਵਜ੍ਹਾ ਤੋਂ ਆ ਪਿੰਡ ਸਾਰਾ ਬਰਬਾਦ ਹੁੰਦੇ ਆ। ਰੁਪਈਆਂ ਦਾ ਨੁਕਸਾਨ ਹੁੰਦਾ। ਅੱਛਾ, ਇਹਦੇ 'ਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀ ਜਾਂ ਜਿਸ ਕੈਂਡੀਡੇਟ ਜਾਂ ਸਿਆਸਤਦਾਨ ਦੇ ਥਰੂ ਤੁਹਾਨੂੰ ਆਇਆ ਸੀਗਾ ਇਹ ਗ੍ਰਾਂਟ ਆਈ ਸੀ, ਜਿਹਨੂੰ ਵੀ ਆਈ ਤੁਹਾਨੂੰ ਵੀ ਆ ਸਕਦੀ ਸੀ, ਕੋਈ ਵੀ ਬੰਦਾ ਅੱਗੇ ਲੱਗਦਾ। ਸਰ ਸੌਰੀ, ਆਸਿਮ ਨਜ਼ੀਰ ਸਾਹਿਬ ਦਾ ਮਾਲਕ ਮੁੰਡਾ ਅਰਸਲਾਨ ਪੀਏ ਸੀਗਾ, ਸਮਰਾਨ, ਉਹ ਵੀ ਸਮਝ ਲਓ ਵੀ ਉਹਨੂੰ 70 ਦਫਾ ਉਹਨੂੰ ਵੀ ਜਾਨੀ ਸਾਡੇ ਪੈਗਾਮ ਗਏ, ਠੀਕ ਹੋ ਗਿਆ, ਨੰਬਰਦਾਰ ਦੇ ਵੀ ਗਏ, ਕੋਈ ਵੀ ਲੰਬੜਦਾਰ ਸਾਹਿਬ, ਆਹੋ ਚੋਰੀ ਤਾਰਕ ਦੇ ਵੀ। ਅੱਛਾ, ਤੇ ਇਹ ਆ ਵੀ ਉਹ ਵੀ ਇਦਾਂ ਹੀ ਬਸ ਸਾਜ਼ਬਾਜ਼ ਹੀ ਸੀਗਾ। ਤੇ ਆਸਮ ਸਾਹਿਬ ਨੇ ਤੇ ਆ ਕੇ ਪੁੱਛਿਆ ਨਹੀਂ ਨਾ ਕੌਣ ਕਿ ਸਾਜ਼ਬਾਜ਼ ਸੀ? ਪਾਰਟੀਆਂ ਪੀਏ ਆਸਮ ਨਜ਼ੀਰ ਅੱਛਾ, ਦਾ ਅੱਛਾ। ਜਿਹੜਾ ਸੀਗਾ ਤੇ ਮਤਲਬ। ਉਹਦੇ 'ਚ ਸਰ ਮੈਂ ਇਹ ਗੱਲ ਕਰ ਰਿਹਾ ਕਿ ਫਿਰ ਉਹਨਾਂ ਨੇ ਗੱਲ ਸੁਣੋ ਮੇਰੀ, ਝੁੰਬਰੇ ਦਾ ਵਾ ਇੱਕ ਪੀਏ ਹਾਂਜੀ, ਸੀਗਾ, ਉਹਦੀ ਫਿਰ ਡਿਊਟੀ ਵੀ ਲਾਈ ਕਿ ਜਾ ਕੇ ਸਰਵਾ ਕਰਕੇ ਵੇਖ ਕੇ ਆ, ਮਤਲਬ ਚੈੱਕ ਕਰਕੇ ਆ ਕੀ ਸੂਰਤ ਹਾਲ। ਉਹ ਵੀ ਇੱਥੋਂ ਤੱਕ ਨਹੀਂ ਹੋਣ ਦਿੱਤਾ, ਇਦਾਂ ਹੀ ਇਹਨੂੰ ਨਾ ਗੋਲ ਗੋਲੇ ਸਾਰੇ ਖਾਣ ਦੀ ਮੱਦ ਤੱਕ ਹੀ ਸੀ ਬਸ। ਹਾਂ ਸੂਰਤ ਮੈਂ ਹਾਲ। ਇਹ ਉਹ ਚਲੋ ਅਗਰ ਸਮਰਾਨ ਨੇ ਵੀ ਤੇ ਜਾਂ ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਆਣ ਕੇ ਤੁਹਾਨੂੰ ਕਿਹਾ ਹੋਵੇ ਕਿ ਯਾਰ ਚਲੋ ਪੈਚਅਪ ਦੇ ਵਿੱਚ ਇਸ ਕੰਮ ਨੂੰ ਹੋ ਲੈਣ ਦਿਓ। ਨਹੀਂ ਕੋਈ ਆਇਆ ਹੀ ਨਹੀਂ, ਕਿਸੇ ਨੇ ਮੌਕਾ ਹੀ ਨਹੀਂ ਵੇਖਿਆ ਕਿ ਸਾਡੇ ਯਾਰ ਇਹ ਮਤਲਬ ਕਹਿ ਲਓ ਵੋਟਰ ਆ, ਸਪੋਰਟਰ ਆ, ਜਾਂ ਅਸੀਂ ਗ੍ਰਾਂਟ ਦਿੱਤੀ ਆ ਉਹਦਾ ਕੀ ਸੂਰਤ ਹਾਲ ਆ, ਕਿਸੇ ਨੇ ਆ ਕੇ ਨਹੀਂ, ਉਹਨਾਂ ਨੇ ਪਤਾ ਹੀ ਨਹੀਂ ਕੀਤਾ। ਇਸ ਵਾਸਤੇ ਅੱਗੋਂ ਇਲੈਕਸ਼ਨ ਹੀ ਨਹੀਂ ਹੋਵੇ। ਨਹੀਂ ਇੱਕ ਤੇ ਹੁੰਦਾ ਨਾ ਕਿ ਯਾਰ ਚਲੋ ਕਿਸੇ ਇਲੈਕਸ਼ਨ ਨੇ ਨਹੀਂ ਪੁੱਛਿਆ, ਨਹੀਂ ਮਜ਼ਾਕ ਨਹੀਂ, ਇਲੈਕਸ਼ਨ ਕਿਸੇ ਆ ਗਏ, ਨੇ। ਨਹੀਂ ਉਹ ਸਰ ਉਹ ਤੁਹਾਡਾ ਬਿਲਕੁਲ ਤੁਸੀਂ ਰਾਈਟ ਤੇ ਹੋ, ਉਹਨਾਂ ਦਾ ਹੱਕ ਬਣਦਾ ਸੀ ਨਾ ਬਣਦਾ ਸਾਡੇ ਸੀ। ਐਮਐਲਏ, ਹਾਂਜੀ, ਅਸੀਂ ਯਾਰ ਇੱਥੇ ਦੱਸਦੇ ਇੱਥੇ ਮਤਲਬ ਲੜਾਈ ਵੀ ਹੋ ਪੈਂਦੀ ਹੈ, ਇੱਥੇ ਵਾਧੇ ਘਾਟੇ ਵੀ ਹੋਏ ਆ, ਸਾਰਾ ਕੁਝ ਹੀ ਹੋਇਆ, ਕੋਈ ਸੌਖਾ ਤਾਂ ਨਹੀਂ ਰਿਹਾ ਏ, ਕੱਲਾ ਸਟੇ ਦੇ ਉੱਤੇ ਪੁਰਸਕੂਨ ਤੇ ਨਹੀਂ ਚੱਲ ਰਿਹਾ, ਹਾਂ। ਬਹੁਤ ਮਤਲਬ ਇਹਦੇ ਤੋਂ ਹੋਰ ਆ ਕੇ ਫੱਡੇ ਕਿਹੜ ਬਣ ਵਧੇ ਆ। ਜਾਂਦੀ ਆ ਸਾਰੇ ਖੇਡ ਮਾਮਲੇ ਵੀ ਤੇ ਮਤਲਬ ਪਾਰਟੀ ਬਾਜੀ ਫੱਡੇ ਵਧੇ ਆ, ਹਾਂ, ਲੇਕਿਨ ਇਹ ਆ ਵੀ ਉਹਨਾਂ ਨਹੀਂ ਆ ਕੇ ਪੁੱਛਿਆ। ਉਹਨਾਂ ਨੂੰ ਅਗਰ ਪੈਗਾਮ ਵੀ ਭੇਜਿਆ, ਅਸੀਂ ਲਤੀਫ ਐਡਵੋਕੇਟ ਤੱਕ ਸਿਫਾਰਿਸ਼ ਵੀ ਕਰਵਾਈ, ਉਹ ਮੁੰਡਾ ਰੁੜ ਕਿਉਂ ਸਮਝ ਗਿਆ, ਜੋ ਛੋਟਾ ਮੇਰਾ ਆਪਣਾ ਭਤੀਜਾ ਐਡਵੋਕੇਟ ਆ ਨਾ, ਹਾਂਜੀ ਹਾਂਜੀ, ਤੇ ਉਹ ਵੀ ਆ ਕੇ ਇੱਥੇ ਵੇਖ ਕੇ ਸਾਰਾ ਕੁਝ ਗਿਆ। ਫਿਰ ਇਹਨਾਂ ਨੂੰ ਕਿਹਾ, ਸਰਕਾਰੀ ਸਰਵੇਅਰ ਨੇ ਆ ਕੇ ਸਰਵੇ ਵੀ ਨਹੀਂ ਕੀਤਾ। ਅੱਛਾ, ਇਹ ਵੀ ਨਾਲ ਗੱਲ ਵਾ ਵੀ ਸਰਕਾਰੀ ਸਰਵੇਅਰ ਤੇ ਹੋ ਸਕਦਾ ਇਹਦਾ ਕੋਈ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹ ਗ੍ਰਾਂਟ ਹੀ ਪਲਾਨ ਪਾਸ ਵੀ ਕੋਈ ਨਹੀਂ ਇਹਦਾ। ਫੰਡ ਦਿੱਤਾ ਯਾਰ ਗੱਲ ਪਤਾ ਭਾਈ ਨੂੰ ਕੀ ਆ, ਹੁੰਦਾ ਨਾ। ਫੰਡ ਜਾਂ ਗ੍ਰਾਂਟ, ਹਾਂਜੀ ਮੈਂ ਗੱਲ ਕਰ ਰਿਹਾ ਕਿ ਪੈਸੇ, ਹਾਂਜੀ ਜਿਹੜੀ ਰਕਮ ਆਈ ਨਾ ਆਲਰੇਡੀ ਉਹ ਕਿਸੇ ਕੰਮ ਲਈ ਆਈ, ਕੰਮ Government ਕੰਮ ਲਈ ਆਈ, ਲੇਕਿਨ ਕੰਮ ਦਾ ਫਾਇਦਾ ਹੋਵੇ, ਗ੍ਰਾਂਟ ਔਰ ਫੰਡ ਤਰੱਕੀ ਦੀ ਬਜਾਏ ਨੁਕਸਾਨ ਕੀਤਾ ਗਿਆ। ਹਾਂਜੀ ਉਹੀ ਕਹਿ ਪਿੰਡ ਦੀ ਤਰੱਕੀ ਦੀ ਬਜਾਏ ਉਹਦਾ ਨੁਕਸਾਨ ਕੀਤਾ ਗਿਆ। ਦੇਖੋ ਜੀ, ਇਹ ਨਾਲੇ ਦਾ ਫਾਇਦਾ ਸੀ। ਤੁਸੀਂ ਬਾਜ਼ਾਰ ਚੈੱਕ ਕੀਤੇ ਆ ਮੱਥਿਓਂ ਸਾਰੇ, ਹਾਂਜੀ, ਸੋਲਿੰਗ ਪਟਿਆ, ਆ ਇੱਟਾਂ ਦੀ ਤਸਵੀਰ ਲੈ ਲਓ, ਆ ਮਤਲਬ ਇਹਨਾਂ ਦੀ ਜਗ੍ਹਾ ਨਾਲ ਆ ਮਤਲਬ, ਤੇ ਉੱਥੇ ਲਿਆ ਕੇ ਸਿੱਟੀ ਗਏ ਅੱਛਾ, ਜਿਹੜੇ ਪੁਰਾਣੇ ਪੱਟਣੇ ਆ, ਤੇ ਜਿਹੜੇ ਫਿਰ ਅੱਗੋਂ ਲਾਉਣੇ ਉਹ ਹੁਣ ਇਹਨਾਂ ਦੇ ਬਾਜ਼ਾਰ ਸਾਰਿਆਂ ਦਾ ਇਧਰੋਂ ਮਤਲਬ ਅੰਚਾਈ ਹੋ ਗਈ ਆ ਨਾ। ਉਹ ਹਾਂਜੀ ਇਹ ਉੱਚਾ ਨਹੀਂ ਗਿਆ, ਮੇਨ ਵੀ ਉੱਚਾ, ਮਤਲਬ ਮੱਥਿਓਂ ਪਾਣੀ ਬਾਹਰ ਨੂੰ ਆਉਂਦਾ, ਉਹ ਵੀ ਬ੍ਰੇਕ ਹੋ ਗਿਆ, ਲੋਕਾਂ ਦੇ ਘਰਾਂ 'ਚ ਵੜਦਾ। ਪਿਛਲੇ ਮੇਨ 40 ਫੁੱਟ ਬਾਜ਼ਾਰ ਥਾਣੀ ਪਾਣੀ ਕਾਫੀ ਆਉਂਦਾ, ਜਦੋਂ ਇਧਰੋਂ ਵੀ ਡਾਫ ਲੱਗਣੀ ਆ, ਤੇ ਇਹ ਵੀ ਮਤਲਬ ਜਿਹੜਾ ਇਹ ਘਰਾਂ 'ਚ ਵੜਦਾ, ਜਿਹੜੇ ਨੀਵੇਂ ਮਕਾਨ ਆ ਉਹ ਤੇ ਵਿਚਾਰੇ ਫਿਰ ਮਤਲਬ ਅੱਗੋਂ ਮਾਰੇ ਗਏ ਨਾ, ਗਰੀਬ ਬੰਦੇ ਦੀ ਮਤਲਬ ਆਪਣੀ ਹਾਂਡੀ ਰੋਟੀ ਨਹੀਂ ਚੱਲਦੀ, ਮਹਿੰਗਾਈ ਦਾ ਦੌਰ ਆ। ਆਹੋ, ਤੇ ਯਾਨੀ ਕਿ ਇਹਦਾ ਇਹਦੀ ਮਤਲਬ ਇਹ ਆ ਕੋਈ ਕਿ ਬਿਹਤਰੀ ਨਾ ਕੋਈ ਹੋਈ। ਬਿਹਤਰੀ ਨਹੀਂ ਹੈ, ਨਾ ਉਹ ਸਟੇ ਟੁੱਟਣਾ ਹੈ। ਨਹੀਂ ਉਹ ਟੁੱਟ ਜਵੇ ਤੇ ਗਾਂ ਵੀ ਸਟੇ ਨੂੰ ਮੈਂ ਉਹ ਤੇ ਹੋ ਜਾ ਸਰ, ਇਹ ਤੇ ਮਤਲਬ ਕਾਨੂੰਨੀ ਨੁਕਤਾ ਹੈ ਨਾ, ਤੇ ਹੁੰਦਾ ਰਹੇਗਾ, ਉਹ ਮਤਲਬ ਚੱਲਦਾ ਰਹੇਗਾ। ਲੇਕਿਨ ਮੈਂ ਜਿਹੜਾ ਇੱਕ ਅਲਮੀਆ ਹੈ ਨਾ ਜਿਹੜਾ ਸਾਡਾ ਹੈਗਾ ਕਿ ਇਹ ਕਿਸੇ ਪਾਸੇ ਨਹੀਂ ਲੱਗਣਾ, ਇਹ ਪੈਸੇ ਜ਼ਾਇਆ ਹੋਣਗੇ। ਜਿਸ ਤਰ੍ਹਾਂ ਇੱਟਾਂ ਚੁੱਕ ਕੇ ਤੁਸੀਂ ਅੱਗੇ ਫਰਮਾ ਰਹੇ ਹੋ ਕਿ ਉਧਰ ਲੱਗ ਗਈਆਂ, ਇਹ ਚੁੱਕ ਕੇ ਲੋਕਾਂ ਦੇ ਘਰਾਂ 'ਚ ਲੱਗ ਜਾਣਗੀਆਂ। ਹਾਂਜੀ ਬਿਲਕੁਲ ਇਦਾਂ ਹੀ ਹੋਏਗੀ। ਯਾਨੀ ਕਿ ਉੱਜੜ ਜਾਏਗਾ ਨਾ ਇਹ, ਉਹ ਪੈਸੇ ਲੱਗੇ ਗਏ। ਪੈਸੇ ਦੇਖੋ ਜੀ, ਪੈਸੇ ਲਾਉਣ ਦਾ ਤਰੀਕਾ ਹੁੰਦਾ, ਬਣਾ ਕੇ ਨਾਲੀਆਂ ਦੇ ਵਿੱਚ ਪਾਣੀ ਮਤਲਬ ਜਿਹੜਾ ਉਹ ਪਾਓ, ਨਾਲੇ ਦਾ ਤੇ ਇਧਰ ਕੋਈ ਮਤਲਬ ਹਿਸਾਬ ਕਿਤਾਬ ਵੀ ਨਹੀਂ ਸੀਗਾ। ਅੱਛਾ, ਇੱਕ ਚਲੋ ਇਧਰੋਂ ਨਹੀਂ ਜਾ ਰਿਹਾ ਇਹ, ਤੁਸੀਂ ਕਹਿੰਦੇ ਕਿ ਪਰਿਓਂ ਜਾਂਦਾ, ਪਹਿਲੋਂ ਨਹੀਂ ਸਿੱਧੀ ਗਾੜੀ ਜਗ੍ਹਾ ਨਹੀਂ, ਗਾੜੀ ਕਿੱਥੋਂ ਦੀ ਲੰਘਾਉਣਾ, ਗਾੜੀ ਅਗਲੇ ਬੰਨੇ ਨਾ ਆਬਾਦੀ ਨਾ ਜਗ੍ਹਾ ਨਾ ਮਤਲਬ ਜਾਣਾ ਵੀ ਤੇ ਹੁੰਦਾ ਨਾ। ਇੱਥੇ ਕਹਿ ਰਹੇ ਸੀ ਨਾ ਕਿੱਥੇ ਮਾਜੀ ਕਿਉਂ ਉਹ ਨੇ ਉਹਨਾਂ ਦੇ ਰੂਟੀਨ 'ਚ ਗੱਲ ਕੀਤੀ ਨਾ, ਗਾੜੀ ਤੇ ਜ਼ਮੀਨ ਆ, ਉਹ ਯਾਰ ਉਹ ਸਰਕਾਰੀ ਪਾਣੀ, ਨਹਿਰੀ ਪਾਣੀ ਦਾ ਖਾਲ ਆ, ਉਹਦੇ ਵਿੱਚ ਨਹੀਂ ਨਾ ਪਾ ਲੈਣਾ। ਇੱਥੋਂ ਇਹਨਾਂ ਨੂੰ ਫਸਟ ਇਹ ਕਿਹਾ ਸੀਗਾ, ਰੂਟੀਨ ਦੇ ਵਿੱਚ ਕਿਹਾ ਸੀ ਕਿ ਇਹਨੂੰ ਨੀਵਾਂ ਰੱਖ ਕੇ ਬਣਾ ਕੇ ਤੇ ਉਰਲੀ ਸਾਈਡ ਤਾਂ ਨਹੀਂ ਬਣਾ, ਤਾਂ ਕਿ ਨਾ ਮੇਨ ਰਸਤੇ ਵੀ ਬਲਾਕ ਨਾ ਹੋਣ ਤੇ ਬਾਰਿਸ਼ ਦਾ ਪਾਣੀ ਦਾ ਵੀ। ਬਸ ਅਗਲੀ ਗੱਲ ਇਹ ਆ ਵੀ ਇਹਨਾਂ ਨੇ ਆਪਣੀ ਨਾ ਹੱਟ ਧਰਮੀ ਜਿਹੜੀ ਉਹ ਤੋਂ ਕੰਮ ਲਿਆ, ਯਾਨੀ ਮੰਨੀ ਕੋਈ ਨਹੀਂ ਕਿਸੇ ਦੀ।
जी नाज़रीन, आपने प्रोग्राम पूरा मुलाहिजा किया और देखा नाज़रीन, आपने देखा कि लोगों का क्या मौक़िफ़ है इस नाले की वजह से। और जिन्होंने इसको मतलब आगे लग के जो एक इसको जिनके सर पे एक पग रख दी गई कि यार ये आपने बनाना है, उनसे भी बात हुई मेरी। उन्होंने कहा जी कि ये हमें 75 लाख आया था, हमने ये रखा है, वो ग्रांट भी पड़ी हुई है, ग्रांट अभी है, लेकिन ये स्टे की वजह से रुक गया है। तो हमने वो स्टे जिनका था उनसे भी बात की, उनसे पूछा कि ये स्टे क्यों लिया गया है? उन्होंने कहा जी कि ये बताएँ इधर से गली से ये कहाँ से गुज़रता है, ये कहाँ गुज़रेगा? अब वो एक स्टे जो है वो एक ज़िद बन चुका है, उसको मतलब उसकी वजह से ये खाला, ये नाला बिल्कुल रुक गया है। अब घरों को जो मुश्किलें हैं, प्रॉब्लम्स हैं, वो आपने देखी, लोगों की बातें सुनी, ये सारी चीज़ें। और इसकी ग्रांट का जो है वो मतलब जिन्होंने स्टे लिया है उनका मौक़िफ़ कुछ और है कि जी ये पैसे मुकम्मल नहीं लगे, ये कहीं खा लिए गए हैं या कुछ इस तरह से कर दिया गया है। तो ये सारी चीज़ें उन्होंने कहा जी कि हमने सियासतदान जो यहाँ के थे जिन्होंने ग्रांट यहाँ पर दी थी, उनको भी हमने इन्फॉर्म किया कि ये हमारा काम रुका हुआ है, इसको करें। उनके जो पीए हैं उनसे भी कहा गया, लेकिन अफ़सोस अनफॉर्चुनेटली कि उनके पास टाइम नहीं था और उन्होंने इसको लुक ऑफ नहीं किया और उनको कोई तसल्ली नहीं दिलाई और ये वहीं का वहीं रुक गया है। उसमें मैं जो एक लास्ट में बात करना चाहूँगा कि वो ये है कि यार देखें कि पैसा जो हमारा टैक्स का है, जो हमारी किसको ग्रांट कहते हैं या फंड कहते हैं, तो वो हमारे ही पैसे हैं जो यहाँ पे आके स्टक हो गया है। ना वो आगे बढ़ रहा है, ना वो कहीं चल रहा है, ना वो वहीं पे रुक गया है। तो वो पैसे तो गए ना, मतलब खुड्डे लाइन लग गए, लेकिन उसका कोई अभी तक उसका कोई फ्यूचर नज़र नहीं आ रहा कि ये कब बनेगा या क्या बनेगा, वो अपनी ज़िद पे हैं। ये दूसरा ये है कि पैसे कितने लगे, कौन क्या लगे, ये आपने लोगों की बातों से ऑब्ज़र्व कर लिया होगा कि कहाँ पर कितना पैसा लगा होगा। तो वो अब टूट-फूट का भी शिकार है, वो जैसे बना था अब टूटना भी शुरू हो गया, वो ईंटें भी गायब हो जाएँगी, सारा कुछ ऐसे ही रह जाएगा। लेकिन ये हमारे ऊपर एक सवालिया निशान बन जाएगा कि जो ग्रांट आई थी वो कहाँ गई? वो पैसे कहाँ गए? तो ये मसला है हमारे पाकिस्तान का, ये अलमिया है हमारे गली मोहल्लों का, हमारे गाँव, देहात, तो ये सारे उसकी ज़द में है कि ग्रांट अगर आती है तो उसको एक ऊपर पूरी लगनी चाहिए, लेकिन हद अफ़सोस के उसके ऊपर नहीं लगी और वो एक कह सकते हैं कि एक ज़िद की नज़र हो गया है और वो वहीं पे रुका है। तो अब फ़ैसला आपने करना है कि ये क्या चल रहा है यहाँ पे पाकिस्तान में? ये फ़ैसला नाज़रीन आपने करना है और हमें कमेंट में बताना है कि ये सब क्या है? शुक्रिया।